ਜਦੋਂ ਤੁਹਾਡੀ ਗੱਲਬਾਤ ਖਤਮ ਹੋਏਗੀ ਫਿਰ ਆਖਰ ਤੇ ਕੁਝ ਕੁਐਸਚਨ ਕੋਈ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੋਸਤਾਂ ਦੀਆਂ। ਤੇ ਜੀ ਜਨਾਬ ਹੁਣ ਤੁਹਾਡੇ ਕੋਲ ਹੈ ਸਕਰੀਨ। ਯਾਰ ਬਹੁਤ ਮਿਹਰਬਾਨੀ ਤਾਹੀਦ ਦੇ ਸਾਥੀ ਸਹਿਯੋਗੀ ਉਹਨਾਂ ਦੇ ਸਾਰੇ ਮਨੀਸ਼ ਅੰਮ੍ਰਿਤਸਰ ਚ ਨੇ ਦੋਸਤ ਔਰ ਜਿੰਨੇ ਵੀ ਸਾਰੇ ਜੁੜੇ ਹੋਏ ਨੇ ਲੋਕ ਤੁਸੀਂ ਸ਼ਬਦ ਸਾਧਨਾ ਨਾਲ ਜੁੜੇ ਹੋਏ ਲੋਕ ਹੋ ਤੁਸੀਂ ਇਤਿਹਾਸ ਨਾਲ ਵਾਬਸਤਾ ਹੋ ਰਿਸਰਚ ਸਕਾਲਰ ਬਹੁਤ ਸਾਰੇ ਨੇ ਜਿਸ ਤਰੀਕੇ ਦੇ ਨਾਲ ਮੈਂ ਦੇਖ ਰਿਹਾ ਸੀ ਪਹਿਲੀ ਇਸ ਸੀਰੀਜ਼ ਦੀਆਂ ਪਹਿਲੀਆਂ ਕੜੀਆਂ ਨੂੰ ਖਾਸ ਕਰਕੇ ਜਦੋਂ ਪ੍ਰੋਫੈਸਰ ਰਾਜਕੁਮਾਰ ਹੰਸ ਉਹਨਾਂ ਨੂੰ ਮੈਂ ਸੁਣਿਆ ਮੈਂ ਜਿਨ੍ਹਾਂ ਲੋਕਾਂ ਦੇ ਪੈਰਾਂ 'ਚ ਬਹਿ ਕੇ ਸੁਣੀਦਾ ਹੈ ਰਾਜਕੁਮਾਰ ਹੰਸ ਹੋਣੀ ਉਹਨਾਂ ਚੋਂ ਨੇ ਤਾਂ ਔਰ ਵਹੀਦ ਹੋਰੀ ਔਰ ਸਾਰੇ ਦੋਸਤ ਇਹ ਬਹੁਤ ਹੀ ਅੱਛਾ ਇੱਕ ਐਸਾ ਉਪਰਾਲਾ ਹੈ। ਮੇਰੇ ਨਾਲ ਗੱਲ ਹੋਈ ਤੇ ਮੈਂ ਮੇਰੇ ਮਨ 'ਚ ਸੀ ਜੋ ਜਿਸ ਧਰਾਤਲ ਤੇ ਮੈਂ ਵਿਚਰ ਰਿਹਾ ਸੀ ਜਾਂ ਜਿਹਦਾ ਪਹਿਰਾ ਕਿਤੇ ਨਾ ਕਿਤੇ ਜਿਹਨਾਂ ਸਿੱਧ ਲੋਕਾਂ ਦਾ ਬੁੱਧ ਲੋਕਾਂ ਦਾ ਨਾਥ ਲੋਕਾਂ ਦਾ ਇਨੀ ਡਿਊਰਿੰਗ ਦਿਸ ਪੀਰੀਅਡ ਲੰਬੇ ਸਮੇਂ ਤੋਂ ਮੈਂ ਇਹਨਾਂ ਤੇ ਕੰਮ ਕਰ ਰਿਹਾ ਸੀ ਬਾਣੀ ਸਟੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਹ ਮੈਂ ਕਿਹਾ ਕਿ ਮੈਂ ਇਹਨਾਂ ਲੋਕਾਂ ਦੇ ਬਾਰੇ ਕੁਝ ਉਹ ਗੱਲਾਂ ਕਰਾਂਗਾ ਕਿਉਂਕਿ ਮੈਂ ਤਾਂ ਇਤਿਹਾਸਕਾਰ ਨਹੀਂ ਆ ਨਾ ਮੈਂ ਕੋਈ ਅਕਾਦਮਿਕ ਬੰਦਾ ਆ ਕਿਸੇ ਯੂਨੀਵਰਸਿਟੀ ਦਾ ਮੈਂ ਤਾਂ ਇੱਕ ਸਧਾਰਨ ਪੱਤਰਕਾਰ ਹਾਂ ਆਪਣੀ ਰੋਜੀ ਰੋਟੀ ਫ੍ਰੀਲਾਂਸ ਦੇ ਤੌਰ ਦੇ ਉੱਤੇ ਕਮਾਉਣਾ ਬਟ ਮੈਂ ਜੋ ਬਿਲਕੁਲ ਉਸ ਤਰੀਕੇ ਦੇ ਡਿਸਿਪਲਿਨ 'ਚ ਗੱਲ ਨਹੀਂ ਕਰਾਂਗਾ ਜਿਸ ਤਰੀਕੇ ਦੀਆਂ ਅਕਾਦਮਿਕ ਗੱਲਾਂ ਹੁੰਦੀਆਂ ਨੇ ਕੁਝ ਆਪਣੇ ਜੀਵਨ 'ਚੋਂ ਮੇਰੀ ਜੋ ਬੁੱਧਾਂ ਸਿੱਧਾਂ ਨਾਥਾਂ ਨਾਲ ਮੇਰਾ ਜੋ ਵਾਸਤਾ ਪਿਆ ਔਰ ਜੋ ਪੰਜਾਬੀਆਂ ਦਾ ਵਾਸਤਾ ਹੈ ਮੈਂ ਆਪਣੇ ਥਰੂ ਤੁਹਾਡੀ ਗੱਲ ਕਰਾਂਗਾ ਪੰਜਾਬੀਆਂ ਦੀ ਜਿਹੜੇ ਅਸੀਂ ਸ਼ਾਇਦ ਅਸੀਂ ਉਸ ਗੱਲ ਤੇ ਬਹੁਤੀ ਰਿਸਰਚ ਨਹੀਂ ਕਰਦੇ ਸੋਚਦੇ ਨਹੀਂ ਪਰ ਕਿਤੇ ਨਾ ਕਿਤੇ ਸਾਡੀਆਂ ਧਮਨੀਆਂ ਦੇ ਵਿੱਚ ਸਾਡੀਆਂ ਨਾੜਾਂ ਦੇ ਵਿੱਚ ਜਿਹੜਾ ਹੈ ਉਹ ਇਹਨਾਂ ਨਾਥਾਂ ਦਾ ਥਾਟ ਜਿਹੜਾ ਹੈ ਜਿਹੜਾ ਵਿਚਾਰ ਜਿਹੜੀ ਹੈ ਇਹਨਾਂ ਨਾਥਾਂ ਦੀ ਉਹ ਸਾਡੇ ਕਿਤੇ ਨਾ ਕਿਤੇ ਉਹ ਦੌੜਦੀ ਰਹਿੰਦੀ ਹੈ ਸਾਡੀ ਕਲਚਰਲ ਆਇਡੈਂਟੀਟੀਜ਼ ਦੇ ਨਾਲ ਜੁੜੀ ਹੋਈ ਹੈ ਸਾਡੇ ਪਹਿਰਾਵਿਆਂ ਨਾਲ ਜੁੜੀ ਹੋਈ ਹੈ ਸਾਡੀ ਕਲਰ ਸੈਂਸ ਦੇ ਨਾਲ ਜੁੜੀ ਹੋਈ ਹੈ ਸਾਡੇ ਮਤਲਬ ਮੈਂ ਥੋੜਾ ਸਕੂਲ ਦੇ ਲੈਵਲ ਦਾ ਹੀ ਸੀ ਤੇ ਇੱਕ ਕੋਈ ਯੋਗੀ ਮੰਗਣ ਆਇਆ ਸਾਡੇ ਪਿੰਡ ਤੇ ਸਾਡੇ ਵੀ ਦਰਵਾਜ਼ੇ ਤੇ ਉਹਨੇ ਦਸਤਕ ਦਿੱਤੀ ਮੇਰੇ ਪਤਾ ਨਹੀਂ ਕੀ ਮਨ ਚ ਹੈ ਮੈਂ ਉਹਨੂੰ ਬੁਰਾ ਬੋਲਿਆ ਨਾ ਮੈਨੂੰ ਲੱਗਾ ਦੁਪਹਿਰ ਸਿਖਰ ਹੈ ਗਰਮੀ ਹੈ ਤੇ ਮੈਂ ਬੁਰਾ ਬੋਲ ਕੇ ਉਹਨੂੰ ਚਲੇ ਜਾਣ ਲਈ ਕਹਿਤਾ ਤੇ ਮੇਰੇ ਮਦਰ ਅਸੀਂ ਜਿਹਨਾਂ ਲੋਕਾਂ ਨੂੰ ਕਈ ਵਾਰ ਅਨਪੜ੍ਹ ਕਹਿ ਦਿੰਦੇ ਨੇ ਬਟ ਇੱਕ ਰਿਚ ਕਲਚਰ ਉਹਨਾਂ ਦੇ ਥਰੂ ਕਿਵੇਂ ਟਰੈਵਲ ਕਰ ਰਿਹਾ ਹੁੰਦਾ ਹੈ ਮੈਂ ਉਹਦੇ ਹਵਾਲੇ ਨਾਲ ਫਿਰ ਗੱਲ ਕਰਾਂਗਾ ਕਿ ਉਹਨਾਂ ਨੇ ਕਿਹਾ ਕਿ ਨਹੀਂ ਇੰਝ ਨਹੀਂ ਕਹੀਦਾ ਜੇ ਤੁਸੀਂ ਕੁਝ ਨਹੀਂ ਵੀ ਦੇਣਾ ਤਾਂ ਇਹਨਾਂ ਨੂੰ ਕਹੀਦਾ ਬਾਬਾ ਮਾਫ ਕਰ ਜਾਂ ਖਿਮਾ ਕਰ ਨਾ ਐ ਨਹੀਂ ਬੁਰਾ ਨਹੀਂ ਕਹਿਣਾ ਹੈ ਉਹ ਮੈਂ ਮਾਂ ਨੂੰ ਆਪਣੀ ਨੂੰ ਮੈਂ ਕਿਉਂਕਿ ਉਸ ਵੇਲੇ ਉਸ ਤਰ੍ਹਾਂ ਦਾ ਖੂਨ ਹੈ ਨਹੀਂ ਇਹ ਠੱਗ ਹੁੰਦੇ ਆ ਹੁੰਦਾ ਉਹ ਕਹਿੰਦੀ ਨਹੀਂ ਆਪਾਂ ਇਹਨਾਂ ਦੇ ਵਿਹਾਰ ਤੇ ਨਹੀਂ ਜਾਣਾ ਆਪਾਂ ਇਹਨਾਂ ਦੇ ਭੇਖ ਤੇ ਜਾਣਾ ਯਾਨੀ ਉਹ ਭੇਖ ਜਿਹੜਾ ਯੋਗੀ ਦਾ ਭੇਖ ਹੈ ਜਿਹੜਾ ਨਾਥ ਦਾ ਭੇਖ ਹੈ ਅਸੀਂ ਉਸ ਭੇਖ ਦੀ ਕਦਰ ਕਰਨ ਵਾਲੇ ਉਸ ਭੇਖ ਦਾ ਸਤਿਕਾਰ ਕਰਨ ਵਾਲੇ ਲੋਕ ਪੰਜਾਬੀ ਇੱਧਰ ਵੀ ਤੇ ਉੱਧਰਲੇ ਪੰਜਾਬੀ ਵੀ ਬਹੁਤ ਸਾਰਾ ਸਾਨੂੰ ਮੈਂ ਗੱਲਾਂ ਕਰਾਂਗਾ ਤੁਹਾਨੂੰ ਉਹਦੇ ਨਾਲ ਹਿਸਟੋਰੀਕਲ ਪਰਸਪੈਕਟਿਵ ਤੋਂ ਵੀ ਗੱਲਾਂ ਕਰਾਂਗੇ ਕੁਛ ਹਵਾਲਿਆਂ ਦੀ ਗੱਲ ਜਦੋਂ ਕਰਾਂਗੇ ਹਵਾਲਿਆਂ ਦੇ ਨਾਲ ਤਾਂ ਆਈ ਥਿੰਕ ਉੱਥੇ ਫਿਰ ਕੁਝ ਨਿਸ਼ਾਨਦੇਹੀਆਂ ਹੋਣਗੀਆਂ ਕਿ ਉਧਰੋਂ ਕਿੱਧਰੋਂ ਤੁਰਦੇ ਨੇ ਨਾਥ ਤੇ ਕਿਵੇਂ ਪੂਰੇ ਭਾਰਤ ਦਾ ਭ੍ਰਮਣ ਹੈ ਤੇ ਪੂਰੇ ਵਿਸ਼ਵ ਦਾ ਭ੍ਰਮਣ ਨਾਥ ਦਾ ਕਿਸ ਤਰੀਕੇ ਦਾ ਹੈ ਉਹਦੇ ਤੇ ਸਾਰੇ ਜਾਵਾਂਗੇ ਤਾਂ ਮੇਰੇ ਜੀਵਨ ਦੇ ਵਿੱਚ ਮੈਂ ਬਚਪਨ ਚ ਹੈ ਔਰ ਸਕੂਲੀ ਲਾਈਫ ਤੱਕ ਹੈ ਤਾਂ ਇੱਕ ਨਾਥ ਦਾ ਪ੍ਰਵੇਸ਼ ਹੈ ਉਹਦਾ ਨਾਂ ਸੰਤ ਲੋਕਾ ਦਾਸ ਹੈ ਬਿਲਕੁਲ ਜਿਵੇਂ ਮੈਂ ਸਿਰ ਮੁੰਡਵਾਇਆ ਹੋਇਆ ਇਸ ਤਰੀਕੇ ਦਾ ਉਹਨਾਂ ਦਾ ਉਹ ਨਾਥ ਦਾ ਸਿਰ ਔਰ ਮੇਰੇ ਨਾਲੋਂ ਤਕੜਾ ਸਿਰ ਔਰ ਕਾਲੀ ਘੋੜੀ ਤੇ ਉਹਨਾਂ ਆਉਣਾ ਔਰ ਲੰਗੋਟ ਧਾਰਨ ਕੀਤਾ ਹੁੰਦਾ ਸੀ ਨਰਸਿੰਘੇ ਵੱਜਦੇ ਆਉਣੇ ਔਰ ਬੈਰਾਗਣ ਉਹਨਾਂ ਦੇ ਕੋਲ ਸੀ ਗੁਥਲੀ ਕੋਲ ਹੋਣੀ ਔਰ
नाथ सिंह जी गले च होनी, और जो मैनू वो मेरे नक्शा उन्हां दा बनदा है, वो मेरे चाचा जी ने गुरु धारणा की हुई सी उन्हां दी, संत लौका दास जी उन्हां दी। और जदों उन्होंने आना साडे घरे उत्थे चाचा जी दे घरे, ਤਾਂ ਉਹਨਾਂ ਨੇ ਲੱਕੜ ਦੇ ਤਖਤ ਪੋਸ਼ ਤੇ ਬਹਿਣਾ, ਬਾਣ ਦੇ ਮੰਜੇ ਤੇ ਨਹੀਂ ਸੀ ਬਹਿੰਦੇ ਜਾਂ ਅਦਰਵਾਈਜ਼ ਕਿਸੇ ਹੋਰ ਚੀਜ਼ ਤੇ ਨਾ ਸੀ ਬਹਿੰਦੇ। ਤਾਂ ਫਿਰ ਤੂੰ ਕਈ ਵਾਰ ਜੋ ਜੋ ਕੁਛ ਰਿਚੁਅਲਸ, ਜੋ ਕੁਛ ਮਾਨਤਾਵਾਂ, ਜੋ ਕੁਛ ਹਵਨ ਯੱਗ ਹੁੰਦੇ ਸੀ, ਤਾਂ ਫਿਰ ਧੂਣਾ ਜਾਗਰਿਤ ਕਰਨਾ, ਕਿ ਧੂਣਾ ਜਾਗਰਿਤ ਹੈ। ਹੁਣ ਮੈਂ ਧੂਣੇ ਨੂੰ ਤਖਾਉਣਾ, ਤਪਾਉਣਾ, ਜਲਾਉਣਾ, ਜੋ ਵੀ ਸ਼ਬਦ ਵਰਤ ਸਕਦੇ ਆ, ਪਰ ਨਾਚ ਟ੍ਰੈਡੀਸ਼ਨ ਉਹ ਜਿਹੜੀ ਮੈਂ ਜੇ ਹੁਣ ਉਹਨੂੰ ਰੀਕਾਲ ਕਰ ਰਹੇ ਆ, ਤਾਂ ਉਹ ਕਹਿੰਦੇ ਸੀ ਕਿ ਧੂਣਾ ਜਾਗਰਿਤ ਕੀਤਾ ਜਾਵੇ। ਤਾਂ ਮੈਂ ਹੁਣ ਇਸ ਟਾਈਮ ਵੀ ਜਿਸ ਵੇਲੇ ਤੌਹੀਦ ਹੋਰਾਂ ਨਾਲ ਮੇਰੀ ਗੱਲ ਹੋਈ, ਤਾਂ ਮੈਂ ਇਹ ਵੀ ਦੇਖਦਾ ਸੀ ਕਿ ਯਾਰ ਇਸ ਧੂਣੇ ਦਾ ਕਨਸੈਪਟ ਜਿਹੜਾ ਹੈ, ਇਹਦਾ ਅਗਨ ਨਾਲ ਬਹੁਤਾ ਕਨਸੈਪਟ ਨਹੀਂ ਹੈ, ਇਹਦਾ ਕਨਸੈਪਟ ਸੰਵਾਦ ਨਾਲ ਹੈ। ਕਿਉਂਕਿ ਜਾਗਰਿਤ ਕਰਨਾ ਜਿਸ ਵੇਲੇ ਹੈ ਨਾ, ਤੇ ਫਿਰ ਉਹ ਜਗਾਉਂਦੇ ਆ। ਮੈਨੂੰ ਇੱਕ ਸੰਤ ਸੀ ਉਦਾਸੀ ਸੰਪਰਦਾਇ ਚੋਂ, ਸੰਤ ਸਤਨਾਮ ਸਿੰਘ, ਚੜਾਈ ਕਰ ਗਏ ਉਹ, ਬੜੇ ਵੱਡੇ ਸ਼ਾਸਤਰੀ ਸੰਗੀਤ ਦੇ ਮਾਹਿਰ ਸੰਤ ਸਨ। ਤੇ ਉਹ ਦੱਸਦੇ ਸਨ, ਕਿਉਂਕਿ ਉਹਨਾਂ ਨੇ ਸੰਤਾਂ ਜਾਂ ਨਾਥਾਂ ਡੇਰੇਦਾਰਾਂ ਜਿਹੜੇ ਸੱਚੀ ਮੁੱਚੀ ਅਜੇ ਵੀ ਹੈਗੇ ਨੇ। ਵੈਸੇ ਡੇਰਾਵਾਦ ਬਹੁਤ ਸਾਡੇ ਕੰਟਰੋਵਰਸ਼ੀਅਲ ਜੀ ਹੋ ਗਈ ਗੱਲ, ਮੈਂ ਉਹਦੇ ਤੇ ਨਹੀਂ ਜਾਂਦਾ, ਬਟ ਜਿਹੜੇ ਸੱਚੀ ਹੋਏ ਕੁਛ ਗਿਆਨ ਨਾਲ ਜੁੜੇ ਹੋਏ ਸੰਤ ਲੋਕ ਸੀਗੇ, ਤਾਂ ਉਹਨਾਂ ਦੀ ਉਹ ਗੱਲ ਦੱਸਦੇ ਸੀ। ਉਹ ਕਹਿੰਦੇ ਉਹ ਤੁਹਾਨੂੰ ਸਤਿ ਸ੍ਰੀ ਅਕਾਲ, ਰਾਮ ਰਾਮ ਜਾਂ ਕੋਈ ਇਸ ਤਰੀਕੇ ਦੀ ਵਿਸ਼ ਨਾ ਸੀ ਕਰਦੇ, ਉਹ ਤੁਹਾਨੂੰ ਕੋਈ ਸਵਾਲ ਸਿੱਟਦੇ ਸੀਗੇ, ਜਾਂਦਿਆਂ ਨੇ ਸਿਧਾਂਤ ਸਿੱਟ ਦੇਣਾ, ਔਰ ਸਾਰੀ ਸਾਰੀ ਰਾਤ ਫਿਰ ਉਸ ਸਿਧਾਂਤ ਦੇ ਉੱਤੇ ਹੀ ਜਿਹੜੀ ਹੈ ਚਰਚਾ ਹੋਣੀ। ਸੋ ਮੇਰੇ ਖਿਆਲ ਦੇ ਨਾਲ ਉਹ ਜਿਹੜਾ ਧੂਣਾ ਜਾਗਰਿਤ ਕਰਦੇ ਸਨ ਸਾਧੂ ਲੋਕ, ਨਾਥ ਲੋਕ ਪਾਰਟਿਕੂਲਰਲੀ, ਤਾਂ ਮੈਨੂੰ ਹੋਰ ਯਾਦ ਹੈ ਬਚਪਨ ਦਾ ਕਿ ਸਾਡੇ ਮੜੁੱਲੀ ਬ੍ਰਾਹਮਣਾਂ ਦੀ ਇੱਕ ਪਿੰਡ ਹੈ, ਆਈ ਥਿੰਕ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਪੈਂਦਾ ਹੈ ਉਹ। ਤਾਂ ਉੱਥੋਂ ਸਾਡੇ ਪਿੰਡ ਨਾਥ ਆਉਂਦੇ ਸੀ, ਉਹਨਾਂ ਨੂੰ ਕੜਿਆਂ ਵਾਲੇ ਸੰਤ ਕਹਿੰਦੇ ਸੀ। ਜੜਾਵਾਂ ਹੁੰਦੀਆਂ ਸੀ, ਉਹ ਵੀ ਲੰਗੋਟ ਧਾਰਨ ਕਰਦੇ ਸੀ, ਝੱਗੀ ਪਾਉਂਦੇ ਸੀ, ਬਟ ਉਹਦੀ ਝੱਗੀ ਦੀ ਇੱਕ ਬਾਂਹ ਪਾਉਣੀ, ਉਹਦੀ ਦੂਜੀ ਬਾਂਹ ਨਾ ਸੀ ਪਾਉਂਦੇ, ਯਾਨੀ ਵਸਤਰ ਦੇ ਰੂਪ ਦੇ ਵਿੱਚ, ਔਰ ਕੜਿਆਂ ਨਾਲ ਉਹਨਾਂ ਦੀਆਂ ਬਾਹਾਂ ਭਰੀਆਂ ਹੁੰਦੀਆਂ ਸੀਗੀਆਂ। ਉਹਨੂੰ ਕੜਿਆਂ ਵਾਲੇ ਸੰਤ ਵੀ ਕਹਿੰਦੇ ਸੀ। ਪ੍ਰਾਣਨਾਥ ਸੀ ਉਹਨਾਂ ਦਾ ਨਾਮ। ਮੈਂ ਬਚਪਨ ਦੇ ਵਿੱਚ ਉਹਨਾਂ ਸਾਧੂਆਂ ਨੂੰ ਵੀ ਦੇਖਿਆ, ਜੜਾਵਾਂ ਉਹਨਾਂ ਦੇ ਬਹੁਤ ਵੱਡੀਆਂ ਸੀਗੀਆਂ। ਉਹਨਾਂ ਨੇ ਵੀ ਧੂਣਾ ਜਾਗਰਿਤ ਕਰਨਾ, ਧੂਣਾ ਤਾਉਣਾ, 1.5 ਮਹੀਨਾ, 40 ਦਿਨ ਜਿਵੇਂ ਚਿਲਾ ਕੱਟਦੇ ਨੇ, ਉਸ ਤਰੀਕੇ ਦੇ ਨਾਲ। ਤਾਂ ਮੈਨੂੰ ਲੱਗਦਾ ਕਿ ਇਹ ਸਾਰੇ ਬਚਪਨ ਦੇ ਵਿੱਚ, ਜੇ ਅਸੀਂ ਇਹਨੂੰ ਗੱਲ ਅਕਾਦਮਿਕ ਗੱਲ ਕਰਨੀ ਹੋਵੇ, ਤਾਂ ਮੈਂ ਉਹਨਾਂ ਦੇ ਭੇਖ, ਉਹਨਾਂ ਦੀਆਂ ਧਾਰਨਾਵਾਂ, ਜਾਂ ਉਹ ਜਿਵੇਂ ਸਿੰਘੀ ਪਾਈ ਹੋਈ ਹੈ, ਲੰਗੋਟ ਧਾਰਨ ਕੀਤਾ ਹੋਇਆ, ਬੈਰਾਗਣ ਰੱਖੀ ਹੋਈ ਹੈ ਨਾ, ਤਖਤ ਪੋਸ਼ ਤੇ ਬੈਠ ਰਹੇ ਨੇ, ਜੜਾਵਾਂ ਨੇ, ਔਰ ਕਪੜਾ ਨਹੀਂ ਪਹਿਨਣਾ, ਵਿਭੂਤੀ ਰਮਾਈ ਹੋਈ ਹੈ, ਤਿਲਕ ਲਾਇਆ ਹੋਇਆ ਕਿਸ ਤਰੀਕੇ ਦਾ। ਸੋ ਉਹ ਸਾਰਾ ਇੱਕ ਅਸੀਂ ਨਾਥਾਂ ਦੇ ਉਸ ਭੇਖ ਨੂੰ ਦੇਖ ਸਕਦੇ ਹਾਂ, ਕਿ ਉਹਨੂੰ ਕੈਟੇਗਰਾਈਜ਼ ਕਰ ਸਕਦੇ ਹਾਂ ਕਿ ਬਾਕੀਆਂ ਨਾਲੋਂ ਕਿਸ ਤਰੀਕੇ ਦੇ ਨਾਲ ਉਹ ਵੱਖ ਸੀਗੇ। ਸੋ ਇਹ ਬਚਪਨ ਚ ਨਾਚ ਜਿਹੜੇ ਨੇ ਉਹ ਮੇਰੇ ਨਾਲ ਚੱਲਣੇ ਸ਼ੁਰੂ ਹੋ ਜਾਂਦੇ ਨੇ। ਸੈਕੰਡ, ਮੇਰੇ ਪਿਤਾ ਜੀ ਨਿਰੰਜਨ ਦਾਸ ਉਹਨਾਂ ਦਾ ਨਾਮ ਸੀ, ਔਰ ਮੈਨੂੰ ਨਹੀਂ ਪਤਾ, ਮੈਂ ਜਿਹੜੀ ਕਲਚਰਲੀ ਗੱਲ ਕਰ ਰਿਹਾ ਸੀਗਾ, ਤਾਂ ਕਲਚਰਲੀ ਗੱਲ ਇਹ ਹੈ ਕਿ ਮੇਰੇ ਪਿਤਾ ਦਾ ਨਾਮ ਨਿਰੰਜਨ ਕਿਵੇਂ ਹੋ ਗਿਆ, ਮੇਰੀ ਵੱਡੀ ਸਿਸਟਰ ਦਾ ਨਾਮ ਸਿਮਰੋ ਕਿਵੇਂ ਹੋ ਗਿਆ, ਜਾਂ ਮੇਰੀ ਛੋਟੀ ਸਿਸਟਰ ਦਾ ਨਾਮ ਕ੍ਰਿਸ਼ਨਾ ਕਿਵੇਂ ਹੋ ਗਿਆ, ਜਾਂ ਮੇਰੇ ਵੱਡੇ ਬ੍ਰਦਰ ਦਾ ਨਾਮ ਸਤਨਾਮ ਕਿਵੇਂ ਹੋ ਗਿਆ। ਯਾਨੀ ਇਹ ਸਾਰੇ ਸ਼ਬਦ ਜਿਹੜੇ ਨੇ, ਮੈਂ ਤੇ ਸਟੱਡੀ ਕਰ ਰਿਹਾ, ਤਾਂ ਇਹ ਨਿਰਗੁਣ ਪਰੰਪਰਾ ਦੇ ਸ਼ਬਦ ਨੇ। ਮੈਂ ਜਿਸ ਵੇਲੇ ਇਸ ਸੀਰੀਜ਼ ਦੇ ਇਸ ਲੈਕਚਰ ਦਾ ਟਾਈਟਲ ਸੰਬੋਧਨ ਦੱਸਿਆ ਸੀ ਤੌਹੀਦ ਜੀ ਨੂੰ, ਤਾਂ ਮੈਂ ਕਿਹਾ ਕਿ ਮੇਰੇ ਕੋਲ ਬੁੱਧ ਸਿੱਧਾ ਨਾਥਾਂ ਜੋਗੀਆਂ ਦੇ ਰਾਹੀਂ, ਥਰੂ these people, ਉਹ ਆਉਂਦੇ ਨੇ। ਬੁੱਧ ਮੇਰੇ ਕੋਲ ਸਿੱਧਾ ਨਹੀਂ ਆਉਂਦਾ, ਬੁੱਧ ਮੇਰੇ ਕੋਲ ਇਹਨਾਂ ਦੇ ਥਰੂ ਆਉਂਦੇ ਨੇ।
ਤੇ ਮੈਂ ਇਹਨਾਂ ਦੇ ਰਾਹੀਂ ਫਿਰ ਸਤਿਗੁਰ ਕਬੀਰ ਕੋਲ ਜਾਣੀ ਜਾਂ ਉਸ ਸਾਰੀ ਨਿਰਗੁਣ ਪਰੰਪਰਾ ਦੀ ਦੀ ਬਾਣੀ ਸਤਿਗੁਰ ਕਬੀਰ ਨੇ, ਸਤਿਗੁਰ ਨਾਮਦੇਵ ਨੇ, ਸਤਿਗੁਰ ਰੈਦਾਸ ਨੇ, ਬੇੜੀ ਨੇ, ਪੀਪਾ ਨੇ, ਸਦਨਾ ਨੇ, all it belongs to the artisan ਸ਼੍ਰੇਣੀਜ਼। ਔਰ ਉਸ ਪੀਰੀਅਡ ਦਾ ਇੱਕ ਰਿਨਾਂਸਾ ਜਿਹਨੂੰ ਤੁਸੀਂ ਕਹਿੰਦੇ ਹੋ ਜੇ ਵੈਸਟ ਦੇ ਵਿੱਚ, ਤਾਂ ਮੈਂ ਇੱਥੇ ਦੇਖਦਾ ਕਿ ਉਸ ਤੋਂ ਵੀ ਵੱਡਾ ਇੱਕ ਜਾਗਰਤੀ ਦਾ ਤੁਹਾਡੇ ਕੋਲ ਜਿਹੜਾ ਹੈ ਉਹ ਪੀਰੀਅਡ ਹੈ ਸਾਡੇ ਕੋਲ। ਔਰ ਉਹ ਨਿਰਗੁਣ ਸਰਗੁਣ ਦੀ ਜੋ ਡਾਇਲੈਕਟਸ ਹੈ, ਜੋ ਡਾਇਲੌਗ ਹੈ, ਜੋ ਸੰਵਾਦ ਹੈ, ਤਾਂ ਇਹ ਸਾਰੇ ਸ਼ਬਦ ਨਿਰੰਜਨ, ਸਿਮਰੋ, ਕ੍ਰਿਸ਼ਨ, ਸਤਨਾਮ, ਇਹ ਸਾਰੇ ਸ਼ਬਦ ਜਿਹੜੇ ਨੇ ਉਸ ਨਿਰਗੁਣ ਟ੍ਰੈਡੀਸ਼ਨ ਚੋਂ ਮੇਰੇ ਪਰਿਵਾਰ ਚ ਆ ਰਹੇ ਨੇ। ਸੋ ਕੌਨਸ਼ੀਅਸਲੀ ਅਨਕੌਨਸ਼ੀਅਸਲੀ ਅਸੀਂ ਥਰੂ ਥੀਸ ਇਹ ਕਲਚਰਲ ਬਿਹੇਵੀਅਰ ਨਾਮ ਰੱਖਣਾ, ਉਹਦੇ ਥਰੂ ਵੀ ਅਸੀਂ ਇੱਕ ਟ੍ਰੈਡੀਸ਼ਨ ਦੀ ਟਰੈਵਲ ਜਿਹੜੀ ਹੈ, ਜਾਂ ਮੈਂ ਆਪਣੀ ਬੇਟੀ ਦਾ ਨਾਂ ਸ਼ਿਵਾਲਿਕਾ ਕਿਉਂ ਰੱਖਦਾ ਹਾਂ, ਸੋ ਮੈਂ ਉਸ ਵੇਲੇ ਤੱਕ ਕੌਨਸ਼ੀਅਸ ਹਾਂ, ਬਟ ਮੇਰੇ ਖਿਆਲ ਦੇ ਨਾਲ ਇਹ ਲੋਕ ਵੀ ਕਿਤੇ ਨਾ ਕਿਤੇ ਕੌਨਸ਼ੀਅਸ ਹੋਣਗੇ ਕਿ ਅਸੀਂ ਕਿਸ ਟ੍ਰੈਡੀਸ਼ਨ ਦੇ ਵਿੱਚੋਂ ਆਪਣੇ ਨਾਮਕਰਨ ਜਿਹੜੇ ਆ ਉਹ ਕਰਨੇ ਹੈਗੇ ਆ। ਸੋ ਉਹ ਉਸ ਟ੍ਰੈਡੀਸ਼ਨ ਦੀ ਗੱਲ ਜਿਹੜੀ ਕੀਤੀ ਜਾ ਸਕਦੀ। ਔਰ ਇਹ ਨਿਰਗੁਣ ਟ੍ਰੈਡੀਸ਼ਨ ਜਿਹੜੀ ਹੈ ਇਹ ਸਿੱਧਾ ਨਾਥਾਂ ਤੋਂ ਨਿਰਗੁਣ ਹੋ ਗਿਆ। ਸੌਰੀ ਟਰਬਲ ਜੀ ਆਈ ਸੀ ਕੋਈ, ਠੀਕ ਹੈ। ਨਿਰੰਜਨ ਸ਼ਬਦ ਜਿਹੜਾ ਹੈ ਉਹ ਗੋਰਖਨਾਥ ਤੋਂ ਸਾਡੇ ਕੋਲ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰ ਉਹਦੀ ਜੇ ਭਾਵ ਨੂੰ ਲੈਣਾ ਹੋਵੇ, ਨਿਰਅੰਜਨ ਦੇ ਭਾਵ ਨੂੰ ਲੈਣਾ ਹੈ, ਮੈਂ ਫਿਰ ਗੱਲ ਕਰਾਂਗਾ, ਪਰ ਮੈਂ ਇੱਥੇ ਜ਼ਰੂਰੀ ਹੈ ਇੱਕ, ਕਿਉਂਕਿ ਜਿਸ ਵੇਲੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨਾ ਅੰਜਨ ਮਾਹੈ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ, ਤਾਂ ਸਾਡੇ ਬਹੁਤ ਇਹ ਕੰਟਰੋਵਰਸੀ ਰਹੀ। ਮੈਂ ਉਹਨੂੰ ਅਨਪੜ੍ਹਤਾ ਕਹਿਣਾ ਹੁੰਦਾ ਹੈ ਕਿ ਤੁਸੀਂ ਜਦ ਤੱਕ ਤੁਹਾਨੂੰ ਪੂਰਾ ਜਿਹੜਾ ਥੋੜਾ ਗਿਆਨ ਦੀ ਗੱਲ ਹੈ, ਥੋੜੀ ਜਾਣਕਾਰੀਆਂ ਦੀ ਗੱਲ ਹੈ, ਤਾਂ ਤੁਸੀਂ ਇਸ ਗੱਲ ਦੇ ਉੱਤੇ ਫਿਰ ਜੇ ਕੋਈ ਕੰਟਰੋਵਰਸੀ ਸ਼ੁਰੂ ਕਰਦੇ ਆ ਤਾਂ ਉਹਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ, ਬੇਮਾਇਨਾ ਹੁੰਦੀ ਨੇ। ਇਸ ਵੇਲੇ ਗੁਰੂ ਨਾਨਕ ਦੇਵ ਜੀ ਸਿੱਧ ਗੋਸ਼ਟ ਦੀ ਬਾਣੀ ਦੀ ਰਚਨਾ ਕਰ ਰਹੇ ਨੇ, ਡਿਬੇਟ ਚ ਨੇ, ਡਾਇਲੌਗ ਚ ਨੇ, ਸੰਵਾਦ ਚ ਨੇ, ਤਾਂ ਉਹ ਉਹਨਾਂ ਦਾ ਮਤਲਬ ਉਹ ਬਿਲਕੁਲ ਨਹੀਂ ਆ ਕਿ ਉਸ ਟ੍ਰੈਡੀਸ਼ਨ ਨੂੰ ਉਹਨਾਂ ਨੇ ਕਾਟਾ ਮਾਰ ਦਿੱਤਾ, ਕਾਟਾ ਨਹੀਂ ਮਾਰਦੇ। ਜਿਸ ਵੇਲੇ ਉਹ ਸਾਰੀ ਉਹ ਕਿਉਂਕਿ ਗੁਰੂ ਨਾਨਕ ਦੇਵ ਤੱਕ ਪਹੁੰਚਦੇ ਇਹਨਾਂ ਸਿੱਧਾਂ ਦੀ ਜਿਹੜੀ ਜਮਾਤ ਹੈ, ਜਿਹਨੂੰ ਆਪਾਂ ਕਹਾਂਗੇ ਸਿੱਧ ਸੰਘ ਹੈ, ਸਿੱਧ ਜਮਾਤ ਹੈ, ਤੇ ਸਿੱਧ ਲੋਕ ਨੇ, ਉਹ ਇਕੱਠੇ ਵਿਚਰਦੇ ਨੇ, ਤਾਂ ਉਹ ਉੱਥੇ ਆਣ ਕੇ ਕਿਸੇ ਵੀ ਟ੍ਰੈਡੀਸ਼ਨਸ ਦੇ ਵਿੱਚ ਆਣ ਕੇ ਮੁੜ ਕੇ ਘਾਟਾਂ ਵੀ ਆ ਜਾਂਦੀਆਂ ਨੇ, ਰਿਚੁਅਲਸ ਜ਼ਿਆਦਾ ਪੈ ਜਾਂਦੇ ਨੇ, ਕਮਜ਼ੋਰੀਆਂ ਆ ਜਾਂਦੀਆਂ, ਆਪਣੇ ਸਿਧਾਂਤ ਤੋਂ ਥਿੜਕ ਜਾਂਦੇ ਨੇ। ਸੋ ਇੱਕ ਅਸੀਂ 9ਵੀਂ ਸਦੀ ਤੋਂ ਸ਼ੁਰੂ ਮੰਨਦੇ ਹਾਂ ਜੇ ਸਾਡੇ ਹਿਸਟੋਰੀਅਨ, ਪਰ ਗੁਰੂ ਨਾਨਕ ਦੇਵ ਤੱਕ ਆਉਂਦੇ ਆ ਜਿਹੜੇ ਉਹ ਸਾਰੇ ਸਾਲ ਨੇ, ਜਿਹੜੇ ਕਿੰਨਾ ਪੀਰੀਅਡ, ਇੱਕ ਲੰਬਾ ਪੀਰੀਅਡ ਹੈ ਇਸ ਟ੍ਰੈਡੀਸ਼ਨ ਦਾ। ਸੋ ਉਹ ਜੇ ਛੱਡ ਗਏ ਨੇ ਤਾਂ ਉਹ ਸਵਾਲ ਸਿੱਧ ਗੋਸ਼ਟ ਇਹ ਹੈ ਕਿ ਭਾਈ ਤੁਸੀਂ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਲੈ ਲਈਆਂ, ਇਹ ਸਿੱਧਾਂ ਦੀਆਂ ਨਾਥਾਂ ਦੀਆਂ ਚੀਜ਼ਾਂ ਨਹੀਂ ਆ, ਨਾਥਾਂ ਦੀਆਂ ਆ ਅੰਜਨ ਮਾਹੇ ਨਿਰੰਜਨ ਰਹੀਏ। ਤੋ ਅੰਜਨ ਮਾਹੇ ਨਿਰੰਜਨ ਦਾ ਥਾਟ ਜਿਹੜਾ ਹੈ ਉਹ ਗੋਰਖ ਦਾ ਹੈ। ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਸ ਬਹੁਤ ਵੱਡਾ ਸਿਧਾਂਤਿਕ ਸ਼ਬਦ ਹੈ ਨਿਰਅੰਜਨ। ਨੇਚਰ ਦੀ ਡਾਇਲੈਕਟਸ ਦੀ ਸਟੱਡੀ ਜਿਹੜਾ ਕਰਦੇ ਨੇ, ਇਹਦੇ ਤੇ ਆਪਾਂ ਗੱਲ ਕਰਾਂਗੇ ਵੀ, ਬਟ ਮੈਂ ਕਹਿ ਰਿਹਾ ਕਿ ਉਹ ਸ਼ਬਦ ਤੁਸੀਂ ਦੇਖੋ, ਇੱਕ ਕੇਸ, ਇੱਕ ਗਰੀਬ ਪਰਿਵਾਰ, ਇੱਕ ਪੇਂਡੂ ਪਰਿਵਾਰ, ਇੱਕ ਉਹਨਾਂ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਕੋਈ ਵਿਸ਼ੇਸ਼ ਥਾਂ ਵੀ ਨਹੀਂ ਦਿੱਤੀ ਜਾਂਦੀ, ਉਹ ਵੀ ਬੁੱਧਿਸਟ ਫਿਲਾਸਫੀ ਦੀ ਟ੍ਰੈਡੀਸ਼ਨ ਨੂੰ ਜ਼ਿੰਦਾ ਰੱਖ ਰਹੇ ਨੇ ਸਿਰਫ ਆਪਣੇ ਨਾਮਕਰਨ ਦੇ ਨਾਲ। ਉਹ ਮੇਰੇ ਪਿਤਾ ਜੀ ਉਹਨਾਂ ਨੇ ਉਹ ਫਾਰਮਲੀ ਨਹੀਂ ਸੀ ਪੜ੍ਹੇ ਹੋਏ, ਬਟ ਉਹਨਾਂ ਨੂੰ ਕਿੱਸੇ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹਨਾਂ ਨੇ ਮੈਨੂੰ ਦੱਸਿਆ, ਮੈਂ ਹੈਰਾਨ ਵੀ ਰਹਿ ਗਿਆ ਐਸੇ ਲੋਕਾਂ ਦੀ, ਉਹਨਾਂ ਦੀ ਮਿਹਨਤ, ਉਹਨਾਂ ਦੀ ਲਗਨ ਕੈਸੀ ਸੀ। ਕਹਿੰਦੇ ਕਿ ਮੈਂ ਆਪਣੇ ਨਾਨਕੇ ਪਿੰਡ ਗਏ ਹੋਣੇ, ਉਹਨਾਂ ਦਾ ਨਾਨਕਾ ਪਿੰਡ
ਜਲੰਧਰ ਤੋਂ ਕੋਈ 20-25 ਕਿਲੋਮੀਟਰ ਈਸ਼ਰਵਾਲ ਨੌਲੀ ਹੈ। ਉੱਥੇ ਕੋਈ ਬਜ਼ੁਰਗ ਕਿੱਸਾ ਗਾ ਕੇ ਪੜ੍ਹਦਾ ਸੀ, ਗਾ ਕੇ ਕਿਸੇ ਪੜ੍ਹਦੇ ਸੀਗੇ, ਪਿੰਡਾਂ ਦੇ ਵਿੱਚ ਲੋਕਾਂ ਨੇ ਇਕੱਠੇ ਹੋ ਜਾਣਾ ਔਰ ਉਹਨਾਂ ਨੇ ਕਿੱਸਾ ਗਾ ਪੜ੍ਹਨਾ। ਤਾਂ ਉਹ ਆਂਦੇ ਕਿ ਮੈਂ ਉੱਥੇ ਕਿੱਸਾ ਸੁਣਿਆ ਤੇ ਮੇਰੇ ਮਨ ਚ ਆਇਆ ਕਿ ਮੈਂ ਗੁਰਮੁਖੀ ਸਿੱਖਣੀ ਹੈ। ਤਾਂ ਫਿਰ ਮੈਂ, ਉਹ ਆਂਦੇ ਕਿ ਮੈਂ ਸੁਆਹ ਖਿਲਾਰ ਲਈ ਥੱਲੇ, ਕਿਉਂਕਿ ਕੋਈ ਸਾਧਨ ਨਹੀਂ ਹੈ ਨਾ, ਸੁਆਹ ਖਿਲਾਰ ਲਈ ਥੱਲੇ, ਉਹਦੇ ਉੱਤੇ ਐੜਾ ਮੁਕਤਾ ਕੰਨਾਈ ਸਿਆਰੀ ਬਿਹਾਰੀ ਉਹ ਪੜੂ ਕਲੈਂਕੇ ਲਾਵਾਂ ਐਦ ਲਾਵਾਂ ਕਰਨਾ ਗੁੱਟੀਆਂ ਬਿੰਤੀ। ਤਾਂ ਉਹ ਕਹਿੰਦੇ ਮੈਂ ਸਹੁੰ ਖਾ ਲਈ ਕਿ ਮੈਂ ਜਦ ਤੱਕ ਗੁਰਮੁਖੀ ਨਹੀਂ ਸਿੱਖ ਲੈਂਦਾ ਮੈਂ ਰੋਟੀ ਨਹੀਂ ਖਾਣੀ। ਗੁਰਮੁਖੀ ਸਿੱਖੀ, ਫਿਰ ਕਿੱਸਾ ਪੜ੍ਹਨਾ ਸਿੱਖਿਆ, ਫਿਰ ਕਿੱਸਾ ਗਾਉਣਾ ਸਿੱਖਿਆ, ਕਵਿਤ ਕਿੱਦਾਂ ਗਾਉਣੀ ਹੈ, ਕੋਰੜਾ ਛੰਦ ਕਿੱਦਾਂ ਗਾਉਣਾ ਹੈ, ਦੋਹਰਾ ਕਿੱਦਾਂ ਗਾਉਣਾ ਹੈ, ਜਾਂ ਹੋਰ ਛੰਦ ਜਿੰਨੇ ਵੀ ਸੀਗੇ ਉਹ ਸਾਰੇ ਦੇ ਸਾਰੇ ਛੰਦ ਕਿਵੇਂ ਗਾਉਣੇ ਆ। ਔਰ ਉਹ ਫਿਰ ਕੜੀ ਮਿਹਨਤ ਦੇ ਬਾਵਜੂਦ, ਇੱਕ ਕਾਰਖਾਨੇ ਚ ਢਲਾਈ ਦਾ ਕੰਮ ਹੋਣ ਦੇ ਬਾਵਜੂਦ ਉਹ ਫਿਰ ਸ਼ਾਮ ਨੂੰ ਆਉਂਦੇ ਸੀ। ਮੈਨੂੰ ਇਹ ਵੀ ਯਾਦ ਹੈ, ਸਾਡੇ ਲਾਈਟ ਵੀ ਨਹੀਂ ਸੀ ਲੱਗੀ, ਤਵਾਕੜੀ ਹੁੰਦੀ ਸੀ ਲੱਕੜ ਦੀ ਤੇ ਉਹਦੇ ਉੱਤੇ ਮਿੱਟੀ ਦੇ ਤੇਲ ਦਾ ਦੀਵਾ ਜਗਣਾ। ਤਾਂ ਉਹਨਾਂ ਨੇ ਫਿਰ ਉਸ ਦੀਵੇ ਦੀ ਲੋਚ ਘੇ ਸ਼ੱਕਰ ਰਲਾ ਕੇ ਖਾ ਕੇ ਤੇ ਗਾ ਕੇ ਫਿਰ ਸਾਨੂੰ ਪੜ੍ਹਨਾ। ਤਾਂ ਫਿਰ ਸੈਕੰਡ ਟਰਮ ਜਿਹੜੀ ਨਾਥਾਂ ਨਾਲ ਮੇਰੀ ਮੁਲਾਕਾਤ ਦੀ ਹੈ ਉਹ ਫਿਰ ਕਿੱਸਾ ਕਾਵ ਦੇ ਥਰੂ ਹੈ। ਮਸਲਨ ਪਿਤਾ ਜੀ ਨੇ ਗੋਪੀ ਚੰਦ ਦਾ ਕਿੱਸਾ ਪੜ੍ਹਨਾ। ਗੋਪੀ ਚੰਦ ਨਾਥ ਹੋਏ ਨੇ, ਰਾਜਾ ਸੀ, ਮੈਨਾਵੰਤੀ ਉਹਨਾਂ ਦੀ ਮਾਤਾ ਸੀ, ਔਰ ਉਹ ਖੁਦ ਸ਼ਾਇਰ ਸਨ। ਮੈਨੂੰ ਲੱਗਦਾ ਉਹ ਸਿੱਧ ਪਰੰਪਰਾ ਦੇ ਵਿੱਚੋਂ ਹੀ ਸ਼ਾਇਰ ਸਨ। ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਬੰਦ ਮਿਲ ਜਾਂਦੇ ਨੇ ਸਾਨੂੰ ਬਹੁਤ ਸਾਰੇ ਪੜ੍ਹਨ ਨੂੰ, ਉਹਨਾਂ ਦੇ ਮਾਤਾ ਜੀ ਦੇ, ਮੈਨਾਵੰਤੀ ਦੇ। ਔਰ ਫਿਰ ਕਿਵੇਂ ਉਹ ਵਿਆਹੇ ਵਰੇ ਰਾਜ ਕਰਦੇ ਗੋਪੀ ਚੰਦ ਨੂੰ ਕਿੱਦਾਂ ਵੈਰਾਗ ਚ ਲੈ ਕੇ ਜਾਂਦੇ ਨੇ, ਕਿਵੇਂ ਆਪਣੇ ਉਹਦੇ ਗੋਪੀ ਚੰਦ ਦੇ ਮਾਮੇ ਦੇ ਹਵਾਲੇ ਦੇ ਨਾਲ ਉਹਨਾਂ ਨੂੰ ਉਸ ਸਾਰੀ ਗ੍ਰਹਿਸਤੀ ਦੇ ਵਿੱਚੋਂ, ਉਹ ਸਾਰੀ ਦੁਨੀਆਦਾਰੀ ਦੇ ਵਿੱਚੋਂ ਕੱਢਦੇ ਨੇ। ਔਰ ਉਹ ਜਿਹੜੇ ਹਵਾਲੇ ਨੇ ਔਰ ਉਹ ਜਿਹੜਾ ਕਿੱਸਾ ਹੈ ਔਰ ਉਸ ਮਾਤਾ ਦਾ ਜਿਹੜਾ ਭੂਮਿਕਾ ਹੈ ਇਸ ਮਾਮਲੇ ਦੇ ਵਿੱਚ, ਉਹਨਾਂ ਨੂੰ ਜੋਗ ਨਾਥ ਦੇ, ਫਿਰ ਉਹ ਕਿਸ ਤਰੀਕੇ ਦੇ ਨਾਲ ਜਲੰਧਰੀ ਨਾਥ ਦੇ ਸ਼ਿਸ਼ ਬਣਦੇ ਨੇ। ਔਰ ਉਹਨਾਂ ਦੀ ਪੋਇਟਰੀ ਜਿਹੜੀ ਹੈ, ਔਰ ਉਸ ਪੋਇਟਰੀ ਦੇ ਵਿੱਚ ਇੱਕ ਸ਼ਬਦ ਉਹ ਵੀ ਹੈ ਜਿਸ ਵੇਲੇ ਉਹ ਪੂਰੇ ਦਾ ਪੂਰਾ ਬਿਆਨ ਕਰਦੇ ਨੇ ਕਿ ਕਿਵੇਂ ਮੇਰਾ ਮਨ ਅਜੇ ਉਸ ਪਾਸੇ ਨੂੰ ਤੁਰਦਾ ਨਹੀਂ ਆ, ਤੇ ਮਾਂ ਫਿਰ ਮੈਨੂੰ ਕਿਹੜੀਆਂ ਕਿਹੜੀਆਂ ਉਦਾਹਰਨਾਂ ਦੇ ਨਾਲ ਕਿਹੜੇ ਕਿਹੜੇ ਸਾਰੇ ਦੇ ਸਾਰਾ ਉਹ ਇੱਕ ਯੋਗ ਦੀ ਪੂਰੀ ਉਸ ਪਰੰਪਰਾ, ਉਸ ਅਵਸਥਾ ਔਰ ਉਸ ਧਰਾਤਲ ਤੇ ਵਿਚਰਨ ਦੀਆਂ ਜੋ ਉਦਾਹਰਨਾਂ ਦਿੰਦੇ ਨੇ। ਤਾਂ ਉਸ ਤੋਂ ਬਾਅਦ ਫਿਰ ਉਹ ਗੋਪੀ ਚੰਦ ਯੋਗ ਲੈਂਦੇ ਨੇ, ਤਿਆਗਦੇ ਨੇ ਰਾਜ ਭਾਗ। ਔਰ ਮਾਈ ਗॉड ਐਸਾ ਉਹ ਕਿੱਸਾ ਹੁੰਦਾ ਸੀ, ਰੋਂਗਟੇ ਖੜੇ ਕਰਦੇ ਨੇ। ਮੇਰੇ ਖਿਆਲ ਦੇ ਨਾਲ ਮੈਂ ਇੱਕ ਵਾਰ ਕਾਲਜ ਟਾਈਮ ਭਗਵੇਂ ਕੱਪੜੇ ਪਾ ਲਏ ਔਰ ਰੁਦਰਾਕਸ਼ ਦੀ ਮਾਲਾ ਪਾ ਲਈ, ਲੱਕੜ ਦੀਆਂ ਖੜਾਵਾਂ ਵੀ ਪਾ ਲਈਆਂ। ਪਤਾ ਨਹੀਂ ਉਹ ਪਖੰਡ ਸੀ ਜਾਂ ਕਿਤੇ ਨਾ ਕਿਤੇ ਉਹ ਗੋਪੀ ਚੰਦ ਦੀ ਮਾਂ ਮੈਨੂੰ ਵੀ ਕੁਛ ਕਹਿੰਦੀ ਰਹੀ ਹੋਣੀ ਹੈ ਅਚੇਤ ਮਨ ਦੇ ਵਿੱਚ। ਮੈਂ ਉਹਨੂੰ ਪਖੰਡੀ ਕਹਿੰਦਾ ਯਾਰ, ਕਿਉਂਕਿ ਮੇਰੇ ਵਰਗਾ ਬੰਦਾ ਇਸ ਧਰਾਤਲ ਦੇ ਉੱਤੇ ਉਹ ਬਾਰੀ ਵੇਖੀ ਸੀ, ਕੋਈ ਵੱਡੀ ਗੱਲ ਨਹੀਂ ਸੀ। ਮੈਂ ਸੱਚੀ ਮਹਿਸੂਸ ਕਰਦਾ, ਪਰ ਮੈਂ ਉਹ ਕੀਤਾ। ਮੈਨੂੰ ਉਹ ਪੈਸ਼ਨੇਟ ਕਰਦਾ ਸੀ ਗੋਪੀ ਚੰਦ ਦਾ ਉਹ ਪਹਿਰਾਵਾ, ਜਿਹੜਾ ਮੈਂ ਆਪਣੇ ਪਿਤਾ ਜੀ ਤੋਂ ਗੋਪੀ ਚੰਦ ਦੇ ਕਿੱਸੇ ਦੇ ਥਰੂ ਜਿਹੜਾ ਸੁਣਿਆ ਸੀਗਾ। ਸੋ ਪੰਜਾਬ ਦੇ ਕੋਲ ਨਾਥ ਜਿਹੜੇ ਆ ਡਾਇਰੈਕਟਲੀ ਇਨਡਾਇਰੈਕਟਲੀ ਤਾਂ ਆਏ, ਬਟ ਕਿੱਸਾ ਕਾਵ ਦੇ ਰੂਪ ਦੇ ਵਿੱਚ ਵੀ ਬਹੁਤ ਸ਼ਿੱਦਤ ਨਾਲ ਆਏ। ਔਰ ਤੁਸੀਂ ਉੱਥੇ ਉਹਨਾਂ ਦੀ ਜਿਹੜੀ ਚੜ੍ਹਤ ਹੈ, ਤੁਸੀਂ ਹੀਰ ਚ ਦੇਖੋ, ਭਾਵੇਂ ਸੈਤੀ ਦੀ ਡਿਬੇਟ ਹੈ। ਬਾਬਾ ਬਾਰੇ ਸ਼ਾਹ ਜੀ ਸਾਡੇ ਕੋਲ ਕਿਆ ਯਾਰ ਗ੍ਰੇਟ ਲੋਕ ਨੇ, ਇਹ ਵੀ ਨਾਥ ਲੋਕ ਹੀ ਨੇ, ਸਿੱਧ ਲੋਕ ਨੇ, ਮੁਨੀ ਲੋਕ ਨੇ, ਪਹੁੰਚੇ ਹੋਏ ਲੋਕ ਨੇ। ਇਹਨਾਂ ਦੀ ਤਪੱਸਿਆ ਜਿਹੜੀ ਹੈ ਉਹ ਸੈਤੀ ਤੇ ਨਾਥ ਦੇ ਜਿਹੜੇ ਡਾਇਲੌਗ ਨੇ, ਜਿਵੇਂ ਆਪਾਂ ਸਿੱਧ ਗੋਸ਼ਟ ਦੀ ਗੱਲ ਕੀਤੀ, ਸਤਿਗੁਰੂ ਨਾਨਕ ਦੇਵ ਜੀ ਉਹਨਾਂ ਦੇ ਨਾਲ ਡਾਇਲੌਗ ਚ ਨੇ, ਤਾਂ ਬਾਬਾ ਬਾਰੇ ਸ਼ਾਹ ਵੀ ਉਹਨਾਂ ਦੇ ਨਾਲ ਡਾਇਲੌਗ ਨੇ ਕਿ ਭਾਈ ਤੁਸੀਂ ਕਿਸ ਤਰੀਕੇ ਦਾ ਇਹ ਭੇਖ
ਪਾ ਲਿਆ ਜਾਂ ਹੁੱਕਾ ਫਿਰੇ ਦਿੱਤਾ ਗਲੀਆਂ ਵਿੱਚ ਸਾਰੇ ਆ ਜਾਓ, ਕਿਸੇ ਫਕੀਰ ਦੇ ਹੋਮਣਾ ਜੇ ਮੰਗ ਖਾਵਣਾ ਕੰਮ ਨਾ ਕਾਜ ਕਰਨਾ, ਨਾ ਹੀ ਚਾਰਨਾ ਤੇ ਨਾ ਹੀ ਚੋਮਣਾ ਜੇ, ਨਹੀਂ ਦੇਣੀ ਵਧਾਈ ਕਿਸੇ ਜੰਮਿਆਂ ਦੀ ਅਤੇ ਮੋਇਆ ਨੂੰ ਨਾ ਕਿਸੇ ਰੋਮਣਾ ਜੇ, ਖੁਸ਼ੀ ਆਪਣੀ ਜਿਹੜਾ ਕੰਨ ਪੜਵਾਏ ਕਿ ਸੁਆਹ ਮਾਰਨੀ ਤੇ ਗੁਰੂ ਸਾਰੇ ਹੀ ਜਗਤ ਦਾ ਹੋਮਣਾ ਜੇ, ਖੁਸ਼ੀ ਆਪਣੀ ਉੱਠਣਾ ਮੀਆਂ ਵਾਰਸ ਅਤੇ ਆਪਣੀ ਨੀਂਦ ਹੀ ਸੋਹਣਾ ਜੀ। तो it's a debatable ਇਹ ਸੰਵਾਦ ਹੈ ਕਿ ਭਾਈ ਆਹ ਤਾਂ ਜੋਗੀ ਹੈ ਨਹੀਂ, ਹੈ ਨਾ, ਇਹ ਤਾਂ ਜੋਗੀ ਹੈ ਹੀ ਨਹੀਂ ਹੈ, ਭੇਖ ਦਾ ਜੋਗੀ ਕਿੱਥੇ ਹੈ? ਓਏ ਹੋਏ ਹੋਏ ਮਛੰਦਰ ਨਾਥ ਜਦੋਂ ਕਹਿੰਦੇ ਨੇ ਨਾ ਕਿ ਮੈਂ ਭੇਖ ਦਾ ਜੋਗੀ ਨਹੀਂ ਆ, ਉਹਨਾਂ ਦੀ ਬਾਣੀ ਪੜ੍ਹ ਕੇ ਦੇਖੋ, ਔਰ ਜੋ ਜੋਗ ਦੀਆਂ ਕਿਆ ਧਰਾਤਲ ਹੈ ਉਹਨਾਂ ਲੋਕਾਂ ਦਾ ਯਾਰ, ਮਤਲਬ ਕਿਆ ਧਰਾਤਲ ਹੈ। ਯਾਜਬਲਕੇ ਹੈ ਯੋਗੀ, ਉਹਦੇ ਬਾਰੇ ਪੌਰਾਣ ਕਹਿੰਦੇ ਨੇ ਕਿ ਭਾਈ ਸੂਰਜ ਕੋਲੋਂ ਸਿੱਧੀ ਤਪੱਸਿਆ ਸੂਰਯ ਕੋਲੋਂ ਸਿੱਖੀ ਹੈ। ਸਨਤ ਕੁਮਾਰ ਨੇ ਯੋਗੀ ਸਿੱਧ ਮਾਈ ਪਾਰਵਤੀ ਤੋਂ ਯੋਗ ਦੀ ਸਿੱਖਿਆ ਲਈ ਹੈ, ਜਿਨ੍ਹਾਂ ਨੇ ਆਦਿਨਾਥ ਸ਼ਿਵ ਕੋਲੋਂ ਆਦਿਨਾਥ ਸ਼ਿਵ ਕੋਲੋਂ ਜਿਨ੍ਹਾਂ ਨੇ ਸਿੱਖਿਆ ਲਈ ਹੈ ਮਾਈ ਪਾਰਵਤੀ, ਤੇ ਸਨਤ ਕੁਮਾਰ ਉਹਨਾਂ ਕੋਲੋਂ ਸਿੱਖਿਆ ਲੈਂਦੇ ਨੇ। ਸਾਡੇ ਪੌਰਾਣ ਸਾਹਿਤ ਦੇ ਵਿੱਚ, ਪੌਰਾਣਾਂ ਦੇ ਵਿੱਚ, ਔਰ ਪੁਰਾਣਾਂ ਨਾਲ ਡਿਬੇਟ ਕੀਤੀ ਜਾ ਸਕਦੀ ਆ, ਪੁਰਾਣਾਂ ਤੇ ਬਹੁਤ ਸਾਰਾ ਕੁਛ ਜਿਹੜਾ ਹੈ ਉਹ ਗੱਲਾਂ ਹੋ ਸਕਦੀਆਂ ਨੇ, ਵਿਚਾਰਾਂ ਹੋ ਸਕਦੀਆਂ ਨੇ, ਕਿਉਂਕਿ ਸਾਡਾ ਇਹ ਟੌਪਿਕ ਨਹੀਂ ਆ। ਪੁਰਾਣ ਨੂੰ ਮੈਂ ਕਿਸ ਤਰੀਕੇ ਨਾਲ ਲੈਣਾ, ਕਿਸ ਐਂਗਲ ਨਾਲ ਲੈਣਾ, ਮੇਰੇ ਆਪਣੇ ਵਿਚਾਰ ਨੇ ਪੌਰਾਣ ਸਾਹਿਤ ਬਾਰੇ, ਉਪਨਿਸ਼ਦ ਸਾਹਿਤ ਬਾਰੇ, ਬ੍ਰਾਹਮਣ ਸਾਹਿਤ ਬਾਰੇ, ਵੈਦਿਕ ਪੀਰੀਅਡ ਦੇ ਸਾਹਿਤ ਬਾਰੇ, ਬੁੱਧ ਦੇ ਸਾਹਿਤ ਬਾਰੇ, ਜਾਂ ਉਸ ਤੋਂ ਬਾਅਦ ਜਿਹੜਾ ਜਾਤਕ ਕਥਾਵਾਂ ਨੇ ਸਾਡੀਆਂ ਜਿਹੜੀਆਂ ਸਾਰੀਆਂ। ਸੋ ਮੈਂ ਪਾਠਕ ਹਾਂ ਇਹਨਾਂ ਸਾਰਿਆਂ ਦਾ, ਇਹਨਾਂ ਲੋਕਾਂ ਦਾ, ਔਰ ਇਹਨਾਂ ਨੂੰ ਹਿਸਟੋਰੀਕਲ ਪਰਸਪੈਕਟਿਵ 'ਚ ਹੀ ਪੜ੍ਹਦਾ। ਮੈਂ ਕਿਸੇ ਭਰਮ 'ਚ ਨਹੀਂ ਪੜ੍ਹਦਾ। ਮੰਨ ਲਓ ਜੇ ਮੈਂ ਰਾਮਾਇਣ ਪੜ੍ਹਦਾ ਹਾਂ ਤਾਂ ਰਾਮਾਇਣ ਦੇ ਵਿੱਚ ਜੇ ਭਗਵਾਨ ਰਾਮਚੰਦਰ ਦਾ ਜੋ ਬਨਵਾਸ ਦਾ ਰੂਟ ਹੈ, ਤਾਂ ਜਾਤਕ ਕਥਾਵਾਂ ਦੇ ਥਰੂ ਫਿਰ ਉਹ ਰੂਟ ਕਿਵੇਂ ਸਿਲਕ ਰੂਟ ਬਣਦਾ ਹੈ, ਛੋਟੇ ਛੋਟੇ ਰਾਜਿਆਂ ਦੀਆਂ ਆਪਸ ਵਿੱਚ ਕੜੀਆਂ ਜੁੜਦੀਆਂ ਨੇ ਤੇ ਉਹ ਵਪਾਰ ਦਾ ਕੇਂਦਰ ਬਣਦਾ ਹੈ। ਮੈਂ ਜਾਤਕ ਕਥਾਵਾਂ 'ਚ ਉਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਸੋ ਉਹਨਾਂ ਪੁਰਾਣਾਂ ਦੇ ਵਿੱਚ, ਪੁਰਾਣਾਂ 'ਚ ਜੋ ਉਹਨਾਂ ਬਾਰੇ, ਸਿੱਧਾਂ ਨਾਥਾਂ ਜੋਗੀਆਂ ਬਾਰੇ ਜਿਹੜੀਆਂ ਗੱਲਾਂ ਹਨ, ਮਤਲਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਵੀ ਉਹਦਾ ਜ਼ਿਕਰ ਕਰਦੇ ਨੇ ਕਿ ਅਤਰੀ ਦਾ ਜੋ ਪੁੱਤਰ ਹੈ ਦੱਤਾਤਰੇय, ਬਹੁਤ ਵੱਡੇ ਨਾਥ, ਬਹੁਤ ਵੱਡੇ ਸਿੱਧ ਪੁਰਸ਼ ਹੋਏ ਨੇ, ਅਲਫ ਰਹਿੰਦੇ ਨੇ, ਔਰ ਪਵਿੱਤਰ ਧੂਣੀ ਰਮਾਈ ਹੋਈ ਹੈ ਰਾਖ ਉਹਨਾਂ ਨੇ, ਔਰ ਉਹ ਭ੍ਰਮਣ ਕਰਦੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਦੇ ਵਿੱਚ ਵੀ ਉਹਨਾਂ ਦਾ ਹਵਾਲਾ ਹੈ। ਦੂਰ ਪੂਰਬ ਦੇ ਦੇਸ਼ਾਂ 'ਚ, ਰੋਮ, ਤਿੱਬਤ, ਯੂਨਾਨ, ਪੱਛਮੀ ਦੇਸ਼ਾਂ 'ਚ, ਉਹ ਕੇਸਤਰੀ ਦੂਰ ਤੱਕ, ਮਿਸਰ ਤੱਕ ਉਹ ਭ੍ਰਮਣ ਕਰਦੇ ਨੇ, ਔਰ ਲੱਖਾਂ ਲੋਕਾਂ ਨੂੰ ਉਹ ਯੋਗ ਦੀ ਜੋ ਹੈ ਵਿਦਿਆ, ਔਰ ਉਹ ਸਾਰੀ ਦੀ ਸਾਰੀ ਲੋਕ ਉਹਨਾਂ ਕੋਲੋਂ ਗ੍ਰਹਿਣ ਕਰਦੇ ਨੇ, ਔਰ ਉਹਨਾਂ ਨੂੰ ਦੇਖਦਿਆਂ ਦੇਖੋ ਕਿਆ ਧਰਾਤਲ ਹੈ ਇਹਨਾਂ ਲੋਕਾਂ ਦਾ, ਵੱਡੇ ਲੋਕਾਂ ਦਾ। ਇੱਕ ਪੁਰਾਣ ਦੇ ਵਿੱਚ ਹਵਾਲਾ ਹੁੰਦਾ ਹੈ ਕਿ ਵਜਰ ਪ੍ਰਾਣ ਨੇ ਨਾਥ ਯੋਗੀ ਨੇ, ਸਿੱਧ ਪੁਰਸ਼ ਨੇ, ਔਰ ਇੱਕ ਨਾਚੀ ਕੁੜੀ ਜਿਹੜੀ ਹੈ ਉਹ ਸਿਰਫ ਉਹਨਾਂ ਦੀ ਇੱਕ ਝਲਕ ਮਾਤਰ ਆਉਂਦੀ ਹੈ ਤੇ ਉਹ ਸਮਾਧੀ 'ਚ ਚਲੇ ਜਾਂਦੀ ਹੈ, ਔਰ ਉਸ ਦੀ ਸਮਾਧੀ ਤੋਂ ਫਿਰ ਜਾਗਰਿਤ ਹੋ ਕੇ 500 ਦੇ ਕਰੀਬ ਜਿਹੜੀਆਂ ਉਹਦੀਆਂ ਸੇਵਾ ਕਰਨ ਵਾਲੀਆਂ ਔਰਤਾਂ ਨੇ, ਉਹਦੀਆਂ ਦਾਸੀਆਂ ਨੇ, 500 ਦੇ ਕਰੀਬ ਫਿਰ ਉਹ ਜੋਗਣਾ ਕਨਵਰਟ ਹੁੰਦੀਆਂ ਨੇ, ਜੋਗਣਾ ਬਣਦੀਆਂ ਨੇ, ਅੱਗੇ ਉਹਨਾਂ ਦੀ ਨਾਥ ਅਵਸਥਾ ਤੇ ਜਾਂਦੀਆਂ ਨੇ, ਬੁੱਧ ਅਵਸਥਾ ਦੇ ਵਿੱਚ ਜਾਂਦੀਆਂ ਨੇ। ਸੋ ਇਹਨਾਂ ਲੋਕਾਂ ਦੇ ਦਰਸ਼ਨ ਮਾਤਰ ਨਾਲ, ਮੈਂ ਕਿਤੇ ਕੋਈ ਹਵਾਲਾ ਪੜ੍ਹ ਰਿਹਾ ਸੀ, ਕਿਆ ਯਾਰ ਗਜਬ ਦੇ ਲੋਕ ਨੇ ਇਹ,
ਕਿ ਕੋਈ ਮਹਾਤਮਾ ਬੁੱਧ ਜਾ ਰਹੇ ਨੇ ਤੇ ਕੋਈ ਇੱਕਦਮ ਇਸੇ ਤਰੀਕੇ ਉਹਨਾਂ ਦੇ ਦਰਸ਼ਨ ਅਭਿਲਾਸ਼ਾ ਦੇ ਨਾਲ ਉਹ ਬੁੱਧਿਸਟ ਮੌਂਕ ਬਣਨ ਦੀ ਖੁਆਹਿਸ਼ ਉਹਨਾਂ ਦੇ ਚਰਨਾਂ ਦੇ ਵਿੱਚ ਆਪਣੀ ਗੱਲ ਰੱਖਦੇ ਨੇ। ਬਟ ਉਹ ਨਾਲ ਇੱਕ ਸਵਾਲ ਕਰ ਦਿੰਦੇ ਨੇ ਕਿ ਮੇਰੀ ਕੋਈ ਐਸੀ ਟ੍ਰੈਡੀਸ਼ਨ ਮੈਨੂੰ ਨਜ਼ਰ ਨਹੀਂ ਆਉਂਦੀ ਕਿ ਯਾਰ ਮੈਂ ਇੱਕਦਮ ਇਸ ਸੰਗਤ ਚ ਜਾਂ ਭਿੱਖੂ ਬਣਨ ਦੇ, ਭਿਕਸ਼ੂ ਬਣਨ ਦੇ ਮੇਰੇ ਮਨ ਚ ਇੱਛਾ ਆਈ ਹੈ। ਤਾਂ ਇਟਸ ਅ ਮੈਟਾਫੋਰਿਕਲ ਸਟੋਰੀ, myth, it's a story, it's a ਕਥਾ, it's a ਸਾਖੀ, ਬਟ ਮੈਟਾਫਰ ਹੈ। ਮੁੜ ਕੇ ਇਹਦੇ ਤੇ ਕੁਐਸਚਨ ਵੀ ਹੋ ਸਕਦੇ ਆ ਕਿ ਭਾਈ ਇਹ ਤਾਂ ਭਰਮ ਵਰਗੀਆਂ ਗੱਲਾਂ ਨੇ, ਬਹੁਤੇ ਇਹ ਗੱਲਾਂ ਨਹੀਂ ਕਰ ਸਕਦੇ। ਗੱਲ ਨੂੰ ਅੰਡਰਸਟੈਂਡ ਕਰਨ ਦੀ ਗੱਲ ਹੈ ਕਿ ਉਹ ਕਹਿੰਦੇ ਕਿ ਨਹੀਂ, ਤੇਰੇ ਪਿੱਛੇ ਇੱਕ ਟ੍ਰੈਡੀਸ਼ਨ ਹੈ ਕਿ ਤੂੰ ਪਿਛਲੇ ਜਨਮ ਚ ਹਾਥੀ ਸੀ ਔਰ ਤੇਰੇ ਕੰਡਾ ਪੈਰ ਚ ਲੱਗਿਆ, ਤੂੰ ਇੱਕ ਪੌੜ ਚੱਕਿਆ ਹੋਇਆ ਸੀ ਇਨ ਬਿਟਵੀਨ, ਉੱਥੇ ਆਣ ਕੇ ਖਰਗੋਸ਼ ਬਹਿ ਗਿਆ ਜਿੱਥੇ ਤੂੰ ਪੌੜ ਰੱਖਣਾ ਸੀ, ਔਰ ਤੂੰ ਫਿਰ ਉਹ ਪੌੜ ਉੱਥੇ ਨਹੀਂ ਰੱਖਿਆ ਕਿ ਇਹਨੂੰ ਵੀ ਜੀਣ ਦਾ ਅਧਿਕਾਰ ਹੈ। ਸੋ ਤੂੰ ਥੱਕ ਗਿਆ, ਡਿੱਗ ਪਿਆ, ਤੇ ਉਹ ਜਿਹੜੀ ਤੇਰੀ ਦਇਆ ਦੀ ਅਵਸਥਾ ਹੈ ਨਾ, ਉਹ ਕਿਤੇ ਕਿਤੇ ਉਹ ਟ੍ਰੈਡੀਸ਼ਨ ਤੇਰੇ ਅੰਦਰ ਦਇਆ ਦੀ, ਯਾਨੀ ਬੁੱਧਿਸਟ ਬੁੱਧ ਵੱਲ ਨੂੰ, ਨਾਥ ਵੱਲ ਨੂੰ, ਸਿੱਧ ਵੱਲ ਨੂੰ ਚੜਨ ਦੇ ਲਈ ਪਹਿਲੀ ਪੌੜੀ ਦਇਆ ਹੈ। ਔਰ ਫਿਰ ਜਦੋਂ ਉੱਥੇ ਹੈ ਤਾਂ ਮੈਂ 13ਵੀਂ ਸ਼ਤਾਬਦੀ ਚ ਗਿਆਨਦੇਵ ਹੋਏ ਨੇ ਸਾਡੇ ਬਹੁਤ ਹੀ ਵੱਡੇ ਲੋਕ, ਜੈਨ ਜੈਨ ਧਰਮ ਚੋਂ ਨੂੰ ਬਿਲੋਂਗ ਕਰਦੇ ਸੀ, ਬਹੁਤ ਵਿਦਵਾਨ ਸਾਧੂ ਸਿੱਧ ਲੋਕ ਸਨ, ਉਹ ਮੁਨੀ ਲੋਕ ਸਨ। ਉਹਨਾਂ ਨੇ ਇੱਕ ਸਾਡੀ ਫਿਲੋਸਫੀ ਨੂੰ, ਜਿਹਨੂੰ ਇੰਡੀਅਨ ਫਿਲੋਸਫੀ ਆਪਾਂ ਕਹਿ ਸਕਦੇ ਹਾਂ, ਭਾਰਤੀ ਦਰਸ਼ਨ ਦੇ ਜਿੰਨੀ ਵੀ ਜਿਹੜੀ ਮਾਨਵ ਪੱਖੀ ਕਵਾਂਗੇ ਉਹਨੂੰ ਆਪਾਂ, ਲੋਕ ਪੱਖੀ ਕਹਿ ਸਕਦੇ ਆ, ਜਾਂ ਉਹ ਵਿਹਾਰ ਜਿਹੜੀ ਸਾਡੇ ਨੈਤਿਕ ਵੈਲਿਊਜ਼ ਦੀਆਂ ਗੱਲਾਂ ਕਰਦੇ ਨੇ, ਮਨੁੱਖੀ ਵੈਲਿਊਜ਼ ਦੀਆਂ ਗੱਲਾਂ ਕਰਦੇ ਨੇ, ਜਾਂ ਸਾਡੇ ਅੰਦਰ ਜਿਹੜੇ ਵਕਾਰ ਪੈਦਾ ਹੋ ਗਏ ਉਹਨਾਂ ਦੀਆਂ ਗੱਲਾਂ ਕਰਦੇ ਨੇ। ਤਾਂ ਉਹਨਾਂ ਨੇ ਇੱਕ ਖੇਡ ਬਣਾਈ, ਅਸੀਂ ਸੱਪ ਤੇ ਸੀੜੀ ਵਾਲੀ ਖੇਡ ਲਗਭਗ ਸਾਰਿਆਂ ਨੇ ਦੇਖੀ ਹੋਏਗੀ, ਸਮਝੀ ਹੋਏਗੀ, ਖੇਡੀ ਹੋਏਗੀ ਲਗਭਗ। ਹੋ ਸਕਦਾ ਸਮਝੀ ਨਾ ਹੋਵੇ ਕਿਉਂਕਿ ਬਹੁਤਿਆਂ ਦੇ ਧਿਆਨ ਪੰਜਾਬੀਆਂ ਦੇ ਆਉਂਦਾ ਨਹੀਂ। ਮੈਂ ਜਿਵੇਂ ਦੱਸਿਆ ਕਿ ਅਸੀਂ ਨਾਵਾਂ ਰਾਹੀਂ ਬੁੱਧਿਸਟ ਟ੍ਰੈਡੀਸ਼ਨ ਦੀ ਟਰੈਵਲ ਲੈ ਕੇ ਜਾਣ ਵਾਲੇ ਹਾਂ, ਤੇ ਕਦੇ ਸੋਚਿਆ ਵੀ ਨਹੀਂ ਹੋਏਗਾ ਸਾਡੇ ਆਲੇ ਦੁਆਲੇ ਨਾਮ ਕਿਹੜੇ ਰੱਖੇ ਜਾਂਦੇ ਨੇ। ਸੋ ਉਹਦੇ ਵਿੱਚ ਸਾਰੀਆਂ ਮਤਲਬ ਪਹਿਲੀ ਟਿਆਣੀ ਤੋਂ ਲੈ ਕੇ ਉੱਪਰ ਤੱਕ 100 ਤੱਕ ਉਹ ਕਿਵੇਂ ਤੁਸੀਂ ਗੀਟੀਆਂ ਸਿੱਟਦੇ ਹੋ ਤੇ ਫਿਰ ਉਹ ਅੱਗੇ ਟਰੈਵਲ ਕਰਦੇ ਹੋ, ਤੇ ਜੇ ਤੁਹਾਨੂੰ ਕਿਤੇ ਸੱਪ ਦਾ ਡੰਗ ਵੱਜਦਾ ਆ, ਉਸ ਖਾਨੇ ਦੇ ਉੱਤੇ ਜੇ ਉਸ ਬੁੱਧ ਪੁਰਸ਼ ਦਾ ਲਿਖਿਆ ਹੋਇਆ ਦੇਖੋ ਤਾਂ ਉਹ ਆਏਗਾ ਕਿ ਤੁਸੀਂ ਹਿੰਸਾ ਦਾ ਸਭ ਤੋਂ ਪਹਿਲਾਂ ਤੁਹਾਨੂੰ 13ਵੇਂ ਨੰਬਰ ਤੇ ਡੰਗ ਵੱਜ ਜਾਏ, ਔਰ ਕਰੁਣਾ ਦੀ ਪਹਿਲੀ ਪੌੜੀ ਤੁਹਾਨੂੰ 3ਜੇ ਅੰਕ ਤੋਂ ਹੀ ਚੜ ਜਾਓਗੇ ਔਰ ਤੁਸੀਂ 99ਵੇਂ ਅੰਕ ਤੱਕ ਪਹੁੰਚ ਜਾਓਗੇ। ਪਹਿਲਾ ਕਰੁਣਾ, ਦਇਆ, ਜਿਸ ਗੱਲ ਦੀ ਬੁੱਧਿਸਟ ਲੋਕ, ਸਿੱਧ ਲੋਕ, ਨਾਥ ਲੋਕ ਬਾਰ-ਬਾਰ ਗੱਲਾਂ ਕਰਦੇ ਨੇ, ਜਹਾਂ ਦਇਆ ਤਹਾਂ ਆਪ। ਇਹ ਗੁਰਬਾਣੀ ਸਾਡੀ ਇਹ ਗੱਲਾਂ ਕਰਦੀ ਹੈ ਕਿ ਮਤਲਬ ਸਤਿਗੁਰੂ ਨਾਨਕ ਦੇਵ ਦਇਆ ਕਪਾਹ ਸੰਤੋਖ ਸੂਤ ਜਤ ਗੰਢੇ ਸੱਤ ਵੱਟ, ਦਿਸ ਇਜ਼ ਦਾ ਟ੍ਰੈਡੀਸ਼ਨ ਜਿਹਦੀ ਮੈਂ ਗੱਲ ਕੀਤੀ ਕਿ ਮੇਰੇ ਕੋਲ ਬੁੱਧ ਆਉਂਦੇ ਨੇ, ਇਹਨਾਂ ਲੋਕਾਂ ਰਾਹੀਂ ਸਤਿਗੁਰੂ ਨਾਨਕ ਦੇਵ ਤੱਕ ਫਿਰ ਮੈਂ ਕਿੱਦਾਂ ਇਹਨਾਂ ਤੋਂ ਪਹੁੰਚਦਾ ਆ, ਤੇ ਉਹ ਦਇਆ ਦੀ ਗੱਲ ਕਰਦੇ ਨੇ। ਤਾਂ ਉਹ ਕਹਿੰਦੇ ਕਿ ਉਹ ਦਇਆ ਜਿਹੜੀ ਹੈ ਤੇਰੇ ਮਨ ਚ ਉਸ ਵੇਲੇ ਆਈ ਹੈ, ਤਾਂ ਤੂੰ ਇਸ ਅਵਸਥਾ ਨੂੰ ਜਿਹੜਾ ਪਹੁੰਚ ਗਿਆ ਹੈ। ਜਾਂ ਮੈਂ ਉਹ ਗੋਪੀ ਚੰਦ ਹੋਰਾਂ ਦੀ ਗੱਲ ਕੀਤੀ ਸੀ, ਤੇ ਫਿਰ ਗੋਪੀ ਚੰਦ ਹੋਰਾਂ ਤੋਂ ਕਿੰਨੇ ਕੁ ਲੋਕ ਬੁੱਧਿਸਟ ਅਵਸਥਾ ਨੂੰ, ਉਸ ਸਿੱਧ ਅਵਸਥਾ ਨੂੰ ਪਹੁੰਚ ਜਾਂਦੇ ਨੇ, ਤੁਸੀਂ ਇਮੇਜਿਨ ਨਹੀਂ ਕਰ ਸਕਦੇ। ਮਤਲਬ ਔਰ ਏਡੇ ਏਡੇ ਲੋਕ ਨੇ, ਕ੍ਰਿਸ਼ਨ ਪਾਦ ਨਾਂ ਦੇ ਸਿੱਧ ਹੋਏ ਨੇ, ਨਾਥ ਹੋਏ ਨੇ, 57 ਗ੍ਰੰਥ ਲਿਖੇ ਨੇ ਉਹਨਾਂ ਨੇ, ਔਰ ਅਨੇਕਾਂ ਸਿੱਧ ਨੇ। ਤੁਸੀਂ ਚੰਦਰਨਾਥ ਹੋਰਾਂ ਨੂੰ ਪੜ੍ਹ ਲਓ, ਤੁਸੀਂ ਗੋਰਖਨਾਥ ਹੋਰਾਂ ਨੂੰ ਪੜ੍ਹ ਲਓ, ਤੁਸੀਂ ਜਲੰਧਰੀ ਨਾਥ ਹੋਰਾਂ ਨੂੰ ਪੜ੍ਹ ਲਓ, ਤੁਸੀਂ ਗੋਪੀ ਚੰਦ ਨੂੰ ਪੜ੍ਹ ਲਓ, ਤੁਸੀਂ ਭਰਤਰੀ ਹਰੀ ਨੂੰ ਪੜ੍ਹ ਲਓ, ਜਿਹੜੇ ਨੇ ਔਰ ਉਹਨਾਂ ਨਾਲ ਜੁੜੀਆਂ ਹੋਈਆਂ, ਤੁਸੀਂ ਭਰਤਰੀ ਹਰੀ ਹੋਰਾਂ ਨਾਲ ਜੁੜੀਆਂ ਹੋਈਆਂ ਗੱਲਾਂ ਜਿਹੜੀਆਂ ਨੇ, ਜਿਹੜੇ ਉਹਨਾਂ ਦੇ ਜੀਵਨ ਨਾਲ ਜੁੜੇ ਹੋਏ ਨੇ, ਉਹ ਇੰਟਰਸਟਿੰਗ। ਜਿਵੇਂ ਮੈਂ ਕਿਹਾ ਕਿ ਮੇਰੇ ਜੀਵਨ ਚ ਆਲੇ ਦੁਆਲੇ ਨਾਥ ਵਿਚਰਦੇ ਰਹੇ ਨੇ, ਮੈਂ ਗੋਰਖਨਾਥ ਦੀ ਗੋਦੀ ਚ ਪਲਿਆ ਔਰ ਮੈਨੂੰ ਇਸ ਗੱਲ ਦਾ ਮਾਣ ਹੈ
ਤਾਂ ਮੈਨੂੰ ਪਤਾ ਲੱਗਾ ਕਿ ਭਰਤਰੀ ਹਰੀ ਹੋਰਾਂ ਦੀ ਇੱਕ ਜਗ੍ਹਾ ਕਿਸੇ ਦੂਰ ਜੰਗਲ 'ਚ ਹੁਸ਼ਿਆਰਪੁਰ ਮੈਂਗਰੋਵਾਲ ਦਾ ਜੰਗਲ ਹੈ, ਬੜਾ ਖਤਰਨਾਕ ਜੰਗਲ ਹੈ ਉੱਥੇ। ਉਸ ਜੰਗਲ 'ਚ ਮੈਂ ਵੈਸੇ ਹੀ ਜਾਣਕਾਰੀ ਲਈ ਤੁਹਾਨੂੰ ਦੱਸ ਦੂੰਗਾ, ਦਮੂਈਆਂ ਬਹੁਤ ਨੇ, ਦੋ ਮੂੰਹੇ ਸੱਪ ਜਿਹੜੇ ਨੇ ਉਹ ਬਹੁਤ ਨੇ, ਚੀਤੇ ਬਹੁਤ ਨੇ। ਬਾਕੀ ਜਾਨਵਰ ਤਾਂ ਜੰਗਲੀ ਹੁੰਦੇ ਹੀ ਆ, ਬਟ ਉੱਥੇ ਚੀਤੇ ਮਾਰ ਖੋਰੇ ਵੀ ਨੇ। ਪਰ ਨਹੀਂ ਰਿਹਾ ਗਿਆ ਕਿ ਯਾਰ ਭਰਤਰੀ ਹਰੀ ਦਾ ਜੇ ਉੱਥੇ ਮੰਦਿਰ ਹੈ ਔਰ ਕਿਹਾ ਜਾਂਦਾ ਕਿ ਉੱਥੇ ਉਹਨਾਂ ਨੇ ਤਪ ਕੀਤਾ ਹੈ, ਤਾਂ ਯਾਰ ਉਸ ਧਰਤੀ ਤੇ ਜ਼ਰੂਰ ਜਾਣਾ ਹੈ। ਉਸ ਧਰਤੀ ਤੇ ਅਜੇ ਵੀ ਉਹ ਆਭਾ, ਉਹ ਮੈਗਨੈਟਿਕ ਡਾਇਨਾਮਿਕ ਫੀਲਡ ਭਰਤਰੀ ਹਰੀ ਹੋਰਾਂ ਦਾ ਹੋਏਗਾ। ਤੇ ਉਹ ਮੈਂ ਆਪਣੇ ਦੋਸਤ ਨੂੰ ਮਨਾ ਲਿਆ, ਥੋੜਾ ਜਿਹਾ ਪੋਲੀਟੀਕਲ ਬੰਦਾ ਸੀ, ਨਾਲ ਬੋਡੀਗਾਰਡ ਵੀ ਸੀ ਉਹਦੇ। ਮੈਂ ਕਿਹਾ ਯਾਰ ਆਪਾਂ ਉੱਥੇ ਜ਼ਰੂਰ ਜਾਣਾ ਹੈ, ਮੈਨੂੰ ਉੱਥੋਂ ਰਾਹ ਰੂਹ ਕੱਢੋ ਤੇ ਮੈਨੂੰ ਲੈ ਕੇ ਚਲੋ। ਖੈਰ ਅਸੀਂ ਉਹ ਚਲੇ ਗਏ, ਬੜਾ ਔਖਾ ਰਾਹ ਸੀ। ਇਸ ਤਰੀਕੇ ਦੇ ਨਾਲ ਅਸੀਂ ਉਹ ਚੋ ਦੇ ਵਿੱਚ ਦੀ ਗੱਡੀ ਪਾਣੀ ਦੇ ਵਿੱਚ ਦੀ ਜਾਂਦੀ ਸੀ ਤੇ ਅੱਗੇ ਕੱਚਾ ਰਾਹ ਪੈਂਦਾ, ਤੇ ਉਹ ਡਰ ਵੀ ਜਿਹੜਾ ਤੁਹਾਨੂੰ ਮੈਂ ਇਸ਼ਾਰਾ ਕੀਤਾ, ਚੀਤਾ ਪੈਂਦਾ ਸੀ ਉੱਥੇ, ਪੈਂਦਾ ਸੀ, ਗਊਆਂ ਨੂੰ ਵੀ ਲੈ ਜਾਂਦਾ ਸੀ ਚੱਕ ਕੇ। ਉਹ ਇੱਕ ਨਹੀਂ ਸੀ, ਬਹੁਤ ਸਾਰੇ ਚੀਤੇ ਉੱਥੇ, ਇਹ ਰਿਕਾਰਡ ਹੈ ਕਿ ਮੈਂਗਰੋਵਾਲ ਦਾ ਜੰਗਲ। ਖੈਰ ਉਹ ਅਸੀਂ ਜੰਗਲ 'ਚ ਉੱਥੇ ਪਹੁੰਚੇ, ਉੱਥੇ ਜੋ ਆਪਣਾ ਅਦਬ ਭੇਟ ਕਰਨਾ ਸੀ ਉਹ ਕੀਤਾ। ਤਾਂ ਮੈਂ ਤਾਂ ਹੀ ਕਿਹਾ ਕਿ ਮੈਂ ਯਾਰ ਅਕਾਦਮਿਕ ਡਿਸਿਪਲਿਨ ਦਾ ਬੰਦਾ ਨਹੀਂ ਹਾਂ, ਤੇ ਮੈਂ ਤਾਂ ਇਹਨਾਂ ਨਾਥਾਂ ਨਾਲ ਜਿੱਦਾਂ ਵਿਚਰਿਆ ਉਹ ਗੱਲਾਂ ਮੈਂ ਤੁਹਾਡੇ ਨਾਲ ਸਹਿਜ ਤਰੀਕੇ ਦੇ ਨਾਲ। ਅਸੀਂ ਵਾਪਸ ਆ ਰਹੇ ਸੀ ਤੇ ਮਾਈ ਗੋਡ ਉੱਥੇ ਮੋਬਾਈਲ ਦਾ ਉਹ ਵੀ ਨਹੀਂ ਸੀ, ਨੈਟਵਰਕ ਵੀ ਨਹੀਂ ਸੀ, ਤੇ ਚੋ ਦੇ ਕੋਲ ਆਣ ਕੇ ਸਾਡੀ ਗੱਡੀ ਪੰਚਰ ਹੋ ਗਈ। ਸਟੱਪਣੀ ਦੇਖੀ, ਉਹ ਵੀ ਪੰਚਰ। ਓਹੋ, ਹੁਣ ਮੋਬਾਈਲ ਵੀ ਨਹੀਂ ਚੱਲ ਰਿਹਾ ਤੇ ਦੂਰ ਵੀ ਹੈ, ਉਹ ਪੈਂਡਾ ਵੀ ਔਖਾ, ਤੇ ਬੜਾ ਮੁਸ਼ਕਲ ਆ ਗਈ, ਕੀ ਹੋਏਗਾ। ਸ਼ਾਮ ਵੀ ਪੈ ਰਹੀ ਹੈ ਉੱਧਰੋਂ। ਅਸੀਂ ਬਾਹਰ ਖੜੇ ਹੋ ਕੇ ਮਤਲਬ ਥੋੜੀ ਜਿਹੀ ਚਿੰਤਾ 'ਚ ਪੈ ਗਏ, ਚਲੋ ਕੋਈ ਨਾ ਕੋਈ ਸਾਧਨ ਤਾਂ ਹੋਏਗਾ, ਕਰਾਂਗੇ। ਤੇ ਉਹ ਇਨ ਬਿਟਵੀਨ ਉਹ ਚੀਤਾ ਭਲਵਾਨ ਸਾਡੇ ਤੋਂ ਕੋਈ 10-12 ਫੁੱਟ ਦੀ ਦੂਰੀ ਤੇ ਉਹ ਕ੍ਰਾਸ ਕਰ ਰਿਹਾ। ਐਸਾ ਮੰਜ਼ਰ ਕਿ ਸਾਰੇ ਅਸੀਂ ਡਰ ਗਏ, ਤੇ ਸਾਡੇ ਤੋਂ ਪਹਿਲਾਂ ਉਹ ਬੋਡੀਗਾਰਡ ਡਰ ਗਏ ਜਿਨ੍ਹਾਂ ਕੋਲ ਗੰਨਾਂ ਸੀਗੀਆਂ, ਉਹ ਪਹਿਲਾਂ ਗੱਡੀ 'ਚ ਵੜ ਗਿਆ ਸਾਡੇ ਤੋਂ। ਅਸੀਂ ਕਿਹਾ ਯਾਰ ਸਾਡੇ ਨਾਲ ਬੜਾ ਸੀ। ਖੈਰ ਉਹ ਭਰਤਰੀ ਹਰੀ ਹੋਰਾਂ ਦਾ, ਤੁਸੀਂ ਉਹ ਸਾਨੂੰ ਦਾ ਸਾਰਾ ਸਾਡੇ ਦੋਸਤ ਨੇ, ਬੜੇ ਵੱਡੇ ਆਫਿਸਰ ਨੇ, ਡਾਕਟਰ ਮਨਮੋਹਨ ਸਿੰਘ ਹੋਰੀ, ਉਹਨਾਂ ਦਾ ਵੀ ਬੜਾ ਚਿੰਤਨ ਹੈ ਇਸ ਪਾਸੇ ਨੂੰ। ਉਹ ਇੱਕ ਨਾਵਲ ਲਿਖ ਰਹੇ ਨੇ, ਮੈਨੂੰ ਦੱਸ ਰਹੇ ਸੀਗੇ ਕਿ ਭਰਤਰੀ ਹਰੀ ਹੋਰਾਂ ਦੇ ਜੀਵਨ ਦੇ ਉੱਤੇ ਮੈਂ ਨਾਵਲ ਲਿਖ ਰਿਹਾ ਹਾਂ, ਤੇ ਉਹ ਸੀ ਸਾਰਾ। ਸੈਕਿੰਡ ਮੈਂ ਕਹਿ ਰਿਹਾ ਕਿ ਮੇਰੇ ਜੀਵਨ ਦੇ ਵਿੱਚ ਹੀ ਕਿਤੇ ਕਿਤੇ ਨਾਥ ਤੁਰੇ ਫਿਰਦੇ ਸੀਗੇ, ਔਰ ਸਾਡੇ ਆਮ ਪਿੰਡਾਂ ਦੇ ਵਿੱਚ ਆਮ ਹੈ, ਅਸੀਂ ਰਿਸਰਚ ਵਾਲੇ ਧਿਆਨ ਨਹੀਂ ਦਿੰਦੇ। ਕੁਝ ਲੋਕ ਜਿਨ੍ਹਾਂ ਨੇ ਪਾਰਟੀਕੂਲਰ ਕੰਮ ਕਰਨਾ ਹੁੰਦਾ ਹੈ ਉਹ ਧਿਆਨ ਵੀ ਦਿੰਦੇ ਨੇ, ਫਿਰ ਲੱਭ ਵੀ ਲੈਂਦੇ ਨੇ ਕੁਝ ਹੀ, ਹਨਾ, ਕਾਫਰ ਬਣ ਕੇ ਵੀ ਲੱਭਣਾ ਪੈ ਜਾਵੇ ਤਾਂ ਟਿਕਾਣਾ ਲੱਭ ਲੈਂਦੇ ਨੇ, ਉਹ ਜਿਸ ਤਰੀਕੇ ਦਾ ਵੀ ਲੱਭਣਾ ਹੋਵੇ। ਤਾਂ ਮੈਂ ਦੇਖਦਾ ਸੀ ਕਿ ਸਾਡੇ ਘਰ ਦੀ ਬੈਕ ਸਾਈਡ ਦੇ ਉੱਤੇ ਕੁਝ ਪਰਿਵਾਰ ਸਨ, ਤਾਂ ਉਹ ਪਰਿਵਾਰ, ਉਹਨਾਂ ਦੀ ਕੋਈ ਟ੍ਰੈਡੀਸ਼ਨ ਹੋਏਗੀ, ਔਰ ਉਹ ਟ੍ਰੈਡੀਸ਼ਨ ਜਿਹੜੀ ਸੀ ਉਹ ਗੁੱਗਾ, ਇਹ ਕਿਵੇਂ ਲਿੰਕ ਕਰਦਾ ਹੈ, ਮੈਂ ਇਸ ਗੱਲ ਤੇ ਅਜੇ ਲੱਗਾ ਹੋਇਆ, ਮੈਂ ਖੋਜ ਕਰ ਰਿਹਾ ਕਿਵੇਂ ਲਿੰਕ ਕਰੇਗਾ ਇਹ, ਕਿ ਉਹ ਗੁੱਗੇ ਪੀਰ ਨੂੰ ਮੰਨਦੇ ਸਨ, ਔਰ ਉਹ ਜਿਹੜੀ ਟੋਲੀ ਖਵਾਉਂਦੇ ਸੀ, ਟੋਲੀ ਖਵਾਉਣਾ ਕਹਿੰਦੇ ਸੀ। ਟੋਲੀ ਖਵਾਉਣਾ ਮੀਨ ਇੱਕ ਟੋਲੀ ਸੱਦਣੀ ਹੈ, ਜਿਹੜੇ ਗੁੱਗੇ ਦਾ ਜਸ ਗਾਉਣਗੇ, ਸਾਰੀ ਰਾਤ ਉਹ ਗਾਉਂਦੇ ਸੀ ਡੌਰੂ ਦੇ ਉੱਤੇ, ਜਾਂ ਕੌਲੀ ਜੀ ਵਜਾਉਂਦੇ ਸੀ, ਜਿਹੜੀ ਘੰਟੀ ਹੁੰਦੀ ਸਾਈਕਲ ਦੀ, ਉਹਦਾ ਕੱਪ ਲਾ ਕੇ ਉਹਨੂੰ ਚਮਚੇ ਨਾਲ ਜਾਂ ਕਿਸੇ ਇਸ ਤਰੀਕੇ ਦੇ ਔਜ਼ਾਰ ਦੇ ਨਾਲ ਉਹ ਵਜਾਉਂਦੇ ਸਨ। ਤੇ ਸਾਰੀ ਰਾਤ ਉਹਨਾਂ ਨੇ ਉਹ ਡੌਰੂ ਤੇ ਗੁੱਗਾ ਗਾਉਣਾ। ਉਹਨਾਂ ਦੀ ਇੱਕ ਆਪਣੀ ਲੈਅ ਸੀ, ਉਹਨਾਂ ਦਾ ਇੱਕ ਆਪਣਾ ਚਿੰਤਨ ਸੀ, ਉਹਨਾਂ ਦੀ ਇੱਕ ਆਪਣੀ ਫਿਲਾਸਫੀ ਸੀ, ਉਹਨਾਂ ਦੀ ਉਸ ਸਾਰੀ ਦੀ ਇੱਕ ਸਿਧਾਂਤ ਸੀ, ਉਹਨਾਂ ਦਾ ਇੱਕ ਥਾਟ ਸੀ। ਜੇ ਉਹ ਥਾਟ ਵੀ ਨਾਥਾਂ, ਸਿੱਧਾਂ, ਜੋਗੀਆਂ ਦੇ ਥਾਟ ਦੀ, ਜਿਹਨੂੰ ਲੋਕ ਧਾਰਾਈ ਅਸੀਂ ਕਹਿ ਸਕਦੇ ਹਾਂ, ਟਰੈਵਲ ਜਿਹੜਾ ਹੈ, ਉਹਨੂੰ ਫੋਕ ਦਾ ਟਰੈਵਲ ਜਿਹੜਾ ਹੈ ਉਹਨੂੰ ਕਹਿ ਸਕਦੇ, ਬਟ ਰਿਚ ਟ੍ਰੈਡੀਸ਼ਨ ਇੱਧਰਲੇ ਪੰਜਾਬ 'ਚ, ਮੈਨੂੰ ਲੱਗਦਾ ਉੱਧਰਲੇ ਪੰਜਾਬ 'ਚ ਵੀ ਹੋਏਗੀ ਗੁੱਗੇ ਦੀ ਕਿਤੇ ਨਾ ਕਿਤੇ, ਜੇ ਕੋਈ ਰਮਜ਼ ਉੱਧਰ ਨੂੰ ਜਾਂਦੀ ਤਾਂ ਮੈਨੂੰ ਪੱਕਾ ਨਹੀਂ ਪਤਾ ਹੈ, ਬਟ ਇੱਧਰ ਸਾਡੇ ਸਾਰੇ ਪੰਜਾਬ ਦੇ ਵਿੱਚ ਗੁੱਗੇ ਦਾ ਇਹ ਲੋਕ ਮੰਨਦੇ ਨੇ ਤੇ ਮਨਾਉਂਦੇ ਨੇ। ਹਾਲਾਂਕਿ ਗੁੱਗਾ ਰਾਜਸਥਾਨ ਨੂੰ ਬਿਲੋਂਗ ਕਰਦਾ ਹੈ। ਸਾਡੇ ਕੋਲ ਕਿਸ ਤਰੀਕੇ ਦੇ ਨਾਲ ਉਹ ਆਇਆ ਪੰਜਾਬ ਦੇ ਵਿੱਚ, ਕਿਉਂਕਿ ਬਹੁਤ ਸਾਰਾ
ਜੱਟ ਟ੍ਰਾਈਬਸ ਜਿਹੜੇ ਨੇ ਲਗਭਗ ਸਾਰੇ ਪਰੰਤੂ ਕਬੀਲੇ ਉੱਪਰੋਂ ਦੀ ਹੁੰਦੇ ਹੋਏ ਉਹ ਥਰੂ ਰਾਜਸਥਾਨ ਇੱਧਰ ਨੂੰ ਟਰੈਵਲ ਕਰਦੇ ਨੇ ਤੇ ਹੋ ਸਕਦਾ ਕਿਤੇ ਨਾ ਕਿਤੇ ਉਹ ਸਾਰੇ ਲਿੰਕ, ਕਿਉਂਕਿ ਮੈਂ ਦੇਖ ਰਿਹਾ ਸੀਗਾ ਕਿ ਕੁਝ ਦਲਿਤ ਗੋਤਰਾਂ ਦੇ ਵਿੱਚ ਉਹਨਾਂ ਦੀਆਂ ਜਿਹੜੇ ਜਠੇਰੇ ਨੇ, ਐਂਸੈਸਟਰਸ ਜਿਹਨਾਂ ਨੂੰ ਆਪਾਂ ਕਹਿੰਦੇ ਆ ਜਠੇਰੇ ਨੇ, ਤਾਂ ਉਹਨਾਂ ਜਠੇਰੇ ਵਾਲੀਆਂ ਥਾਵਾਂ ਤੇ ਜਿਹੜੀ ਸਤੀ ਦੇ ਮੰਦਿਰ ਵੀ ਨੇ। ਤੋ ਇਹਨਾਂ ਦਲਿਤ ਦੇ ਵਿੱਚ ਸਤੀ ਦੀ ਪ੍ਰਥਾ ਕਿੱਥੋਂ ਆਈ ਉਹਨੂੰ ਵੀ ਫਿਰ ਮੈਂ ਪਿੱਛੇ ਨੂੰ ਜਦੋਂ ਝਾਤ ਮਾਰਦਾ ਤਾਂ ਫਿਰ ਪਿੱਛੇ ਰਾਜਸਥਾਨ ਵੱਲ ਨੂੰ ਤੇ ਉਹ ਸਾਰੀਆਂ ਕਾਮਿਆਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਨੇ। ਸੋ ਮੈਂ ਗੱਲ ਕਰ ਰਿਹਾ ਸੀਗਾ ਕਿ ਉਹ ਗੁੱਗਾ ਜਿਹੜਾ ਗਾਇਆ ਜਾਂਦਾ ਸੀਗਾ, ਗੁੱਗੇਦਾਰ ਵੀਰ ਨੂੰ ਗਾਉਂਦੇ ਸਨ ਡਾਉਰੂਆਂ ਦੇ ਉੱਤੇ, ਉਹ ਫਿਰ ਉੱਥੇ ਪਹਿਲਾਂ ਉਹਨਾਂ ਨੇ ਪੂਜਾ ਕਰਨੀ, ਚੂਰਮਾ ਕੁੱਟਣਾ, ਚੂਰਮਾ ਕੁੱਟ ਕੇ ਉੱਥੇ ਉਹ ਜਿਹੜਾ ਚੇਲਾ ਹੁੰਦਾ ਸੀਗਾ, ਹੈਡ ਜਿਹੜਾ ਗੁੱਗਾ ਗਾਉਣ ਵਾਲੀ ਟੋਲੀ ਦਾ ਹੈਡ ਹੁੰਦਾ ਸੀ, ਉਹਨੂੰ ਪਾਉਣ ਜੀ ਆ ਜਾਣੀ ਤੇ ਉਹਨੇ ਆਪਣੇ ਸੁੰਗਲ ਮਾਰਨੇ ਤੇ ਬੁਰਾ ਹਾਲ ਕਰ ਲੈਣਾ। ਉਹ ਸਾਰੀ ਇੱਕ ਮਨੋਕ ਸੀ, ਉਹ ਸਾਰਾ ਅਸੀਂ ਦੇਖਦੇ ਸੀ ਨਿੱਕੇ ਹੁੰਦਿਆਂ ਤੋਂ। ਉਹ ਗੁੱਗਾ ਵੀ ਸੁਣਦੇ ਸੀ। ਫਿਰ ਉਹ ਸਿੱਧ ਚਾਨੋ ਦਾ ਥੜਾ ਸੀ ਸਾਡੇ ਪਿੰਡ ਦੇ ਵਿੱਚ। ਇਹ ਹੁਣ ਦੇਖੋ ਸਿੱਧਾਂ ਨਾਲ ਕਿਵੇਂ ਜੁੜਦਾ, ਉਹ ਸਿੱਧ ਹੋਏ ਨੇ। ਸਿੱਧ ਚਾਨੋ ਮਿੱਥ ਦੇ ਵਿੱਚ ਉਹ ਪੀਰੀਅਡ ਕ੍ਰਿਸ਼ਨ ਦਾ ਪੀਰੀਅਡ ਹੈ ਔਰ ਉਹ ਕ੍ਰਿਸ਼ਨ ਦੇ ਨਾਲ ਮੱਲ ਯੁੱਧ ਕਰਦੇ ਨੇ, ਮੱਲ ਹੋਏ ਨੇ ਉਹ, ਮੱਲ ਭਲਵਾਨ ਮੱਲ ਯੁੱਧ ਕਰਦੇ ਨੇ। ਕ੍ਰਿਸ਼ਨ ਢਹਿੰਦੇ ਨਹੀਂ ਆ ਉਹਨਾਂ ਕੋਲੋਂ, ਸਿੱਧ ਕੋਲੋਂ ਸੌਰੀ ਸਿੱਧ ਢਹਿੰਦੇ ਨਹੀਂ ਆ ਕ੍ਰਿਸ਼ਨ ਦੇ ਕੋਲੋਂ। ਹਾਲਾਂਕਿ ਕ੍ਰਿਸ਼ਨ ਉਸ ਵੇਲੇ ਤੇ ਬਹੁਤ ਵੱਡੇ ਮੱਲ ਮੰਨੇ ਜਾਂਦੇ ਸੀਗੇ। ਸੋ ਕਈ ਦਿਨ ਉਹ ਯੁੱਧ ਚੱਲਦਾ ਹੈ, ਬਟ ਫਿਰ ਇੱਕ ਕੌਨਸਪੀਰੇਸੀ ਸਾਜ਼ਿਸ਼ ਕਰਦੇ ਨੇ ਕ੍ਰਿਸ਼ਨ ਕਿ ਉਹਦੀ ਵਾਈਫ ਜਿਹੜੀ ਹੈ ਉਹਦਾ ਨਾਮ ਲੂਣਾ ਹੈ, ਔਰ ਲੂਣਾ ਨਾਂ ਤੇ ਵੀ ਤੁਸੀਂ ਦੇਖ ਸਕਦੇ ਕਿ ਕਿੱਥੇ ਕਿੱਥੇ ਟਰੈਵਲ ਕਰਦਾ, ਫਿਰ ਉਹ ਕਿਤੇ ਕਿਤੇ ਧੋਖੇ ਦਾ ਪ੍ਰਤੀਕ ਬਣਦਾ ਲੂਣਾ। ਔਰ ਮੈਂ ਲੂਣਾ ਦੀ ਗੱਲ ਇਸ ਕਰਕੇ ਵੀ ਪਾਰਟੀਕੂਲਰ ਕੀਤੀ ਹੈ ਕਿਉਂਕਿ ਜਦੋਂ ਅਸੀਂ ਫਿਰ ਇੱਕ ਹੋਰ ਸਿੱਧ ਤਰੰਗੀਨਾਥ ਦੀ ਗੱਲ ਕਰਨੀ ਹੈ, ਜਿਹਨੂੰ ਅਸੀਂ ਪੂਰਨ ਭਗਤ ਦੇ ਨਾਂ ਤੇ ਯਾਦ ਕਰਦੇ ਹਾਂ, ਤਾਂ ਉੱਥੇ ਲੂਣਾ ਫਿਰ ਜਿਹੜੀ ਆ ਉਹ ਫਿਰ ਪ੍ਰਗਟ ਹੋਏਗੀ, ਲੂਣਾ ਆਪਣੇ ਰੂਪ ਦੇ ਵਿੱਚ ਪ੍ਰਗਟ ਹੋਏਗੀ। ਤਾਂ ਇਹ ਲਿੰਕ ਨੇ, ਇਹ ਲੜੀਆਂ ਨੇ ਸਾਰੀਆਂ ਜਿਹੜੀਆਂ ਮੇਰੇ ਆਲੇ ਦੁਆਲੇ ਟਰੈਵਲ ਕਰ ਰਹੀਆਂ ਨੇ, ਜਾ ਰਹੀਆਂ ਨੇ, ਜੁੜ ਰਹੀਆਂ ਨੇ, ਜਾਂ ਜਿਹੜੀ ਮੇਰੇ ਬ੍ਰੇਨ ਨੂੰ ਰੀਸ਼ੇਪ ਕਰਦੀਆਂ ਨੇ, ਮੇਰਾ ਕਿਤੇ ਮੱਥਾ ਘੜਦੀਆਂ ਨੇ, ਇਹ ਸਾਰੀਆਂ। ਤਾਂ ਉਹ ਉੱਥੇ ਉਹ ਫਿਰ ਸਿੱਧ ਚਾਨੋ ਦਾ ਚੂਰਮਾ, ਸਿੱਧ ਚਾਨੋ ਦੀ ਉਸ ਥਾਂ ਦੇ ਉੱਤੇ ਉਹ ਥੜਾ ਸੀ, ਐਵੇਂ ਛੋਟਾ ਜਿਹਾ ਚੌਰਸ ਥੜਾ ਮਿੱਟੀ ਦਾ ਬਣਾਇਆ ਹੁੰਦਾ ਸੀਗਾ। ਉਹ ਕਿਸੇ ਦੇ ਘਰ ਦੇ ਵਿੱਚ ਸੀ, ਉੱਥੇ ਉਹ ਜਾ ਕੇ ਉਹਦੀ ਪੂਜਾ ਕਰਦੇ ਸੀ। ਔਰ ਲਗਭਗ ਹਰ ਪਿੰਡ ਦੇ ਵਿੱਚ, ਪੰਜਾਬ ਵਿੱਚ ਵੀ ਮੈਂ ਦੇਖੇ, ਮੈਂ ਹਰਿਆਣੇ ਦੇ ਵਿੱਚ ਵੀ ਦੇਖੇ, ਮੈਂ ਹਿਮਾਚਲ 'ਚ ਵੀ ਦੇਖੇ, ਸਿੱਧ ਚਾਨੋ ਦੇ ਬਹੁਤ ਜ਼ਿਆਦਾ ਮਾਨੌਤ ਉਸ ਸਿੱਧ ਚਾਨੋ ਦੀ ਹੈ। ਔਰ ਕਿਹਾ ਜਾਂਦਾ ਕਿ ਉਹ ਫਿਰ ਲੂਣਾ ਨੂੰ ਕ੍ਰਿਸ਼ਨ ਨੇ ਸਿਖਾਇਆ ਕਿ ਤੂੰ ਇਸ ਤਰੀਕੇ ਕਹਿ ਦੇਣਾ, ਜਿਵੇਂ ਅਸ਼ਵਥਾਮੇ ਵਾਲੀ ਅਸੀਂ ਕਥਾ ਮਹਾਭਾਰਤ ਦੇ ਵਿੱਚ ਦੇਖਦੇ ਹਾਂ ਕਿ ਕਹਿ ਦੇਣਾ ਕਿ ਅਸ਼ਵਥਾਮਾ ਮਾਰਿਆ ਗਿਆ ਹੈ ਹਾਥੀ, ਤਾਂ ਉਸ ਵੇਲੇ ਫਿਰ ਜੋ ਕਥਾ ਉਹ ਜੁੜਦੀ ਹੈ। ਇਸੇ ਤਰੀਕੇ ਦੀ ਸਿੱਧ ਚਾਨੋ ਨਾਲ ਆ ਕਿ ਭਾਈ ਤੇਰਾ ਉਹ ਜਦੋਂ ਮੱਲ ਯੁੱਧ ਹੈ ਤਾਂ ਲੂਣਾ ਰੋਂਦੀ ਪਿੱਟਦੀ ਉਹਨੂੰ ਕਹਿੰਦੀ ਹੈ ਕਿ ਤੇਰਾ ਪੁੱਤਰ ਮਾਰਿਆ ਗਿਆ ਆ, ਤੇ ਉਹਦੀ ਸਾਰੀ ਸ਼ਕਤੀ क्षीण ਹੋ ਜਾਂਦੀ ਆ ਔਰ ਉਹ ਮੱਲ ਯੁੱਧ ਦੇ ਵਿੱਚ ਸਿੱਧ ਚਾਨੋ ਜਿਹੜੇ ਆ ਉਹ ਹਾਰ ਜਾਂਦੇ ਨੇ। ਔਰ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਸਿੱਧ ਚਾਨੋ ਉੱਥੋਂ ਤੁਰੇ ਨੇ ਤੇ ਫਿਰ ਕਿੱਥੇ ਗਏ ਨੇ, ਕਿੰਨੇ ਕੋਹਾਂ ਹਜ਼ਾਰਾਂ ਲੱਖਾਂ ਮੀਲ ਚਲੇ ਗਏ ਨੇ, ਕਿੱਥੇ ਉਹ ਕਿਸੇ ਨੂੰ ਉਸ ਸਿੱਧ ਦੀ ਫਿਰ ਦੱਸ ਨਹੀਂ ਹੈ। ਬਟ ਉਸ ਸਿੱਧ ਦੇ ਚਿੰਤਨ ਦੀ ਗੱਲ ਅਸੀਂ ਤੇ ਕਰੀਏ, ਉਸ ਸਿੱਧ ਦੀ ਸਿੱਧੀ ਦੀ ਗੱਲ ਜੇ ਕਰੀਏ, ਉਸ ਸਿੱਧ ਦੀ ਜੇ ਮਨੌਤ ਦੀ ਗੱਲ ਕਰੀਏ, ਤਾਂ ਜੇ ਪੂਰੇ ਭਾਰਤ ਦੇ ਵਿੱਚ ਤੁਹਾਨੂੰ ਉਹ ਨਜ਼ਰ ਆ ਜਾਂਦਾ ਹੈ ਜੋ ਮੈਨੂੰ ਨਜ਼ਰ ਆਇਆ, ਮੈਂ ਟ੍ਰੇਸ ਕੀਤਾ ਉਹਨੂੰ ਜਾ ਕੇ। ਮਤਲਬ ਇੱਕ ਸਤਲੁਜ ਦਰਿਆ ਦੇ ਨਾਲ ਪਿੰਡ ਹੈ ਨੂਰਪੁਰ ਬੇਦੀ ਦੇ ਲਾਗੇ, ਪਿੰਡ ਹੈ ਇੱਕ ਰਾਮਪੁਰ ਹੈ, ਮੈਂ ਜੇ ਭੁੱਲਦਾ ਨਾ ਹੋਵਾਂ, ਉੱਥੇ ਸਿੱਧ ਚਾਨੋ ਦੀ ਜਗ੍ਹਾ ਹੈ। ਔਰ ਉੱਥੇ ਇੱਕ ਮਾਨਤਾ ਹੈ ਕਿ ਸਿੱਧ ਚਾਨੋ ਹੋਰਾਂ ਕਰਕੇ ਹੀ ਜਿਹੜਾ ਹੈ ਉਹ ਪੂਰੇ ਪਿੰਡ ਦੇ ਵਿੱਚ ਚੋਰੀ ਨਹੀਂ ਕੋਈ ਕਰ ਸਕਦਾ, ਤੇ ਉੱਥੇ ਲੋਕ ਜਿੰਦਰੇ ਦਾ ਕੋਈ ਕਨਸੈਪਟ ਹੀ ਨਹੀਂ ਆ ਉਸ ਪਿੰਡ ਦੇ ਵਿੱਚ। ਔਰ ਉਹ ਬਹੁਤ ਵੱਡੀ ਉੱਥੇ ਜਗ੍ਹਾ ਔਰ ਮਨੌਤ ਹੈ। ਔਰ ਮੈਂ ਗਿਆ, ਉਹ ਛੋਟੀ ਪਹਾੜੀ ਹੈ, ਕੱਚੀਆਂ ਪਹਾੜੀਆਂ ਨੇ, ਬਹੁਤ ਖੂਬਸੂਰਤ ਪਹਾੜੀਆਂ ਨੇ ਉਹ, ਬਟ ਉੱਥੇ ਉਹ ਇਸ ਤਰੀਕੇ ਦੀਆਂ ਮਨੌਤਾਂ ਵੀ ਨੇ ਉਸ ਸਿੱਧ ਦੀਆਂ। ਤਾਂ ਤੁਸੀਂ ਦੇਖ ਸਕਦੇ ਆ ਕਿ ਉਹ ਕਿੱਡੇ ਵੱਡੇ ਲੋਕ ਹੋਣਗੇ ਜਿਹੜੇ ਲੋਕਾਂ ਦੇ ਵਿੱਚ ਅੱਜ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਪੂਜਾ ਹੁੰਦੀ ਹੈ, ਅੱਜ ਵੀ ਸਾਡੇ ਉਹ ਗੁੱਗਾ ਮੈਨੂੰ
शहर आए ਨੂੰ ਕਾਫੀ ਦੇਰ ਹੋ ਗਈ, 16 ਸਾਲ ਹੋ ਗਏ ਮੈਂ ਪਿੰਡ ਗਿਆ ਨਹੀਂ, ਬਟ ਉਹ ਅਜੇ ਵੀ ਮਨੌਤ ਉਸ ਤਰੀਕੇ ਦੀ ਚੱਲੀ ਜਾਂਦੀ ਹੈ। ਸੋ ਉਸ ਸਿੱਧ ਦੀ ਫਿਰ ਪੂਜਾ ਹੁੰਦੀ ਹੈ, ਚੂਰਮਾ ਦਿੱਤਾ ਜਾਂਦਾ, ਬੱਚਿਆਂ ਨੂੰ ਪ੍ਰਸ਼ਾਦ ਵੰਡਿਆ ਜਾਂਦਾ ਤੇ ਆਣ ਕੇ ਫਿਰ ਉਹ ਡੌਲ ਸ਼ੁਰੂ ਕਰਦੇ। ਉਹਦੇ ਵਿੱਚ ਫਿਰ ਉਹ ਜਿਹੜੀ ਕਥਾ ਹੈ ਗੁੱਗੇ ਦੀ, ਤਾਂ ਉਹਦੇ ਵਿੱਚ ਫਿਰ ਗੋਰਖਨਾਥ ਆ ਜਾਂਦੇ ਨੇ, ਕਿਉਂਕਿ ਉਹ ਮਤਲਬ ਸਾਡੇ ਜੀਵਨ ਦੇ ਵਿੱਚ ਇਹਨਾਂ ਨਾਥਾਂ ਦੀ ਕਿੱਡੀ ਵੱਡੀ ਥਾਂ ਹੋਏਗੀ, ਤੁਸੀਂ ਇਮੈਜਿਨ ਨਹੀਂ ਕਰ ਸਕਦੇ। ਇਹ ਫੋਕ ਚੋਂ, ਇਹ ਗੁੱਗੇ ਦੀ ਕਥਾ ਦੇ ਵਿੱਚੋਂ, ਡੌਰੂ ਨਾਲ ਗਾਉਣ ਵਾਲਿਆਂ ਦੇ ਵਿੱਚੋਂ ਤੁਸੀਂ ਇੱਕ ਇੱਕ ਨੁਕਤਾ ਵੀ ਜੇ ਪੜ੍ਹ ਕੇ ਦੇਖੋ। ਜੈਪੁਰ ਲਿਟਰੇਚਰ ਫੈਸਟੀਵਲ ਵਾਲਿਆਂ ਨੇ ਜਦੋਂ ਮੈਨੂੰ ਸੱਦਿਆ ਤੇ ਉਹ ਕਹਿੰਦੇ, ਉਹ ਮੇਰੇ ਨਾਲ 2 ਰਾਈਟਰ ਸੀਗੇ, ਬੜੇ ਅੱਛੇ ਰਾਈਟਰ ਨੇ, ਮੈਂ ਨਾਂ ਤਾਂ ਨਹੀਂ ਲੈਂਦਾ, ਉਹ ਆਪਣੇ ਮਤਲਬ ਦਰਿਦਰਤਾ ਦੀਆਂ ਗੱਲਾਂ, ਗਰੀਬੀ ਦੀਆਂ ਗੱਲਾਂ, ਗੁਰਬਤ ਦੀਆਂ ਗੱਲਾਂ ਉਹ ਇੰਨੀਆਂ ਕੁ ਕਰੀ ਜਾਣ। ਮੈਂ ਕਿਹਾ ਯਾਰ ਮੈਂ ਤਾਂ ਬਹੁਤ ਐਲੀਟ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ, ਮੇਰੀ ਫੈਮਿਲੀ ਤਾਂ ਗੋਰਖ ਦੀ ਗੋਦੀ 'ਚ ਮੇਰਾ ਜਨਮ ਹੋਇਆ ਹੈ, ਮੈਂ ਸਿੱਧ ਚਾਨੋ ਦਾ ਬੱਚਾ ਹੈ ਯਾਰ, ਜਿਹਨੂੰ ਪੂਰੇ ਭਾਰਤ ਦੇ ਵਿੱਚ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਨਾ। ਸੋ ਮੈਂ ਤਾਂ ਕਬੀਰ ਨਾਲ ਯਾਰੀ ਹੈ ਮੇਰੀ, ਮੇਰੇ ਸਤਿਗੁਰ ਲੋਕ ਨੇ, ਮੈਂ ਉਹਨਾਂ ਦੇ ਚਰਨਾਂ 'ਚ ਬਹਿਣਾ, ਰੋਜ਼ ਉਹਨਾਂ ਦੇ ਕੋਲੋਂ ਕੋਈ ਨਾ ਕੋਈ ਗੱਲ ਸੁਣਦਾ ਹੈ। ਮੇਰਾ ਬਾਪ ਸੁਣਾਉਂਦਾ ਸੀ, ਕਿੱਸਾ ਕਾਵਰਾ ਹੀ ਆਉਂਦਾ ਸੀ, ਮੇਰੇ ਕੋਲ ਗੋਰਖ ਆਉਂਦਾ ਸੀ, ਮੇਰੇ ਕੋਲ ਗੋਪੀ ਚੰਦ ਆਉਂਦੇ ਸਨ। ਗੋਪੀ ਚੰਦ ਕਿਆ ਨਾਥ, ਔਰ ਉਹਨਾਂ ਦਾ ਉਹ ਜੋ ਕਿੱਸਾ ਮੇਰੇ ਪਿਤਾ ਜੀ ਸੁਣਾਉਂਦੇ ਸਨ, ਤੁਹਾਨੂੰ ਮੈਂ ਦੱਸਿਆ ਕਿ ਇਸ ਤਰੀਕੇ ਦੇ ਨਾਲ ਮੇਰੇ ਭਗਵਾਨ ਕਲਰ ਜਿਹੜਾ ਅੱਜ ਵੀ ਮੈਨੂੰ ਇੰਨਾ ਪੈਸ਼ਨ ਉਹਨੂੰ ਦੇਖ ਕੇ, ਅਜੇ ਕੱਲ ਪਰਸੋਂ ਮੇਰੇ ਇੱਕ ਦੋਸਤ ਨੇ ਮੇਰੀ ਉਹ ਭਗਵੇਂ ਕਲਰ ਵਾਲੀ ਫੋਟੋ ਫੇਸਬੁੱਕ ਤੇ ਲਾ ਕੇ ਕੁਛ ਬੰਦਾ ਚੰਗਾ ਲਿਖਿਆ ਸੀ, ਚੰਗਾ ਹੀ ਲਿਖਿਆ ਸੀ ਉਹ, ਮਤਲਬ ਇਹ ਸਾਰਾ। ਤਾਂ ਉਹ ਫਿਰ ਗੋਰਖਨਾਥ ਆ ਜਾਣਾ, ਕਿਉਂਕਿ ਗੁੱਗੇ ਦੀ ਮਾਂ ਵਾਸਲਾ ਜਿਹੜੀ ਹੈ, ਮੈਂ ਉਸ ਕਥਾ ਤੋਂ ਹੀ ਹੁਣ ਸਾਰਾ ਉਹ ਯਾਦ ਆਪਣੀ ਦੇ ਵਿੱਚੋਂ ਗੱਲ ਕਰ ਰਿਹਾ। ਤਾਂ ਉਹ ਗੁੱਗੇ ਦੀ ਮਾਂ ਵਾਸਲਾ ਦੇ ਕੋਈ ਬੱਚਾ ਨਹੀਂ ਹੋ ਰਿਹਾ, ਔਲਾਦ ਨਹੀਂ ਹੋ ਰਹੀ, ਤਾਂ ਉਹ ਫਿਰ ਉਹਨੂੰ ਕਿਹਾ ਜਾਂਦਾ ਹੈ ਕਿ ਤੂੰ ਨਾਥਾਂ ਦੇ ਟਿੱਲੇ ਤੇ ਜਾ, ਉਹਨਾਂ ਦੀ ਸੇਵਾ ਕਰ, ਔਰ ਉਹ ਜਾਂਦੀ ਹੈ, ਉਹ ਸੇਵਾ ਕਰਦੀ ਹੈ। ਤਾਂ ਮੈਂ ਇੱਕ ਹਵਾਲਾ ਜਿਹੜਾ ਸੀ ਮੇਰੇ ਲਈ, ਉਹ ਅੱਜ ਤੱਕ ਮਤਲਬ ਖਤਰਨਾਕ ਹਵਾਲਿਆਂ ਚੋਂ ਜਿਹਨੇ ਆਉਂਦਾ ਹੈ ਕਿ ਉਹ ਸੇਵਾ ਕਰਦੀ ਹੈ, ਝਾੜੂ ਪੋਚਾ ਜੋ ਵੀ ਕਰਦੀ ਹੈ, ਬਟ ਉਹਨਾਂ ਦੇ ਲੰਗੋਟਾਂ ਨੂੰ ਲੱਗੇ ਹੋਏ ਕਾਮ ਦੇ ਦਾਗ ਉਹ ਚੂਸ ਕੇ ਆਉਂਦੀ ਹੈ। ਯਾਨੀ ਤੁਸੀਂ ਨਾਥਾਂ ਦੀ ਸਾਡੇ ਸਮਾਜ ਮਾਨਤਾ। ਔਰ ਉਸ ਤੋਂ ਬਾਅਦ ਗੁੱਗੇ ਦਾ ਜਨਮ ਹੈ, ਫਿਰ ਗੁੱਗਾ ਜਿੱਦਾਂ ਯਾਰ ਵੀਰ ਹੋਇਆ ਹੈ, ਬਹਾਦਰ ਹੋਇਆ ਹੈ, ਉਹਦੀਆਂ ਲੜਾਈਆਂ ਜੰਗਾਂ, ਉਹਦਾ ਚਿੰਤਨ ਮੰਥਨ, ਉਹਦਾ ਬੁੱਧ ਪ੍ਰਬੁੱਧ, ਉਹਦੀ ਸਿੱਧ, ਉਹਦੀ ਸਾਰੀ ਮਨੌਤ, ਜਿਸ ਤਰੀਕੇ ਦੇ ਨਾਲ ਅੱਜ ਵੀ ਅਸੀਂ, ਔਰ ਫਿਰ ਉਹ ਕਿਸੇ ਨਾ ਕਿਸੇ ਤਰੀਕੇ, ਜੇ ਗੁੱਗੇ ਦੇ ਰੂਪ ਚ ਅਸੀਂ ਨਾਗ ਦੀ ਪੂਜਾ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਨਾਗ ਟ੍ਰਾਈਬ ਨਾਲ ਉਹਦਾ ਸੰਬੰਧ ਬਣਦਾ ਹੈ ਜਾਂ ਨਹੀਂ ਬਣਦਾ। ਮੈਨੂੰ ਲੱਗਦਾ ਇਸ ਗੱਲ ਨੂੰ ਵੀ ਅਸੀਂ ਟ੍ਰੇਸ ਕਰ ਸਕਦੇ ਹਾਂ, ਇਸ ਗੱਲ ਦੇ ਪਿੱਛੇ ਵੀ ਜਾ ਸਕਦੇ ਹਾਂ। ਤਾਂ ਉਹ ਫਿਰ ਗੋਰਖਨਾਥ ਦੇ ਟਿੱਲੇ ਤੇ ਮਾਤਾ ਵਾਸਲਾ ਦਾ ਜਾਣਾ, ਔਰ ਉਹ ਨਾਥਾਂ ਦਾ ਆਸ਼ੀਰਵਾਦ ਮਿਲਣਾ, ਔਰ ਗੁੱਗੇ ਦਾ ਪੈਦਾ ਹੋਣਾ, ਔਰ ਐਡੇ ਬਹਾਦਰ ਬੰਦੇ ਦਾ ਪੈਦਾ ਹੋਣਾ, ਜਿਹਨੂੰ ਅੱਜ ਵੀ ਸਾਡੇ ਪਿੰਡਾਂ ਦੇ ਵਿੱਚ ਜਿਹੜੀ ਇੰਨੀ ਮਾਨਤਾ ਹੈ, ਬਰਸਾਤਾਂ ਦੇ ਦਿਨਾਂ ਦੇ ਵਿੱਚ ਉਹ ਸੇਵੀਆਂ ਬਣਾਈਆਂ ਜਾਂਦੀਆਂ ਨੇ, ਤਾਂ ਉਹ ਕੁਛ ਪਿੰਡ ਬਣਾਏ ਜਾਂਦੇ ਨੇ ਆਟੇ ਦੇ, ਜਿਹਦੇ ਨਾਲ ਉਹਨਾਂ ਦੀ ਮਾਨਤਾ ਮਨੌਤ ਕੀਤੀ ਜਾਂਦੀ ਹੈ। ਬਟ ਜੇ ਮਨੌਤ ਕੀਤੀ ਜਾਂਦੀ ਹੈ, ਹਰ ਘਰ ਕਰਦਾ ਹੈ, ਉਹਦੇ ਵਿੱਚ ਕੋਈ ਕਾਸਟ ਜਾਂ ਕਰੀਡ ਜਾਂ ਕਲਰ ਦੀ ਬਿਲਕੁਲ ਨਹੀਂ ਹੈ। ਇਹਦੀ ਮਨੌਤ ਹਰ ਕੋਈ ਕਰਦਾ ਪੰਜਾਬ ਦੇ ਵਿੱਚ। ਤਾਂ ਇਸ ਟ੍ਰੈਡੀਸ਼ਨ ਦੀ ਤੁਸੀਂ ਰਿਚਨੈਸ ਜਿਹੜੀ ਹੈ, ਲੋਕਾਂ ਦੇ ਵਿੱਚ ਰਸਾਈ ਜਿਹੜੀ ਹੈ, ਇਹਨਾਂ ਸਿੱਧਾਂ ਦੀ, ਇਹਨਾਂ ਨਾਥਾਂ ਦੀ ਤੁਸੀਂ ਦੇਖ ਸਕਦੇ ਹਾਂ। ਜਿਹੜੀ ਮੇਰੇ ਆਲੇ ਦੁਆਲੇ, ਜਿਹੜੇ ਪੰਜਾਬੀਆਂ ਦੇ ਆਲੇ ਦੁਆਲੇ, ਮੈਂ ਦੇ ਹਵਾਲੇ ਦੇ ਨਾਲ ਮੈਂ ਪੰਜਾਬੀਆਂ ਦੀ ਗੱਲ ਕਰਦਾ ਹਾਂ ਕਿ ਜਿਹੜੀ ਪੰਜਾਬੀਆਂ ਦੇ ਹਵਾਲੇ ਦੇ ਨਾਲ ਚੱਲਦੀ ਹੈ ਔਰ ਅੱਗੇ ਟਰੈਵਲ ਕਰਦੀ ਹੈ। ਫਿਰ ਪਿਤਾ ਜੀ ਪੂਰਨ ਭਗਤ ਦਾ ਕਿੱਸਾ ਪੜ੍ਹਦੇ ਸਨ, ਹਨਾ, ਔਰ ਉਹ ਇੰਨਾ ਰਿਚ ਕਿੱਸਾ, ਇੰਨਾ ਅਮੀਰ ਕਿੱਸਾ। ਫਿਰ ਉਹ ਕਿਵੇਂ ਰਾਜਾ ਸਲਵਾਨ, ਕਿਵੇਂ ਉਹਦਾ ਪੂਰਨ ਭਗਤ ਦਾ 12 ਸਾਲ ਭੋਰੇ ਚ ਪੈਣਾ, ਫਿਰ ਭੋਰੇ ਚੋਂ ਬਾਹਰ ਨਿਕਲਣਾ, ਆਪਣੀਆਂ ਮਾਤਾਵਾਂ ਨੂੰ ਮਿਲਣ ਜਾਣਾ,
ਤੇ ਮਾਤਾਵਾਂ ਨੂੰ ਮਿਲਣ ਜਾਂਦਾ ਹੈ, ਤੇ ਉੱਥੇ ਫਿਰ ਉਹ ਲੂਣਾ, ਜਿਹੜਾ ਮੈਂ ਪਹਿਲਾਂ ਲੂਣਾ ਸ਼ਬਦ ਦੇ ਹਵਾਲੇ ਦੇ ਨਾਲ, ਨਾਮ ਦੇ ਹਵਾਲੇ ਦੇ ਨਾਲ ਤੁਹਾਨੂੰ ਜ਼ਿਕਰ ਕੀਤਾ ਸੀਗਾ। ਔਰ ਪਰ ਜੇ ਇਸ ਲੂਣਾ ਬਾਰੇ ਫਿਰ ਬਾਅਦ ਦੇ ਵਿੱਚ ਸਾਡੇ ਸ਼ਿਵ ਕੁਮਾਰ ਬਟਾਲਵੀ ਹੋਰਾਂ ਨੇ ਬਿਲਕੁਲ ਹੀ ਅੱਡਰੀ ਕਿਸਮ ਦੀ ਐਸੀ ਰਿਚ ਕਵਿਤਾ ਜਿਹੜੀ ਜੋ ਬਾਬਲ ਪਰ ਢੂੰਡ ਲਿਆ ਆ, ਉਹਨਾਂ ਅੱਗ ਦੀ ਮੇਚ ਨੀ ਮੈਂ ਅੱਗ ਟੁਰੀ ਪਰਦੇਸ, ਇੱਕ ਛਾਤੀ ਮੇਰੀ ਹਾੜ ਤਪੇਂਦਾ, ਦੂਜੀ ਤਪਦਾ ਜੇਠ, ਜਾਂ ਮੈਂ ਪੂਰਨ ਦੀ ਮਾਂ ਪੂਰਨ ਦੇ ਹਾਣ ਦੀ, ਕਿਉਂਕਿ ਉਹ ਰਾਜਾ ਸਲਮਾਨ ਵੱਡੀ ਉਮਰ ਦਾ ਸੀ, ਲੂਣਾ ਛੋਟੀ ਉਮਰ ਦੀ ਸੀ। ਆਪਾਂ ਉਸ ਮਾਮਲੇ 'ਚ ਨਾ ਵੀ ਪਈਏ ਤਾਂ ਉਸ ਕਿੱਸੇ ਦੇ ਮੁਤਾਬਿਕ ਜੇ ਮੈਂ ਗੱਲ ਕਰ ਰਿਹਾ, ਤਾਂ ਉਹ ਫਿਰ ਕਿਵੇਂ ਲੂਣਾ ਉਹਦੇ ਤੇ ਮੋਹਿਤ ਹੁੰਦੀ ਹੈ, ਔਰ ਜੇ ਉਹ ਉਹਨੂੰ ਨਹੀਂ ਕੋਈ ਇਸ ਤਰੀਕੇ ਦਾ ਨਜ਼ਰ ਆਉਂਦਾ ਕਿ ਪੂਰਨ ਕਿਤੇ ਡਾਵਾਂ ਡੋਲ ਹੋਵੇ, ਉਹ ਉਹਨੂੰ ਆਪਣੀ ਮਾਂ ਦੇ ਰੂਪ 'ਚ ਸਮਝਦਾ ਆ, ਤੇ ਉਹ ਫਿਰ ਉਹਨੂੰ ਕਹਿੰਦੀ ਹੈ ਕਿ ਮੈਂ ਤੇਰੇ ਤੇ ਲਾਂਛਣ ਲਾ ਕੇ, ਦੂਸ਼ਣ ਲਾ ਕੇ ਤੈਨੂੰ ਧਮਕੀ ਦਿੰਦੀ ਹੈ। ਬਟ ਉਹ ਨਹੀਂ, ਇਹਦੇ ਬਾਵਜੂਦ ਵੀ ਫਿਰ ਉਹ ਧਮਕੀ ਅਸਲੀ ਰੂਪ 'ਚ ਆਉਂਦੀ ਹੈ, ਤੇ ਕਿਵੇਂ ਫਿਰ ਪੂਰਨ ਭਗਤ ਦੇ ਬਾਹਾਂ ਤੇ ਪੈਰ ਵੱਢ ਕੇ ਤੇ ਉਹਨੂੰ ਫਿਰ ਖੂਹ ਦੇ ਵਿੱਚ ਸਿੱਟ ਦਿੱਤਾ ਜਾਂਦਾ ਹੈ, ਉਹਨੂੰ ਸਜ਼ਾ ਮਿਲਦੀ ਹੈ ਆਪਣੀ ਮਾਂ ਜਿਹੜੀ ਲੂਣਾ ਦੇ ਕਹਿਣ ਦੇ ਮੁਤਾਬਕ ਉਹ ਸਾਰੇ ਦਾ ਸਾਰਾ ਹੁੰਦਾ ਹੈ। ਔਰ ਉੱਥੇ ਫੇਰ ਪ੍ਰਗਟ ਹੁੰਦੇ ਨੇ ਗੋਰਖਨਾਥ ਜੀ, ਉੱਥੇ ਫੇਰ ਨਾਥ ਫਿਰ ਕਿਵੇਂ ਉਹਨੂੰ ਕੱਚੇ ਧਾਗੇ ਦੇ ਨਾਲ ਜਿਹੜਾ ਹੈ ਉਹ ਸੂਤ ਨਾਲ, ਕੱਚੇ ਸੂਤ ਦੇ ਨਾਲ ਉਹਨੂੰ ਬਾਹਰ ਖੂਹ ਦੇ ਵਿੱਚੋਂ ਕੱਢ ਕੇ, ਤੇ ਫਿਰ ਕਿਵੇਂ ਉਹਦੀਆਂ ਬਾਹਾਂ ਔਰ ਲਿੰਬਸ ਤੇ ਲੱਤਾਂ ਜਿਹੜੀਆਂ ਹੈ ਉਹ ਦੁਬਾਰਾ ਪੁਨਰ ਸੁਰਜੀਤ ਹੁੰਦੀਆਂ ਨੇ ਨਾਥਾਂ ਦੇ ਨਾਲ। ਸਭ ਤੋਂ ਮੈਟਾਫੋਰਿਕਲ ਕਿ ਉਹਨਾਂ ਦੀ ਮਨੌਤ ਦੀ ਗੱਲ ਹੋ ਸਕਦੀ ਹੈ, ਉਹਨਾਂ ਦੀ ਦਇਆ ਕਿਰਪਾ ਦੀ ਗੱਲ ਹੋ ਸਕਦੀ ਹੈ। ਉਹ ਚਿਕਿਤਸਕ ਸਨ, ਬਹੁਤ ਵੱਡੇ ਨਾਥ, ਬਹੁਤ ਵੱਡੇ ਚਿਕਿਤਸਕ ਸਨ, ਆਯੁਰਵੇਦ ਦੇ ਮਾਹਿਰ ਸਨ, ਉਹ ਸ਼ਾਇਰ ਸਨ, ਉਹ ਭਾਸ਼ਾ ਵਿਗਿਆਨੀ ਸਨ, ਉਹ ਸਿੱਧ ਲੋਕ, ਨਾਥ ਲੋਕ, ਉਹ ਬਹੁਤ ਵੱਡੀਆਂ ਦੇਣਾ ਨੇ, ਬਹੁਤ ਵੱਡੀ ਕੰਟਰੀਬਿਊਸ਼ਨ ਹੈ ਉਹਨਾਂ ਦੀ ਪੂਰੇ ਭਾਰਤ ਦੇ ਵਿੱਚੋਂ। ਬੰਗਾਲ ਚੋਂ ਹੋਏਗਾ, ਨੇਪਾਲ ਚ ਸਭ ਤੋਂ ਵੱਧ, ਜਿਵੇਂ ਮਛੰਦਰ ਨਾਥ ਦੀ ਗੱਲ ਇਹਦੇ ਨਾਲ ਹੀ ਜੋੜਦਾ ਕਿ ਮਛੰਦਰ ਨਾਥ ਵੀ ਕਿਸ ਤਰੀਕੇ ਦੇ ਨਾਲ ਇੱਕ ਰਾਜੇ ਦਾ ਬੇਟਾ ਹੈ, ਔਰ ਉਹਨੂੰ ਵੀ ਇਸੇ ਤਰੀਕੇ ਦੀ ਸਜ਼ਾ ਦਿੱਤੀ ਜਾਂਦੀ ਹੈ, ਕਿਉਂਕਿ ਬਾਹਾਂ ਪੈਰ ਵੱਢ ਕੇ ਤੇ ਉਹਨੂੰ ਜੰਗਲ 'ਚ ਸੁੱਟ ਦਿੱਤਾ ਜਾਂਦਾ ਹੈ, ਤੇ ਕਿਵੇਂ ਉਹਦੇ ਤੇ ਫਿਰ ਨਾਥ ਕਿਰਪਾ ਕਰਦੇ ਨੇ, ਉਹ ਪੁਨਰ ਸਰਜੀਤ ਹੁੰਦਾ ਹੈ, ਫਿਰ ਕਿਵੇਂ ਉਹ ਨਾਥ ਟ੍ਰੈਡੀਸ਼ਨ ਦੇ ਨਾਲ ਜੁੜਦੇ ਨੇ। ਸੋ ਇਹ ਮੈਟਾਫੋਰਿਕਲ ਸਟੋਰੀਜ਼ ਜਿਹੜੀਆਂ ਨੇ ਬਹੁਤ ਸਾਰੇ ਨਾਥਾਂ ਦੇ ਨਾਲ ਜੁੜੀਆਂ ਹੋਈਆਂ ਨੇ। ਔਰ ਫਿਰ ਪੂਰਨ ਭਗਤ ਜਿਹੜਾ ਹੈ ਉਹ ਚੌਰੰਗੀ ਨਾਥ ਦੀ ਬਾਣੀ ਜਿਹੜੀ ਹੈ ਤੁਹਾਨੂੰ ਕਾਫੀ ਮਿਲ ਜਾਂਦੀ ਹੈ, ਜਿਹੜੀ ਕਿਆ ਰਿਚਨੈਸ ਹੈ ਉਸ ਬਾਣੀ ਦੇ ਵਿੱਚ। ਤਾਂ ਤੁਹਾਡੇ ਸਿਆਲਕੋਟ 'ਚ ਹੀ ਹੈ ਇਸ ਤਰ੍ਹਾਂ ਤੌਹੀਦ ਜੀ, ਸ਼ਾਇਦ ਪੂਰਨ ਭਗਤ ਹੋਰਾਂ ਦੀ, ਜੇ ਮੈਂ ਨਹੀਂ ਕੋਈ ਗਲਤ ਬਿਆਨੀ ਨਹੀਂ ਕਰ ਰਿਹਾ ਤਾਂ ਫਿਰ ਉਹ ਕਿਵੇਂ ਫਿਰ ਨਾਥ ਬਣਦਾ ਹੈ, ਕਿਵੇਂ ਫਿਰ ਯੋਗ ਕਮਾਉਂਦਾ ਹੈ, ਔਰ ਕਿਵੇਂ ਫਿਰ ਉਹ ਜਾ ਕੇ ਆਪਣੇ ਉੱਥੇ ਜਿੱਥੇ ਦਾ ਉਹ ਹੈ ਸਲਵਾਨ ਰਾਜਾ, ਉੱਥੇ ਉਹ ਜਾਂਦਾ ਹੈ। ਉਹ ਬਾਗ ਜਿਹੜਾ ਪੂਰਨ ਦਾ ਬਾਗ ਹੈ, ਜਿਹੜਾ ਸੁੱਕ ਗਿਆ ਹੈ, ਉਹ ਉੱਥੇ ਫਿਰ ਜਾ ਕੇ ਧੂਣਾ ਰਮਾਉਂਦੇ ਨੇ, ਔਰ ਉਹ ਬਾਗ ਕੁਝ ਦਿਨਾਂ ਦੇ ਵਿੱਚ ਹੀ ਹਰਿਆ ਹੋ ਜਾਂਦਾ ਹੈ, ਕਿਉਂਕਿ ਉਹ ਨਾਥ, ਉਹ ਆਭਾ ਮੰਡਲ, ਉਹਨਾਂ ਦਾ ਉਹ ਔਰਾ, ਉਹ ਤਪ, ਉਹ ਸਿੱਧ ਜਿਹੜਾ ਹੈ, ਆਈ ਥਿੰਕ ਉਹ ਕਿਤੇ ਨਾ ਕਿਤੇ ਕਾਰਜਸ਼ੀਲ ਹੈ। ਫਿਰ ਕਿਸ ਤਰੀਕੇ ਦੇ ਨਾਲ ਮਾਤਾ ਇਛਰਾ ਜਿਹੜੀ ਅੰਨੀ ਹੋ ਗਈ ਹੈ ਪਿੱਤਰ ਦੇ ਵਿਯੋਗ ਦੇ ਵਿੱਚ, ਉਹ ਆਉਂਦੀ ਹੈ, ਤਾਂ ਫਿਰ ਉਹਦੇ ਸੀਰ, ਮਾਈ ਗॉड, ਉਹਦੇ ਦੁੱਧ ਉੱਤਰ ਆਉਂਦਾ ਹੈ। ਉਹਨੂੰ ਤਾਂ ਨਾਥ ਦੇ ਦਰਸ਼ਨਾਂ ਨੂੰ ਆਈ ਹੈ, ਜਿਹੜੇ ਨਾਥ ਨੂੰ ਲੋਕਾਂ ਦੇ ਵਿੱਚ ਜਿਹੜੀ ਮਾਨਤਾ ਵਾਲੀ ਗੱਲ ਸੀ, ਹਨਾ। ਤਾਂ ਮੈਂ ਦੇਖਦਾ ਉਹ ਫਿਰ ਕਿੱਸਾ, ਪੂਰਨ ਭਗਤ ਦਾ ਕਿੱਸਾ ਜਿਹੜਾ ਹੈ ਉਹ ਸਾਰੇ ਦਾ ਸਾਰਾ ਮੈਨੂੰ ਨਾਥ ਦੀ ਟ੍ਰੈਡੀਸ਼ਨ, ਉਹਦਾ ਸਾਡੇ ਲੋਕਾਂ 'ਚ ਮਨੌਤ, ਉਹਨਾਂ ਦਾ ਚਿੰਤਨ, ਕਿਉਂਕਿ ਉਸ ਕਿੱਸੇ ਦੇ ਵਿੱਚ ਵੀ ਫਿਰ ਜਿਹੜਾ ਸਾਰਾ ਗੋਰਖ ਬਾਣੀ ਦਾ ਚਿੰਤਨ ਹੈ, ਪੂਰਨ ਭਗਤ ਦੀ ਚੌਰੰਗੀ ਨਾਥ ਦੀ ਬਾਣੀ ਦਾ ਚਿੰਤਨ ਹੈ, ਉਹ ਸਾਰੇ ਦਾ ਸਾਰਾ ਫਿਰ ਉਹ ਚਿੰਤਨ ਸਾਨੂੰ ਉਹਦੇ ਵਿੱਚੋਂ ਨਜ਼ਰ ਆਉਂਦਾ ਹੈ, ਸਾਰੇ ਦਾ ਸਾਰਾ। ਸੋ ਉਹ ਪੂਰਨ ਭਗਤ ਦੇ ਕਿੱਸੇ ਰਾਹੀਂ
ਮੇਰੇ ਕੋਲ ਆ ਜਾਂਦੇ ਸੀ। ਹੀਰ ਦੇ ਕਿਸੇ ਦਾ ਮੈਂ ਹਵਾਲਾ ਤੁਹਾਨੂੰ ਪਹਿਲਾਂ ਦੇ ਦਿੱਤਾ ਕਿ ਬਾਬੇ ਵਾਰਿਸ ਸ਼ਾਹ ਦੇ ਹੀਰ ਦੇ ਕਿਸੇ ਦੇ ਹਵਾਲੇ ਦੇ ਨਾਲ ਮੇਰੇ ਕੋਲ ਨਾਥ ਜਿਹੜੇ ਹੈ ਆਉਂਦੇ ਨੇ, ਔਰ ਨਾਥਾਂ ਦੀ ਜੋ ਵਡਿਆਈ ਹੈ, ਜੋ ਫਿਰ ਬਾਬਾ ਬੁੱਲੇ ਸ਼ਾਹ ਜਿਸ ਫਿਰ ਮੇਰਾ ਆਪਣਾ ਚਿੰਤਨ ਹੈ ਚੱਲਣ ਲੱਗ ਪੈਂਦਾ ਹੈ। ਫਿਰ ਬਾਬਾ ਬੁੱਲੇ ਸ਼ਾਹ ਦੇ ਨੀ ਮੈਂ ਜਾਣਾ ਯੋਗੀ ਦੇ ਨਾਲ ਕੰਨੀ ਮੁਦਰਾ ਪਾ ਕੇ, ਮੈਂ ਜੋਗੀ ਜੋਗੀ ਮਾਈ ਗॉड। ਔਰ ਉਹ ਫਿਰ ਸਾਰੀ ਟ੍ਰੈਡੀਸ਼ਨ ਸੂਫੀਆਂ ਦੀ, ਫਿਰ ਇਹ ਸਾਰੇ ਨਾਥ ਮੇਰੇ ਕੋਲ ਸਤਿਗੁਰ ਰੈਦਾਸ ਰਾਹੀਂ, ਸਤਿਗੁਰ ਕਬੀਰ ਰਾਹੀਂ। ਔਰ ਮੈਨੂੰ ਲੱਗਦਾ ਅਸੀਂ ਕਾਫੀ ਲੰਬਾ ਲੈ ਗਏ, ਬਟ ਜਿਹੜੀ ਗੱਲ ਕਰਨੀ ਸੀ ਮੈਂ ਚਲੋ ਇੱਕ ਹਵਾਲੇ ਦੇ ਨਾਲ ਗੱਲ ਕਰਦਾ ਹਾਂ ਕਿ ਕਿਵੇਂ ਟਰੈਵਲ ਕਰਦਾ ਹੈ ਥਾਟ ਇਹਨਾਂ ਦਾ। ਯਾਰ ਕਿੱਡੇ ਵੱਡੇ ਲੋਕ ਨੇ ਇਹ, ਔਰ ਤੁਸੀਂ ਉਸ ਧਰਾਤਲ ਤੇ ਜਾਓ ਸਹੀ। ਮੈਨੂੰ ਕੱਲ ਦਾ ਹੀ ਗੋਪੀ ਚੰਦ ਨੇ ਬਹੁਤ ਮੇਰੇ ਤੇ ਪੈਰਾ ਬੈਠਾ ਹੋਇਆ ਸੀਗਾ। ਅੱਜ ਮੈਂ ਉਹਦੇ ਕੋਲ ਛੁਟਕਾਰਾ ਪਾਇਆ, ਮੈਂ ਕਿਹਾ ਯਾਰ ਤੂੰ ਪਰੇ ਨਹੀਂ ਥੋੜਾ ਜਿਹਾ ਮੇਰਾ ਵੀਰ, ਮੈਨੂੰ ਥੋੜਾ ਜਿਹਾ ਬਾਕੀ ਨਾਥਾਂ ਦੀ ਵੀ ਗੱਲ ਕਰ ਲੈਣ ਦੇ। ਉਹ ਮੈਂ ਦਿੱਲੀ ਗਿਆ ਇੱਕ ਵਾਰ ਲੈਕਚਰ ਦੇਣ, ਮਾਈ ਗॉड ਯਾਰ ਉਹ ਲੈਕਚਰ ਕਿਤੇ ਹੋਰ ਸੀ ਤੇ ਮੇਰੇ ਤੇ ਪੈਰਾ ਬਹਿ ਗਿਆ ਸਤਿਗੁਰੂ ਨਾਮਦੇਵ ਜੀ। ਪਾੜ ਪੜੋਸਣ ਪੁੱਛੈ ਨਾਮਾ ਕਾਪੈ ਛਾਨ। ਆ ਦੇਖੋ ਹੁਣ ਇਹ ਸਤਿਗੁਰੂ ਲੋਕ ਏਡੇ ਖਤਰਨਾਕ ਨੇ। ਨਾਮਦੇਵ ਮੇਰੇ ਖੱਬੇ ਪਾਸੇ ਆ ਕੇ ਖੜ ਗਏ। ਮੈਂ ਹੁਣ ਤੁਹਾਡੀ ਨਹੀਂ ਸੁਣਨੀ, ਮੈਂ ਤੁਹਾਨੂੰ ਨਮਨ ਕਰਕੇ ਜਿਹੜਾ ਹੈ ਮੈਂ ਸਤਿਗੁਰੂ ਗੋਰਖਨਾਥ ਕੋਲ ਆ, ਤੁਹਾਡੇ ਕੋਲ ਫੇਰ ਆਉਂਦੇ ਆਪਾਂ ਭਰਾ। ਗੋਰਖਨਾਥ ਕਹਿੰਦੇ ਨੇ, ਆਪਣਾ ਲੰਬਾ ਸ਼ਬਦ ਹੈ ਬਟ ਉਹਦੇ ਵਿੱਚ ਇੱਕ ਥਾਟ ਜਿਹੜਾ ਹੈ ਕਹਿ ਰਹਾ, ਮਰੋ ਰੇ ਜੋਗੀ ਮਰੋ, ਮਰੋ ਮਰਨ ਹੈ ਮੀਠਾ। ਮਾਈ ਗॉड, ਮਰੋ ਰੇ ਜੋਗੀ ਮਰੋ, ਮਰੋ ਮਰਨ ਹੈ ਮੀਠਾ। अच्छी प्यास और मर कौन सकता है? सतगुर पलटू कहते ने कि लागी गांसी ज्ञान की, पलटू मुआ तुरंत। पलटू मर सकता उसी वेले ज्ञान होया, पलटू मैं पलटू उसी वेले मर गया। लागी गांसी ज्ञान की, पलटू मुआ तुरंत। सतगुर कबीर कहते ने, जित मरने ते जग डरै, मेरे मन आनंद। गंग जमन के बीच में सुन समाधि घाट, तहां कबीरे मठ किया, सुर नार जन मन बाट। मठ बना के बैठा जिथे सुन समाधि है, जिथे जित मरने ते मरो रे जोगी मरो, जित मरने ते जग डरे, मेरे मन आनंद। मैं तुहानू हवाला दिता सी ज्ञानदेव जी का 13वीं शताब्दी जैन मुनि का, जिन्होंने लुडो खेड बनाई है सप सीढ़ी वाली। तो जिथे ज्ञान वाला खाना है उतों सीढ़ी चढ़ती है, और जिथे वो पहुंचती है वो अवस्था आनंद दी है। उथे आनंद लिखा है। अयोगी जेड़े ने वो ज्ञान की अवस्था चो आनंद दी। मैं मर गया गंग जमन, गंगा जमना दे विच सुन समाधि, जिथे जन मन मुनि ऋषि पहुंचना चाहते ने, ते मेरा सतगुर कबीर घाट उथे कहंदा, तहा कबीरे मठ किया, मठ करके बैठा। और ये जेडे लोग ने, जेडे सिद्ध ने, नाथ ने, संत ने, बुद्धिस्ट ट्रेडिशन तो चले आउंदे ने यार, इन्हां ने नेचर दी डायलैक्ट्स नूं ਅਸੀਂ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਨੇ, ਦੇਖੋ ਸਾਡੇ ਮੈਥੀਕਲ, ਮੈਂ ਪੁਰਾਣਾਂ ਦੀ ਗੱਲ ਕੀਤੀ ਸੀ, ਤਾਂ ਪੁਰਾਣਾਂ ਦੀ ਗੱਲ ਜੇ ਮੈਂ ਸਿਧਾਂਤਕੀ ਤੇ ਗੱਲ ਆਵਾਂ ਤੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਾਡੀਆਂ ਬੁੱਧਿਸਟ ਟ੍ਰੈਡੀਸ਼ਨਾਂ ਸੀ, ਸਾਡੀ ਸਾਖ ਦਰਸ਼ਨ ਸੀ, ਸਾਡੀਆਂ ਇਹ ਸਾਰੀਆਂ ਪਰੰਪਰਾਵਾਂ ਸਨ, ਤਾਂ ਇਹ ਸਾਡੇ 9 ਨਾਥ 84 ਸਿੱਧ ਜਿਹੜੇ ਨੇ, ਔਰ ਸਾਡੇ ਪੁਰਾਣਾਂ ਦੇ ਵਿੱਚ ਜਿਹੜੇ 88,000 ਸਿੱਧ ਦੱਸੇ ਹੋਏ ਨੇ, ਜਿਹੜੇ ਸੂਰਜ ਦੇ ਉੱਤਰੀ ਪਾਸੇ ਵੱਲ ਨੂੰ ਜਾਂਦੇ ਨੇ। ਔਰ ਇਹ ਵੀ ਦੱਸਿਆ ਜਾਂਦਾ ਕਿ ਸੂਰਜ ਦੇ ਘੋੜੇ ਦਾ ਜਿਹੜਾ ਚੱਕਰ ਹੈ, ਸੂਰਜ ਦਾ ਚੱਕਰ ਜਿਹੜਾ ਹਫ਼ਤੇ ਬਾਅਦ ਦੇ ਚੱਕਰ 'ਚ 2 ਸਿੱਧ
ਉਹਦੇ ਰੱਥ ਦੇ ਨਾਲ ਜਾਂਦੇ ਨੇ, ਉਹ ਪੂਰੇ ਚੱਕਰ ਦੇ ਵਿੱਚ ਸਿੱਧ ਜਿਹੜੇ ਨੇ ਉਹ ਮੌਜੂਦ ਨੇ। ਤਾਂ ਕੋਈ ਇਹ ਸਾਰੇ ਇਹਨਾਂ ਦੀ ਬਾਣੀ ਦੀ ਸਟੱਡੀ ਕਰਾਂ ਮੈਂ, ਉਹ ਫਿਰ ਆਪਾਂ ਗੱਲ ਕੀਤੀ ਸੀ ਕਿ ਅਕਾਦਮਿਕ ਤਰੀਕੇ ਦੇ ਨਾਲ ਤੁਹਾਨੂੰ ਕਿਤਾਬਾਂ ਦੇ ਨਾਂ ਦੱਸ ਦਵਾਂ ਤੇ ਫਲਾਂ ਰੈਫਰੈਂਸ, ਉਹਦੇ ਨਾਲ ਨਹੀਂ ਮੈਂ ਗੱਲ ਕਰਦਾ। ਮੈਂ ਤਾਂ ਆਪਣੇ ਹਵਾਲੇ ਨਾਲ, ਜਿਸ ਤਰੀਕੇ ਦੇ ਨਾਲ ਇਹ ਮੇਰੇ ਨਾਲ ਵਿਚਰਦੇ ਨੇ, ਇਸ ਤਰੀਕੇ ਨਾਲ ਮੇਰੇ ਤੇ ਕਿਰਪਾ ਕਰਦੇ ਨੇ, ਜਾਂ ਜਿਸ ਤਰੀਕੇ ਦੇ ਨਾਲ ਮੈਂ ਇਹਨਾਂ ਨੂੰ ਅੰਡਰਸਟੈਂਡ ਕਰਦਾ ਹਾਂ, ਤਾਂ ਉਹਨਾਂ ਦੇ ਇਹ ਲੋਕ ਨੇਚਰ ਦੀ ਡਾਇਲੈਕਟਸ ਦੀ ਅੰਡਰਸਟੈਂਡਿੰਗ ਹੈ। ਗੁਰੂ ਨਾਨਕ ਦੇਵ, ਮੈਂ ਕਹਿ ਰਿਹਾ ਸੀ ਮਿੱਥ ਦੇ ਹਵਾਲੇ ਦੇ ਨਾਲ, ਕਿ ਮਿੱਥ ਸਾਡੀ ਕੀ ਕਰਦੀ ਹੈ ਕਿ ਸਾਡੀ ਇਸ ਸਾਰੀ ਟ੍ਰੈਡੀਸ਼ਨ ਨੂੰ ਕਿਲ ਕਰਦੇ ਆ, ਉਹਨੂੰ ਮਾਰਦੇ ਆ। ਮਾਰੇ ਗਏ ਨਾਥ, ਕਿਲ ਕੀਤੇ ਗਏ, ਬੁੱਧ ਮਾਰੇ ਗਏ ਸਾਡੇ। ਅਸੀਂ ਉਹ ਜਿਹੜੇ ਬੁੱਧ ਨੂੰ ਪੈਦਾ ਕਰਨ ਵਾਲੇ, ਸਾਡੇ ਬੁੱਧਿਸਟ ਟ੍ਰੈਡੀਸ਼ਨ ਉਸ ਤਰੀਕੇ ਦੀ ਇੰਨੀ ਰਿਚ ਨਹੀਂ ਰਹੀ। ਉਹਦੀ ਹਿਸਟੋਰੀਕਲ ਕਾਰਨ ਨੇ ਤੁਹਾਡੇ ਸਾਹਮਣੇ ਨੇ ਸਾਰੇ। ਤਾਂ ਉਹ ਮਿੱਥ ਫਿਰ ਸਾਡੀ ਜਿਹੜੀ ਉਹ ਆਕਾਸ਼ ਵੱਲ ਨੂੰ ਜਾਂਦੀ ਹੈ। ਬਟ ਗੁਰੂ ਨਾਨਕ ਵਿਚਾਰ ਨੂੰ, ਥਾਟ ਨੂੰ ਆਕਾਸ਼ ਤੋਂ ਲਾ ਕੇ ਕੁਦਰਤ ਦੇ ਨੇੜੇ ਕਰ ਦਿੰਦੇ ਨੇ, ਤੇ ਉਸੇ ਹੀ ਕੁਦਰਤ ਦੇ ਨੇੜੇ ਉਹ ਥਾਟ ਨੂੰ ਜੋ ਕੇ ਬਾਬਾ ਬੁੱਲੇ ਸ਼ਾਹ ਹੋਰੀ, ਉਹ ਸਾਰੀ ਟ੍ਰੈਡੀਸ਼ਨ ਦੀ ਜਦੋਂ ਮੈਂ ਗੱਲ ਕਰਦਾ, ਸਤਿਗੁਰੂ ਨਾਮਦੇਵ, ਕਬੀਰ, ਰੈਦਾਸ, ਉਹ ਜਾ ਕੇ ਬੰਦੇ ਦੇ ਨੇੜੇ ਲੈ ਕੇ ਆ ਜਾਂਦੇ। ਤਾਂ ਉਹ ਨੇਚਰ ਦੀ ਡਾਇਲੈਕਟਸ ਦੀ ਅੰਡਰਸਟੈਂਡਿੰਗ ਵਾਲੀ ਜਿਹੜੀ ਗੱਲ ਮੈਂ ਕਰਦਾ ਆ, ਮੈਂ ਪਾਲਟੂ ਦੇ ਹਵਾਲੇ ਦੇ ਨਾਲ ਤੁਹਾਨੂੰ ਥੋੜਾ ਸੌਖਿਆ ਪਤਾ ਲੱਗਦਾ, ਕਿਉਂਕਿ ਜਦੋਂ ਬੁੱਧ ਲੋਕ, ਨਾਥ ਲੋਕ ਜਿਹੜੇ, ਉਹਨਾਂ ਦੀ ਬਾਣੀ ਹੈ ਉਹ ਇੰਨੀ ਗੂੜ ਗਿਆਨ, ਐਡਾ ਉਹਦੇ ਤੇ ਚਿੰਤਨ ਮੰਥਨ ਦੀ ਲੋੜ ਹੈ। ਜੇ ਉਹ ਤੁਹਾਨੂੰ ਸ਼ਬਦ ਮੈਂ ਸੁਣਾ ਵੀ ਦੇਵਾਂ ਤੇ ਉਹ ਡਿਕਸ਼ਨਰੀਆਂ ਵੀ ਨਹੀਂ ਲੱਭਣੀਆਂ ਉਹਨਾਂ ਦਾ ਜੋ ਚਿੰਤਨ ਹੈ। ਤਾਂ ਪਲਟੂ ਥੋੜਾ ਸੌਖਾ ਸਮਝ ਆ ਜਾਏਗਾ ਉਹਨਾਂ ਦੇ ਸਾਰੇ ਥਾਟ ਦੇ ਟਰੈਵਲ ਦਾ ਇੱਕ ਪੜਾਅ ਮੈਂ ਕਹਿ ਸਕਦਾ ਇਸ ਸੰਤ ਸਤਿਗੁਰੂ। ਉਹ ਕਹਿੰਦੇ ਨੇ ਕਿ ਉਲਟਾ ਕੁआं गगन का तिसमें जरै चिराग, और तिसमें जरै चिराग बिन रोगन बिन बाती, और 6 रुत 12 मास रहे जरता दिन राती, और निकसे एक आवाज चिराग की ज्योति ही मां है, और ज्ञान समाधि सुने और कोई सुनता ना है। पलटू ज्ञान समाधि, ज्ञान की गल जी मैं कह रहा कि बुद्ध ज्ञान की सीढ़ी चढ़ते ने ते आनंद की अवस्था च, जिथे सतगुरु कबीर मठ बना के बैठे ने, ज्ञान समाधि सुने और कोई सुनता ना है। और सौर मंडल की देखो अंडरस्टैंडिंग है सारी सौर मंडल की, ज्ञान समाधि सुने और कोई सुनता ना है। पलटू जे को सुने ताके पूरे भाग, उल्टा कुआं गगन का तिसमें जरै चिराग। ਤਾਂ ਸਤਿਗੁਰੂ ਨਾਮਦੇਵ ਕਹਿਣਗੇ ਕਿ ਬੇਟੀ ਕੇ ਗੁਣ ਸੁਣ ਰਹੀ ਬਾਈ, ਜਲਦ ਬਾਂਧ ਧਰੂ ਥਾਪਿਓ ਹੋ। ਜਲ ਨੂੰ, ਸਮੁੰਦਰ ਨੂੰ ਬੰਨ ਕੇ ਰੱਖਿਆ ਹੋਇਆ ਉਸ ਬੇਟੀ ਨੇ, ਉਸ ਰਹੀਮ ਨੇ, ਉਸ ਕਰੀਮ ਨੇ, ਉਸ ਅੱਲਾਹ ਨੇ, ਉਸ ਤਾਕਤ ਨੇ, ਉਸ ਸ਼ਕਤੀ ਨੇ। बेटी के गुण सुन रही भाई, जलद बांध ध्रू थाप्यो हो, नामे के स्वामी सी बेहोरी लांक नाप्यो हो। उन्हें ही सारा कुछ बन के रखा है, वो ही है सारा कुछ। यानी बेटी जो रमिया होया है, जो घट घट च रमिया होया है, ते जे वो कहते ने ज्ञान समाधि सुने और कोई सुनता ना है। पलटू सतगुरु पलटू सतगुरु रैदास, मैनू लगदा ਅਸੀਂ ਲੰਬਾ ਚੱਲ ਗਏ ਆ, ਤਾਂ ਮੈਨੂੰ ਗਿਆਨ ਤੋਂ ਹੀ ਆਉਂਦਾ ਸੀ ਕਿ ਕਰਮ ਕਾਰਣੇ फल कारण फूली बनराई, उपजियो फल तो फूल बिलाई। और ज्ञान कारण कर्म अभ्यास, भयो ज्ञान तो कर्म नाश। तो ये सारी की सारी ये सारी ट्रेडिशन मैं देख रही थी सतगुरु रविदास होरां दी एक बहुत बड़ी रचना आरती है, राग धनासरी च है। तो मैं सतगुरु गोरखनाथ होरां दी आरती देख रहा सीगा, राग धनासरी च है। एक लाइन दोवां दी सेम है, पीरियड देखो कितना, वो 9वीं 10वीं 11वीं 12वीं शताब्दी का सारा पीरियड चले आ रहा, नाथ ट्रेडिशन का ये 15वीं 16वीं शताब्दी का चलिया जा रहा है, सारे का सारा संत ट्रेडिशन का। एक लाइन है कि नाम तेरे की जोत जगाई, भयो जियारो पवन सगला। सेम लाइन, नाम तेरे की जोत जगाई, भयो जियारो पवन सगलारे। और वो नाम की है, वो गुर की है, वो सारी ट्रेडिशन की है। ਜਿਹੜੀ ट्रेडिशन की मैं थोड़े नाल गल कीती सी कि बुद्धा
ਤੋਂ ਬੁੱਧ ਮੇਰੇ ਕੋਲ ਸਿੱਧਾ ਨਾਥਾਂ ਜੋਗੀਆਂ ਰਾਹੀਂ ਆਉਂਦੇ ਨੇ ਤੇ ਮੈਂ ਇਹਨਾਂ ਦੇ ਚਰਨਾਂ 'ਚ ਬਹਿ ਕੇ ਸਤਿਗੁਰ ਕਬੀਰ, ਸਤਿਗੁਰ ਨਾਮਦੇਵ, ਸਤਿਗੁਰ ਰੈਦਾਸ, ਸਦਨਾ ਸੈਣ, ਬੇਣੀ, ਇਹਨਾਂ ਸਾਰੇ ਸੰਤ ਲੋਕਾਂ ਦੇ ਕੋਲ, ਬਾਬਾ ਬੁੱਲੇ ਸ਼ਾਹ, ਬਾਬਾ ਫਰੀਦ, ਉਹ ਮੈਂ ਇੱਕ ਜਿਹੜੀ ਜਿਹੜੀ ਤੁਹਾਡੇ ਨਾਲ ਭਰਤਰੀ ਹਰੀ ਦੀ ਗੱਲ ਕਰ ਰਿਹਾ ਸੀ, ਮੈਂ ਉਹਨਾਂ ਦਾ ਇੱਕ ਸ਼ਲੋਕ ਡਿਸਕਸ ਕਰਕੇ ਮੈਨੂੰ ਲੱਗਦਾ ਫਿਰ ਤੌਹੀਦ ਹੋਰੀ ਦੇਖਣਗੇ ਕੀ ਹੈ ਕਿ ਉਹ ਕਹਿੰਦੇ ਨੇ ਕਿ ਦੁਖੀ ਰਾਜਾ, ਦੁਖੀ ਪ੍ਰਜਾ, ਦੁਖੀ ਬਾਹਮਣ, ਦੁਖੀ ਬਣੀਆਂ। ਦੁਖੀ ਰਾਜਾ, दुखी प्रजा, दुखी ब्राह्मण, दुखी बनिया, सुखी एक राजा भरतरी, जिन गुर का शब्द प्रवणिया। गुर शब्द घड़िए शब्द सच्ची टकसाल। भरतरी हरी शब्द पहला इस्तेमाल कर चुके ने, शब्द ट्रैवल कर रहा है, शब्द मीन शब्द नहीं है। ਅਸੀਂ ਗੁਰਬਾਣੀ ਦੀ ਅੰਡਰਸਟੈਂਡਿੰਗ ਜਦੋਂ ਕਰਦੇ ਹਾਂ ਯਾਰ, ਥੋੜੀ ਜਿਹੀ ਇਹ ਵੀ ਗੱਲ ਰਹੀ ਹੈ ਕਿ ਅਸੀਂ ਸਤਿਗੁਰੂ ਨਾਨਕ ਦੇਵ ਜੀ ਸਿੱਧ ਗੋਸ਼ ਦੇ ਹਵਾਲੇ ਦੇ ਨਾਲ ਕਈ ਗੱਲਾਂ ਸਾਡੇ ਇੱਧਰ ਐਸੀਆਂ ਹੋਈਆਂ ਇਹਨਾਂ ਨੂੰ ਗੱਲ ਉਹਨਾਂ ਨੂੰ ਸਮਝ ਨਹੀਂ ਲੱਗੀ, ਪਰ ਜਪਜੀ ਸਾਹਿਬ ਦੇ ਵਿੱਚ ਜਿਸ ਵੇਲੇ ਉਹ ਕਹਿੰਦੇ ਨੇ ਨਾ ਸਤਿਗੁਰੂ ਨਾਨਕ ਦੇਵ ਗਾਵੇ ਸਿੱਧ ਸਮਾਧੀ ਅੰਦਰ, ਅਦਰਵਾਈਜ਼ ਕੁਐਸਚਨੇਬਲ ਨਹੀਂ ਗੁਰੂ ਨਾਨਕ ਦੇਵ ਹਰ ਥਾਂ ਤੇ ਬਹੁਤ ਵੱਡੇ ਫਿਲਾਸਫਰ, ਬਹੁਤ ਵੱਡੇ ਥਿੰਕਰ। और ये लोग फिर बारी बारी मैनू पता है अपना अपना पैरा बिठाने की कोशिश करते होंगे मेरे ते, मैं फिर उत्ते आ जाता भरतरी हरी ते कि दुखी राजा दुखी। तां उही थॉट फिर मैनू बाबा शेख फरीद साडे सतगुर बाबा जी बाणी जिहड़ी सूफियां दे जिहड़े ने, और देखो साडे कोल एक होर भी अन्याय होया है, मैं ओहदा हवाला भी दे देवां कि असीं मैं नो डाउट बाबा फरीद बहुत साडे प्रथम उन्होंने कहा जाता है, बट वो प्रथम नहीं हैं। नाथां ने पंजाबी च बाणी जिहड़ी है वो पहला रची है। नाथां दा पंजाबी साहित्य दे विच, पंजाबी लिटरेचर च कंट्रीब्यूशन असीं उन्हां नूं नहीं गौलिया, साडे चिंतकां ने बहुत अन्याय कीता होया, सानूं इह गौलना चाहीदा। बाबा फरीद दी अपनी अपनी वड्डे लोक ने, वो सारे लोक ही ने, बट वो टाइम पीरियड ਦੇ ਵਿੱਚ ਜਦੋਂ ਅਸੀਂ ਇਤਿਹਾਸਕਾਰ, ਤੁਸੀਂ ਸਾਰੇ ਮੈਨੂੰ ਲੱਗਦਾ ਬਹੁਤ ਸਾਰੇ ਇਤਿਹਾਸਕਾਰ ਜੁੜੇ ਹੋਏ ਹੋ, ਤੁਹਾਡਾ ਕੰਮ ਹੈ ਇਹ, ਮੇਰੇ ਵਰਗੇ ਦਾ ਕੰਮ ਨਹੀਂ ਹੈ, ਬਟ ਮੈਂ ਨਿਸ਼ਾਨਦੇਹੀ ਤਾਂ ਕਰਦਾ ਹਾਂ ਇੱਕ ਪਾਠਕ ਹੋਣ ਦੇ ਨਾਤੇ ਸਤਿਗੁਰਾਂ ਦਾ। ਤਾਂ ਉਹੀ ਦੁਖੀ ਰਾਜਾ ਦੁਖੀ ਪ੍ਰਜਾ ਤੋਂ ਤੇ ਸੁਖੀ ਕੌਣ? ਰਾਜਾ ਭਰਤਰੀ, ਜਿਹਨੇ ਗੁਰੂ ਦੇ ਸ਼ਬਦ ਨਾਲ ਜੁੜ ਗਿਆ। ਔਰ ਸ਼ਬਦ ਕੀ ਹੈ? ਜੋ ਘਟ ਰਿਹਾ ਹੈ, ਜੋ ਬ੍ਰਹਿਮੰਡ ਚ ਘਟ ਰਿਹਾ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਪਿੰਡ ਚ ਘਟ ਰਿਹਾ ਹੈ। सो वो सारा नेचर दा पासार जो है दैट इज शब्द, और गुरु दा शब्द भरतरी ने जान लिया तां वो सुखी है। और सतगुर फरीद कहते ने कि माई गॉड फरीदा कुछ ना बुझे कुछ न सिझे, दुनिया गुज्जी पा है, सारी दुनिया कुछ नहीं सिझ रहा, कुछ नहीं जान पा रहा है, एक गुज्जी अगन च मच रहे ने। फरीदा मैं जानिया दुख, मैं दुख सवाया जग, कोठे चढ़ के देखिया घर घर यह अग। दुनिया गुज्जी पा है, गुज्जी अगन दे विच दुनिया जिहड़ी है वो मच रही है, कुछ ना पता लगता, कुछ नहीं बच सकते। बट फिर कहते हैं कि साईं मेरे चंगा कीता, सुखी राजा भरतरी, इधरों सतगुर फरीद, साईं मेरे चंगा कीता, नहीं तो हम भी दंजा आहे। मैं भी इस अगन दे विच ही मचना सीगा, मेरे ते किते उठ फरीदा सुत्या तू दुनिया देखण जा, जे कोई मिल जाए बख्शिया तो तू भी बख्शिया जा। सो ये बख्शे हुए लोग जिहड़े ने वो किथे भरतरी हरी किहड़ी सदी दे विच बैठे ने, बाबा फरीद किहड़ी सदी दे विच बैठे ने। मैनूं लगदा इन्हां बख्शे हुए लोगां दा चिंतन दा धरातल, इन्हां दे हृदय दा, इन्हां दियां आत्मावां दा ये किसी उसी पड़ाव च उस स्थान ते विचरदे होने हैं जिथे सुन समाधि घाट है ते जिथे सतगुर कबीर ने मठ कीता होया है। और उस अवस्था दे माई गॉड किते अखां मीट के दर्शन करके देखो इन्हां लोकां दे। मैनूं लगदा टाइम मैं ज्यादा ले लिया,
ਤੋਹੀਦ ਜੀ ਹੁਣੀ ਸੁਣ ਰਹੇ ਹੋਣੇ ਮੇਰੇ ਵੀਰ, ਜੇ ਕੋਈ ਕੁਐਸਚਨ ਸਵਾਲ ਹੋਣਗੇ ਤਾਂ ਤੋਹੀਦ ਜੀ। ਜੀ ਜੀ ਸਰ, ਤੁਸੀਂ ਗੱਲ ਆਪਣੀ ਕੰਪਲੀਟ ਕਰੋ। ਟਾਈਮ ਤੇ ਕੋਈ ਨਹੀਂ, ਟਾਈਮ ਤੇ ਅਸੀਂ ਜਦੋਂ ਗੱਲ ਤੁਹਾਡੀ ਕੰਪਲੀਟ ਹੋਵੇਗੀ ਤੁਸੀਂ ਸਾਨੂੰ ਦੱਸ ਦੇਣਾ। ਕੁਐਸਚਨ ਤੇ ਆ ਗਏ ਨੇ ਔਰ ਤੁਸੀਂ ਆਪਣੀ ਗੱਲ ਜਿਹੜੀ ਹੈ ਨਾ ਉਹ ਕੰਕਲੂਡ ਕਰ ਲਓ। ਮੈਨੂੰ ਲੱਗਦਾ ਆਪਾਂ ਸਵਾਲਾਂ ਤੇ ਜਦੋਂ ਕਰਾਂਗੇ ਤੇ ਮੇਰੇ ਮਨ ਚੋਂ ਵੀ ਹੁਣ ਕੁਛ, ਕਿਉਂਕਿ ਮੇਰੇ ਪੈਰਾ ਜਿਹਾ ਹੋ ਗਿਆ, ਫਿਰ ਮੈਂ ਆਪਣਾ ਵੀ, ਮੇਰੀ ਹਾਲਤ ਵੀ ਮਾੜੀ ਹੋ ਜਾਂਦੀ ਹੈ, ਤੰਗ ਬਹੁਤ ਅੱਛਾ ਜੀ, ਕਰਦਾ। ਚਲੋ ਇੱਕ ਤੇ ਪਹਿਲਾਂ ਜੋਗੀ ਨੇ ਨਾਗ ਪਾਲ ਕੇ ਰੱਖਦੇ ਨੇ, ਇਹਨਾਂ ਤੋਂ ਡਰਨਾ ਚੰਗਾ। ਅੱਛਾ ਜੀ, ਪਾਣੀ ਸੈयद काशिफ ਸਾਹਿਬ, ਤੁਹਾਡਾ ਸੈयद काशिफ ਸਾਹਿਬ ਲਿਖ ਰਹੇ ਨੇ ਕਿ ਪਲੀਜ਼ ਕੰਟੀਨਿਊ। ਅਸੀਂ ਸਰ ਜਾਰੀ ਰੱਖਨੇ ਆ ਉਹਨਾਂ ਦੀ, ਕਿਉਂਕਿ ਦੇਸਾਜ ਕਾਲੀ ਜੀ ਨੇ ਕਿਹਾ ਕਿ ਜੀ ਤੁਸੀਂ ਗੱਲਬਾਤ ਕਰੋ ਤਾਂ ਕਿ ਮੈਂ ਫਿਰ ਉਹ ਹੋਰ ਵੀ ਜਿਹੜੇ ਚੀਜ਼ਾਂ ਵਿੱਚੋਂ ਕੋਈ ਰਹਿ ਗਈਆਂ ਨੇ ਉਹ ਕੁਐਸਚਨ ਰਾਹੀਂ ਅਸੀਂ ਉਹ ਗੱਲਬਾਤ ਕਰਾਂਗੇ। ਲੈਕਚਰ ਮੁੱਕਿਆ ਨਹੀਂ, ਗੱਲ ਚੱਲ ਰਹੀ ਹੈ। ਤੁਸੀਂ ਉਹ ਅਸੀਂ ਕੁਐਸਚਨਾਂ ਰਾਹੀਂ, ਕਿਉਂਕਿ ਉਹ ਕਹਿ ਰਹੇ ਨੇ ਕਿ ਅਸੀਂ ਇੱਕ ਤਰ੍ਹਾਂ ਉਹ ਹੋਰ ਬਿਹਤਰ ਕਰ ਸਕਾਂਗੇ। ਸੋ ਪਹਿਲਾਂ ਸੁਖਦੇਵ ਸੋਲ ਸਾਹਿਬ ਨੇ ਇੱਕ, ਡਾਕਟਰ ਸਾਹਿਬ ਨੇ ਇੱਕ ਗੱਲ ਲਿਖ ਕੇ ਭੇਜੀ ਸੀ ਕਿ ਜੋਗੀ ਉੱਤਰ ਪਹਾੜੋਂ ਆਇਆ ਤੇ ਚਰਖੇ ਦੀ ਕੂਕ ਸੁਣ ਕੇ, ਇਹਦੇ ਬਾਰੇ ਕੋਈ ਗੱਲ ਕਰੋ। ਕਿਉਂਕਿ ਮੈਂ ਘੱਟ ਹੀ ਉੱਤਰਦੇ ਆਏ ਤਾਂ ਲੋਕਾਂ ਨੇ ਕਿਤੇ ਲਾ ਲਿਆ ਹੁਣ। ਦੇਖੋ ਫੋਕ ਦੇ ਵਿੱਚ ਦੇਖੋ ਜੋਗੀ ਜਿਹੜੇ ਨਾ, ਜੋਗੀ ਦਾ ਮੈਂ ਫੋਕ ਦੀਆਂ ਗੱਲਾਂ ਕੀਤੀਆਂ ਨੇ, ਸਾਡੇ ਟ੍ਰੈਡੀਸ਼ਨ ਦੇ ਵਿੱਚ ਜੋਗੀ ਦਾ ਕੈਸਾ ਆਮਦ ਹੈ ਸਾਡੇ। ਮੈਂ ਮਾਤਾ ਵਾਸਲਾ ਦੇ ਹਵਾਲੇ ਦੇ ਨਾਲ ਜਿਹੜੀ ਗੱਲ ਕੀਤੀ, ਉਹ ਬਹੁਤ ਗਹਿਰੀ ਗੱਲ ਸੀ ਕਿ ਅਸੀਂ ਜੋਗੀ ਨੂੰ ਕਿੱਥੋਂ ਤੱਕ ਉਹਦੇ ਰਾਂਝਾ ਜੋਗੀ ਮੈਂ ਜੋਗਿਆਣੀ ਜਿਸ ਵੇਲੇ ਕਹਿੰਦੇ ਨੇ, ਹਾਲਾਂਕਿ ਜੋਗੀਆਂ ਦੇ ਵਿੱਚ ਟ੍ਰੈਡੀਸ਼ਨ ਹੈ, ਨਾਥਾਂ 'ਚ ਟ੍ਰੈਡੀਸ਼ਨ ਹੈ ਕਿ ਉਹ ਨਾਥ ਹੀ ਉਹ ਹੁੰਦਾ ਹੈ ਜਿਹੜਾ ਕਾਮ ਤੇ ਉੱਤੇ ਆਪਣੀਆਂ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ, ਜੇ ਮੈਂ ਉਹ ਜਾਵਾਂ, ਉਹ ਸਾਰੇ ਉਹਨਾਂ ਦੀ ਜੋ ਯੋਗ ਸਾਧਨਾਵਾਂ ਨੇ, ਉਹਨਾਂ ਦੇ ਜੋ ਪ੍ਰਾਣਾਯਾਮ ਨੇ, ਜਾਂ ਜੋ ਵੀ ਜੋ ਸਾਧਨਾ ਉਹ ਕਰਦੇ ਸੀਗੇ, ਯੋਗ ਆਸਣ ਕਰਦੇ ਸੀਗੇ ਸਾਰੇ, ਤਾਂ ਉਹਦੇ ਵਿੱਚ ਸਭ ਤੋਂ ਵੱਡਾ ਹੀ ਇਹ ਸੀ ਕਿ ਉਹਨਾਂ ਨੇ ਆਪਣੀ ਉਹ ਕਾਮ ਜਿਹੜਾ ਹੈ, ਕਾਮ ਕ੍ਰੋਧ ਲੋਭ ਹੰਕਾਰ ਦੇ ਵਿੱਚੋਂ ਵੀ ਕਾਮ ਪਹਿਲੇ ਨੰਬਰ ਦੇ ਉੱਤੇ ਹੀ ਹੁੰਦਾ ਸੀ, ਜਿਹਨੂੰ ਉਹਨਾਂ ਨੇ ਕਾਬੂ ਪਾਉਣਾ ਸੀਗਾ। ਔਰ ਉਹ ਸਭ ਤੋਂ ਵੱਧ ਹਠ ਯੋਗ ਜਿਹੜਾ ਸੀਗਾ ਸ਼ਾਇਦ ਉਸ ਮਾਮਲੇ ਦੇ ਵਿੱਚ ਸੀ। ਬਟ ਫਿਰ ਵੀ ਸਾਡੇ ਫੋਕ ਦੇ ਵਿੱਚ, ਸਾਡੇ ਲੋਕਾਂ ਦੇ ਵਿੱਚ ਮੈਨੂੰ ਲੱਗਦਾ ਐਸੀ ਉਹਨਾਂ ਦੇ ਪ੍ਰਤੀ, ਜਿਵੇਂ ਬਾਬਾ ਬੁੱਲੇ ਸ਼ਾਹ ਮੈਂ ਤੁਹਾਨੂੰ ਹੁਣੇ ਦੱਸ ਕੇ ਹਟੇ ਆ ਵੀ, ਰਾਂਝਾ ਜੋਗੀ ਮੈਂ ਜੋਗਿਆਣੀ ਹਨਾ, ਜਾਂ ਮੈਂ ਜਾਣਾ ਜੋਗੀ ਦੇ ਨਾਲ, ਅਸੀਂ ਕਿੰਨੀਆਂ ਕੁਆਲੀ ਸੁਣੀ ਹੈ, ਕੰਨੀ ਮੁੰਦਰਾਂ ਪਾ ਕੇ ਜੋਗੀ ਜਾਂਦੇ ਨਹੀਂ, ਬਟ ਲੋਕਾਂ ਦੇ ਵਿੱਚ ਜੋਗੀ ਲਈ ਪ੍ਰੇਮ ਕਿੰਨਾ ਹੋਏਗਾ ਯਾਰ। ਕੈਨਟ ਇਮੈਜਿਨ ਕਿ ਘੂਕ ਸੁਣ ਕੇ ਜੋਗੀ ਆ ਗਿਆ ਹਨਾ, ਉਹਦੀ ਘੂਕਰ ਜਿਹੜੀ ਹੈ ਉਹਦੇ ਅੰਦਰਲੀ ਕਿਤੇ ਉਹ ਹੈ ਜਿਹੜੀ ਜੋਗੀ ਨੂੰ ਰੀਕਾਲ ਕਰਦੀ ਹੈ, ਉਹ ਮਤਲਬ ਔਰ ਉਹਦੇ ਵਿੱਚ ਇੱਕ ਮੈਨੂੰ ਲੱਗਦਾ ਉਹਦੇ ਵਿੱਚ ਇੱਕ ਅਧਿਆਤਮ ਵੀ ਛੁਪਿਆ ਹੋਇਆ ਹੈ। ਅਸੀਂ ਮੈਂ ਗੱਲ ਕਰ ਰਿਹਾ ਸੀ, ਦੇਖੋ ਇਟਸ ਵੈਰੀ ਇੰਟਰਸਟਿੰਗ। ਹੁਣ ਸਾਡੇ ਟ੍ਰੈਡੀਸ਼ਨ ਦੇ ਵਿੱਚ ਕੀ ਕੀ ਗੱਲਾਂ ਪਈਆਂ ਹੁੰਦੀਆਂ ਨੇ, ਸਾਨੂੰ ਲੱਗਦਾ ਹੁੰਦਾ ਉਹ ਸਧਾਰਨ ਲੋਕ ਨੇ, ਜਿਹੜੇ ਸਾਡੇ ਮੇਰੇ ਮਾਂ-ਬਾਪ ਜਾਂ ਬਜ਼ੁਰਗ, ਸਾਡੇ ਜਿਹੜੇ ਪਿੰਡਾਂ ਦੇ ਲੋਕ ਨੇ, ਜਿਹੜੇ ਬਹੁਤੇ ਐਜੂਕੇਸ਼ਨ ਵਾਲੇ ਨਹੀਂ, ਬਟ ਟ੍ਰੈਡੀਸ਼ਨਲੀ ਉਹ ਐਸੀਆਂ ਗੱਲਾਂ ਚੱਕ ਰਹੇ ਹੁੰਦੇ ਨੇ, ਲੈ ਕੇ ਆ ਰਹੇ ਹੁੰਦੇ, ਜਿਹੜੀ ਫਿਲਾਸਫੀ ਦੇ ਸਿਖਰ ਹੁੰਦੇ ਨੇ। ਮੈਂ ਇੱਕ ਸੈਕਿੰਡ ਲਈ ਪਾਣੀ ਮਾੜਾ ਜਿਹਾ ਪੀ ਲਵਾਂ, ਮੈਨੂੰ ਕਰਨ ਪਾਣੀ ਦੇ ਇਹ ਸਮਝ ਸਕੋ, ਕਿਉਂਕਿ ਮੈਂ ਨੀਟ ਪਾਣੀ ਪੀਂਦਾ ਨਹੀਂ। ਤਾਂ ਤੁਹਾਡੇ ਤੱਕ ਹੁਣ ਗੱਲ ਪਹੁੰਚੀ ਨਾ, ਉਹ ਨੀਟ ਪਾਣੀ ਵਾਲੀ, ਮੈਨੂੰ ਲੱਗਦਾ। ਤਾਂ ਮੈਂ ਦੇਖ ਰਿਹਾ ਸੀ ਕਿ ਮਹਾਭਾਰਤ ਦੇ ਵਿੱਚ ਕ੍ਰਿਸ਼ਨ ਆਪਣੇ ਨਾ ਰੂਪ ਦੱਸਦੇ ਨੇ कि मैं धन में कुबेर हूँ, नागों में अनंत नाग हूँ, वेदों में साम वेद हूँ, मंत्रों में गायत्री महामंत्र हूँ, या मैं वो फिर दस रहे ने सिद्धों में मैं कपिल मुनि हूँ। कपिल होए ने सिद्ध साडे बहुत बड़े सिद्ध होए ने, वो कृष्ण अपने रूप दसदे ने कि मैं इन्हां रूपां दे विच विचरदा हां। तो कपिल सिद्ध होए ने, फिर वो कहंदे ने मैं अचूते हूं। अचूते जो डिस्चार्ज नहीं हुंदा, मैं अचुत, हे अचुत हे प्राणनाथ। गुरबाणी की तुक मैं सुना रहा तुहानू, श्री गुरु ग्रंथ साहब दे विच दर्ज बाणी, हे अचुत, उस परमात्मा नू, उस शक्ति नू अचुत रूप दे विच भी देखिया जांदा। वो अचुत रूप जिहड़ा है वो कृष्ण दा मुरारी रूप है।
ਤਾਂ ਮੈਂ ਆਪਣੇ ਮਾਤਾ ਜੀ ਨੂੰ ਬੀਜੀ ਮੇਰੇ ਚੱਲ ਵਸੇ, ਉਹ ਸੁਹਾਗ ਘੋੜੀਆਂ ਉਹਨਾਂ ਲੋਕਾਂ ਦੇ ਕੋਲ ਸੀਗੇ, ਸਿੱਠਣੀਆਂ, ਈਵਨ ਸਿੱਠਣੀਆਂ ਐਸੀਆਂ ਗੁੱਝੀਆਂ ਸਿੱਠਣੀਆਂ ਹੁੰਦੀਆਂ ਸੀਗੀਆਂ, ਸਾਡੀ ਸੋਸ਼ੋ ਪੋਲੀਟੀਕਲ ਇਕਨੋਮਿਕਲ ਕੰਡੀਸ਼ਨ ਸਾਹਮਣੇ ਇੱਕ ਸਿੱਠਣੀ ਸਾਹਮਣੇ ਰੱਖ ਦਿੰਦੀਆਂ ਸੀ ਬੀਬੀਆਂ, ਤੇ ਬੇਦੀ ਦੇ ਤੋਤੇ ਨਾਲ ਗਹਿਣ ਸਾਲਿਆ ਲਾੜਿਆ, ਪੇ ਦੀਆਂ ਕੁੜੀਆਂ ਤੋਂ ਗਿਣਵੇ। ਉਹ ਬੇਦੀ ਦੇ ਉੱਤੇ ਤੋਤੇ ਲਾਏ ਹੁੰਦੇ ਸੀ, ਜਿੰਨੇ ਉਹ ਕੁੜੀ ਦੇ ਭਰਾ ਹੁੰਦੇ ਸੀ, ਉਹ ਲਾੜਾ ਗਿਣਦਾ ਸੀਗਾ ਵੀ 8 ਭਰਾ ਨੇ ਤਾਂ 8 ਇੰਨਾ ਦਾਜ ਦੇਣਗੇ। ਤਾਂ ਬੁੱਢੀ ਸਿੱਠਣੀ ਮਾਰਦੀ ਹੈ ਵੀ ਬੇਦੀ ਦੇ ਤੋਤੇ ਨਾਲ ਗਹਿਣ ਸਾਲਿਆ ਲਾੜਿਆ, ਪੇ ਦੀਆਂ ਕੁੜੀਆਂ ਤੋਂ ਗਿਣ, ਤੈਨੂੰ ਵੀ ਦਹੇਜ ਦੇਣਾ ਪੈ ਜਾਂਦਾ। ਦੇਖੋ ਕਿਆ ਸੋਸ਼ਲ ਇਕਨੋਮਿਕ, ਕਿਆ ਐਸਾ ਚਿੰਤਨ। ਉਹ ਮੇਰੇ ਬੀਜੀ ਫਿਰ ਨਾ ਉਹਨੇ ਸੁਹਾਗ ਗਾਉਣੇ, ਘੋੜੀਆਂ ਮੁੰਡੇ ਦੇ ਵਿਆਹ ਤੇ ਗਾਉਂਦੇ ਨੇ, ਆਪਾਂ ਸਾਰੇ ਜਾਣਦੇ, ਤੇ ਸੁਹਾਗ ਕੁੜੀ ਦੇ ਵਿਆਹ ਤੇ। ਤਾਂ ਉਹ ਇੱਕ ਸੁਹਾਗ ਮੈਨੂੰ ਯਾਦ ਆ ਰਿਹਾ ਹੁਣ ਕਿ ਨੀਵੇਂ ਨੀਵੇਂ ਆਜਾ ਬਾਲਮਾ ਵੇ ਮੈਂ ਕੰਨਿਆ ਕੁਆਰੀ ਆ। ਹੁਣ ਕ੍ਰਿਸ਼ਨ ਰੂਪ ਦੇਖੋ ਜਿਹੜਾ ਕਹਿੰਦਾ ਮੈਂ ਕਪਲ, ਹਾਂ ਸਿੱਧ, ਸਿੱਧ ਦੇ ਵਿੱਚ ਹੁਣ ਉਹਦਾ ਸਿੱਧ ਰੂਪ ਆਉਂਦਾ ਹੈ। ਉਹ ਕਿ ਫੋਕ ਚ, ਸੁਹਾਗ ਚ, ਪੇਂਡੂ ਅਨਪੜ੍ਹ ਔਰਤ ਦੇ ਗਾਏ ਹੋਏ ਸੁਹਾਗ ਦੇ ਵਿੱਚ ਉਹਦੇ ਤੱਕ ਵੀ ਟਰੈਵਲ ਕੀਤਾ ਹੋਏਗਾ ਕਿਤੇ। ਨੀਵੇਂ ਨੀਵੇਂ ਆਜਾ ਬਾਲਮਾ ਵੇ ਮੈਂ ਕੰਨਿਆ ਕੁਆਰੀ ਹੈ। ਉਹ ਕਹਿੰਦੇ ਜੇ ਤੂੰ ਕੰਨਿਆ ਕੁਆਰੀ ਗੋਰੀਏ, ਮੈਂ ਵੀ ਕ੍ਰਿਸ਼ਨ ਮੁਰਾਰੀ ਹਾਂ। ਸੋ ਕ੍ਰਿਸ਼ਨ ਦਾ ਮੁਰਾਰੀ ਰੂਪ, ਜਿਹੜਾ ਰੂਪ ਉਹ ਸਿੱਧ ਕਪਿਲ ਦੇ ਵਿੱਚੋਂ ਲੈ ਰਿਹਾ ਹੈ, ਸਾਡੇ ਸਿੱਧ ਦੇ ਵਿੱਚੋਂ, ਨਾਥ ਜੋਗੀ ਦੇ ਵਿੱਚੋਂ ਲੈ ਰਿਹਾ ਹੈ, ਉਹ ਮੁਰਾਰੀ ਰੂਪ ਸਾਡੀ ਸੁਹਾਗ ਦੀਆਂ ਇਹਨਾਂ 2 ਲਾਈਨਾਂ ਚ, ਕਿਆ ਫਿਲਾਸਫੀਕਲ ਰੂਪ ਹੈ ਉਹਦਾ। ਕੰਨਿਆ ਕੁਆਰੀ ਕਹਿਣਾ ਆਪਣੇ ਆਪ ਨੂੰ, ਤੇ ਉਹਦਾ ਇਹ ਕ੍ਰਿਸ਼ਨ ਮੁਰਾਰੀ ਕਹਿਣਾ ਜੋ ਅਚੁੱਤ ਹੈ। ਔਰ ਅਚੁੱਤ ਕਿਵੇਂ ਹੋਣਾ ਫਿਰ? ਸਾਰਾ ਸਾਡੇ ਕਠ ਉਪਨਿਸ਼ਦ ਹੈ, ਤਾਂ ਹੈ ਜੀ ਬੜਾ ਵੱਡਾ ਉਪਨਿਸ਼ਦ ਹੈ, ਬਹੁਤ ਹੀ ਰਿਚ ਉਪਨਿਸ਼ਦ ਹੈ, ਜਿਹਦੇ ਵਿੱਚ ਉਹ ਸਾਰਾ ਤੁਸੀਂ ਉਹ ਯੋਗ, ਉਹ ਆਸਣ, ਉਹ ਸਾਰੀ ਸਿਧਾਂਤਕੀ ਜਿਹੜੀ ਅਚੁੱਤ ਰੂਪ ਦੀ ਹੈ ਕਿ ਔਰ ਮੈਂ ਗੋਰਖ ਪੜ੍ਹ ਰਿਹਾ ਸੀਗਾ ਕੱਲ, ਮੈਂ ਉਹਦਾ ਹਵਾਲਾ ਦਿੱਤਾ ਸਤਿਗੁਰੂ ਗੋਰਖਨਾਥ ਜੀ ਦਾ। ਉਹ ਕਹਿੰਦੇ ਕਿ ਯੋਗੀ ਉਹ ਆ ਜਿਹੜਾ ਆਪਣੇ ਜਿਹੜਾ ਪ੍ਰਵਾਹ ਹੈ, ਸ਼ਕਤੀ ਦਾ ਪ੍ਰਵਾਹ ਹੈ, ਐਨਰਜੀ ਦਾ ਪ੍ਰਵਾਹ ਹੈ, ਉਹਨੂੰ ਇਸ ਪਾਸੇ ਵਗਣ ਦੀ ਬਜਾਏ ਇੱਥੇ ਅਟਕਾਉਂਦਾ ਹੈ, ਤੇ ਫਿਰ ਇੱਥੋਂ ਚਾਨਣ ਫੁੱਟ ਕੇ ਉੱਪਰ ਨੂੰ ਲੈ ਕੇ ਜਾਂਦਾ ਹੈ ਸ਼ਕਤੀ ਦੇ ਪ੍ਰਵਾਹ ਨੂੰ। ਸੋ ਉਹ ਅਚੁੱਤ ਰੂਪ ਹੈ ਜੋ ਗੋਰਖ ਆਪਣੀ ਬਾਣੀ ਦੇ ਵਿੱਚ ਚਿਤਰ ਰਹੇ ਨੇ। ਉਹ ਅਚੁੱਤ ਰੂਪ ਹੈ ਜੋ ਮਹਾਭਾਰਤ ਦੇ ਵਿੱਚ ਕ੍ਰਿਸ਼ਨ ਆਪਣੇ ਆਪ ਨੂੰ ਕਪਿਲ ਮੁਨੀ ਦੇ ਨਾਲ, ਕਪਿਲ ਸਿੱਧ ਦੇ ਨਾਲ, ਜਿਹੜਾ ਸਿੱਧ ਹੋਇਆ ਹੈ, ਉਹਦੇ ਨਾਲ ਜੋੜ ਰਹੇ ਨੇ। ਤਾਂ ਫਿਰ ਉਹ ਰੂਪ ਹੈ ਉਹਦਾ ਅਚੁੱਤ ਰੂਪ, ਮੁਰਾਰੀ ਰੂਪ, ਜਿਹੜਾ ਇੱਕ ਪਿੰਡ ਦੀ ਔਰਤ ਆਪਣੇ ਸੁਹਾਗ ਦੇ ਵਿੱਚੋਂ ਲੱਭ ਰਹੀ ਆ। ਸੋ ਮੈਨੂੰ ਲੱਗਦਾ ਕਿ ਉਹ ਸਾਰੀ ਦੀ ਸਾਰੀ ਇਸ ਤਰੀਕੇ ਦੇ ਉਹਨਾਂ ਦੇ ਪ੍ਰਤੀ ਸਾਡੇ ਇੱਕ ਅਧਿਆਤਮਕ ਸਾਂਝਾਂ ਜਿਹੜੀਆਂ ਨੇ ਸਾਡੇ ਸੁਹਾਗਾਂ ਦੇ ਵਿੱਚੋਂ ਕ੍ਰਿਸ਼ਨ ਦੇ ਰੂਪ ਦੇ ਵਿੱਚ, ਉਹ ਕ੍ਰਿਸ਼ਨ ਦੇ ਜਾਂ ਜੋਗੀ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ ਨੇ। ਬਹੁਤ ਸਾਰੇ ਸੁਹਾਗ ਘੋੜੀਆਂ ਜਿਹੜੀਆਂ ਉਹ ਯੋਗੀਆਂ ਦੇ ਰੂਪ ਦੇ ਵਿੱਚ ਉਹਨੂੰ ਦੇਖ ਰਹੇ ਨੇ। ਤਾਂ ਉਹ ਸਾਂਝ ਜਿਹੜੀ ਹੈ ਉਹ ਇੱਕ ਅਧਿਆਤਮਕ ਸਾਂਝ ਮੈਂ, ਜੋ ਕਿ ਉੱਤਰ ਪਹਾੜੋਂ ਆਇਆ ਚਰਖੇ ਦੀ ਘੂਕ ਸੁਣ ਕੇ, ਉਹ ਘੂਕ ਉਹਦੀ ਅਧਿਆਤਮਕ ਭੁੱਖ ਦੀ ਮੈਨੂੰ ਲੱਗਦਾ ਹੈ ਕੋਈ ਹੈ ਸੰਬੰਧ ਉਹਦਾ ਬਣਦਾ ਹੈ, ਮੈਂ ਮਹਿਸੂਸ ਕਰ ਸਕਦਾ। हाँ जी। दूसरा सर अमनदीप बल जी होरा वालों क्वेश्चन है कि तुसी जिला कैन यू टेल अस समथिंग अबाउट डायलॉग गुरु नानक दा विद भारती जोगी दे नाल कोई डायलॉग है? ਯਾਰ ਦੇਖੋ ਸਿੱਧ ਗੋਸ਼ਟ ਬਾਣੀ ਜਿਹੜੀ ਹੈ ਸਾਰੀ ਦੀ ਸਾਰੀ ਉਹ ਗੁਰੂ ਨਾਨਕ, ਅਸੀਂ ਸਾਖੀਆਂ ਦੇ ਵਿੱਚੋਂ ਵੀ ਉਹਨਾਂ ਦਾ ਲੈਂਦੇ ਹਾਂ। ਮੇਰੇ ਨਾਲ ਖਿਆਲ ਨਾਲ ਇਹਨਾਂ ਦਾ ਸਾਖੀ ਦਾ ਹਵਾਲਾ ਇਹਨਾਂ ਨੇ ਦਿੱਤਾ ਹੈ। ਤਾਂ ਜਿਹੜਾ ਹੈ ਨਾ ਬਾਬੇ ਦੀ ਜਿਹੜੀ ਸਿੱਧ ਗੋਸ਼ਟ ਹੈ, ਮੈਂ ਪਹਿਲਾਂ ਆਪਣੀ ਗੱਲਬਾਤ ਦੇ ਵਿੱਚ ਕੀਤਾ ਸੀਗਾ ਕਿ ਉਹ ਟ੍ਰੈਡੀਸ਼ਨ ਕਿੱਥੋਂ ਤੁਰੀ ਉਸ ਵੇਲੇ ਤੇ ਕਿੱਥੇ ਤੱਕ ਪਹੁੰਚ ਗਈ ਸੀ। ਬਹੁਤ ਸਾਰੀਆਂ ਖਰਾਬੀਆਂ, ਬਹੁਤ ਸਾਰੇ ਕੁਐਸਚਨ ਜਿਹੜੇ ਬਾਅਦ ਦੇ ਵਿੱਚ ਖੜੇ ਹੋ ਜਾਂਦੇ ਨੇ। ਮੈਂ ਤੁਹਾਨੂੰ ਬਾਬੇ ਬਾਰਿਸ਼ ਸ਼ਾਹ ਦੇ ਹਵਾਲੇ ਦੇ ਨਾਲ ਵੀ ਗੱਲ ਕੀਤੀ ਹੈ ਕਿ ਉਹ ਫਿਰ ਉਹ ਸਾਰੀ ਦੀ ਸਾਰੀ ਆ ਜਾਂਦੀ ਹੈ। ਬਟ ਜਿਹੜੀ ਟ੍ਰੈਡੀਸ਼ਨ ਦੀ ਰਿਚਨੈਸ ਜਿੱਥੇ ਪਈ ਹੈ, ਜਿਸ ਥਾਟ ਦੇ ਉੱਤੇ ਰਿਚਨੈਸ, ਇਸ ਥਾਟ ਦੇ ਵਿੱਚ ਰਿਚਨੈਸ ਪਈ ਹੈ, ਤਾਂ ਉੱਥੇ ਸਤਿਗੁਰੂ ਨਾਨਕ ਦੇਵ ਆਣ, ਉੱਥੇ ਉਹਨਾਂ ਨੇ ਉਹਦੀ ਸਾਰੀ ਸੈਲੀਬ੍ਰੇਸ਼ਨ ਹੀ ਹੈ ਸਤਿਗੁਰੂ ਨਾਨਕ ਦੇਵ ਜੀ ਦੀ ਸਿੱਧ ਗੋਸ਼ਟ ਦੇ ਵਿੱਚ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਦੋਂ ਉਹ ਅੰਜਨ ਮਾਹੇ ਨਿਰੰਜਨ ਰਹੀਏ ਕਹਿੰਦੇ ਆ, ਤਾਂ ਨਿਰੰਜਨ ਸ਼ਬਦ ਮੈਂ ਆਪਣੇ ਪਿਤਾ ਜੀ ਦੇ ਨਾਮ ਦੇ ਹਵਾਲੇ ਤੋਂ ਗੱਲ ਕਰਕੇ ਕੀਤੀ ਸੀ ਕਿ ਉਹ ਨਿਰੰਜਨ ਸ਼ਬਦ
ਗੋਰਖਬਾਣੀ ਤੋਂ ਤੁਰਿਆ ਹੋਇਆ, ਉਹ ਨਿਰੰਜਨ ਸਿਧਾਂਤ ਹੈ। ਉਹ ਪੂਰੇ ਦਾ ਪੂਰਾ ਇੱਕ ਨਿਰਗੁਣ ਸਿਧਾਂਤ, ਜਿਹੜਾ ਬੁੱਧਿਸਟ ਸਿਧਾਂਤ ਹੈ, ਉਹ ਬੁੱਧਾਂ ਤੋਂ ਤੁਰ ਕੇ ਸਿੱਧਾਂ ਰਾਹੀਂ ਹੁੰਦਾ ਹੋਇਆ, ਗੋਰਖ ਰਾਹੀਂ ਹੁੰਦਾ ਹੋਇਆ, ਸਤਿਗੁਰ ਕਬੀਰ ਰਾਹੀਂ ਹੁੰਦਾ ਹੈ, ਸਤਿਗੁਰ ਨਾਨਕ ਰਾਹੀਂ ਹੁੰਦਾ ਹੋਇਆ, ਫਿਰ ਉਹ ਬਾਬਾ ਬੁੱਲੇ ਸ਼ਾਹ ਜਾਂ ਸੂਫੀਆਂ ਦੇ ਵਿੱਚ ਟਰੈਵਲ ਕਰ ਜਾਂਦੇ ਨੇ। ਸਾਡੇ ਦੁੱਖਾਂ ਤੇ ਇਹ ਵਾਪਰਿਆ ਕਿ ਅਸੀਂ ਸਤਿਗੁਰੂ ਨਾਨਕ ਦੇਵ ਔਰ ਨਾਥਾਂ ਨੂੰ ਇਸ ਤਰੀਕੇ ਖੜੇ ਕਰਤਾ, ਇੱਕ ਦੂਜੇ ਦੇ ਜਿੱਦਾਂ ਵਿਰੋਧ ਦੇ ਵਿੱਚ ਖੜੇ ਕਰਤਾ। ਗੱਲ ਸੰਵਾਦ ਦੀ ਸੀ। ਸਤਿਗੁਰੂ ਨਾਨਕ ਦੇਵ ਤਾਂ ਕੁਛ ਸੁਣੀਏ ਕੁਛ ਕਹੀਏ ਵਾਲੀ ਗੱਲ ਹੀ ਕਰਦੇ ਨੇ। ਉਹ ਸਾਰੇ ਦਾ ਸਾਰਾ ਜਦੋਂ ਅਸੀਂ ਸਿੱਧ ਗੋਸ਼ਟ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜਾਂਗੇ, ਤੇ ਜੇ ਅਸੀਂ ਉਹ ਸਾਰਾ ਸਿੱਧ ਸਾਹਿਤ ਪੜਿਆ ਹੋਏਗਾ, ਹਨਾ, ਅਸੀਂ ਗੋਰਖ ਪੜਿਆ ਹੋਏਗਾ, ਅਸੀਂ ਮਛੰਦਰ, ਅਸੀਂ ਜਲੰਧਰੀ, ਅਸੀਂ ਗੋਪੀ, ਅਸੀਂ ਭਰਤਰੀ, ਉਹ ਸਾਰੇ ਦੇ ਸਾਰੇ ਨਾਥ ਪੜੇ ਹੋਣਗੇ, ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਸਤਿਗੁਰੂ ਨਾਨਕ ਦੇਵ, ਦੇਖੋ ਮਛੰਦਰ ਨਾਥ ਹੋਰੀ ਲਿਖਦੇ ਨੇ ਪ੍ਰਾਣ ਸੰਗਲੀ, ਉਹਨਾਂ ਦਾ ਇੱਕ ਗ੍ਰੰਥ ਹੈ। ਤੇ ਹਾਲਾਂਕਿ ਇੱਥੇ ਕੰਟਰੋਵਰਸ਼ੀਅਲ ਹੈ, ਇਹ ਹਿਸਟਰੀ ਦੇ ਮਾਹਿਰ ਲੋਕ ਜਾਂ ਧਰਮ ਸਿੱਖਿਆ ਦੇ ਮਾਹਿਰ ਲੋਕ ਜ਼ਿਆਦਾ ਇੱਥੇ ਸਿਆਣਪ ਨਾਲ ਗੱਲਾਂ ਕਰ ਸਕਦੇ ਨੇ, ਮੇਰੇ ਵਰਗਾ ਇਸ ਮਾਮਲੇ 'ਚ ਅਨਪੜ੍ਹ ਆਦਮੀ ਘੱਟ ਕਰ ਸਕਦਾ। ਬਟ ਜੇ ਗ੍ਰੰਥ ਜੋ ਯੋਗ ਸਿੱਧੀਆਂ ਨਾਲ ਜੁੜਿਆ ਹੋਇਆ ਪ੍ਰਾਣ ਸੰਗਲੀ ਹੈ, ਤਾਂ ਗੁਰੂ ਨਾਨਕ ਦੇਵ ਜੀ ਦੇ ਗ੍ਰੰਥ ਦਾ ਨਾਮ ਵੀ ਪ੍ਰਾਣ ਸੰਗਲੀ ਹੈ। ਉਹਨੂੰ ਓਨ ਕਰਦੇ ਨੇ ਜਾਂ ਨਹੀਂ ਕਰਦੇ, ਇਹ ਨਹੀਂ ਮੈਂ ਕਹਿੰਦਾ, ਕੁਝ ਓਨ ਕਰਦੇ ਨੇ, ਕੁਝ ਨਹੀਂ ਕਰਦੇ, ਉੱਤੇ ਡਿਬੇਟ ਹੈ। ਬਟ ਉਹ ਪਟਿਆਲਾ ਯੂਨੀਵਰਸਿਟੀ ਵੱਲੋਂ ਬੜਾ ਵੱਡਾ ਗ੍ਰੰਥ ਛਪਿਆ ਹੋਇਆ ਪ੍ਰਾਣ ਸੰਗਲੀ ਜਿਹੜੇ ਹੈ, ਉਹ ਕਿੱਦਾਂ ਸਾਊਥ ਤੋਂ ਮਿਲਿਆ, ਉਹਦੀ ਇੱਕ ਆਪਣੀ ਹਿਸਟਰੀ ਹੈ। ਬਟ ਜੇ ਪ੍ਰਾਣ ਸੰਗਲੀ ਉਹ ਵੀ ਲਿਖ ਰਹੇ ਨੇ, ਪ੍ਰਾਣ ਸੰਗਲੀ ਉਹ ਵੀ ਲਿਖ ਰਹੇ ਨੇ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਕੋਈ ਵੱਡਾ ਸੰਬੰਧ ਐਸਾ ਜਿਹੜਾ ਹੈ ਉਹ ਬਣਦਾ ਹੀ ਹੈ। ਔਰ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਬਹੁਤ ਸਾਰੇ ਐਸੇ ਸ਼ਬਦ, ਸਿਧਾਂਤਕ ਸ਼ਬਦ, ਜਿਹਨਾਂ ਨੂੰ ਮੈਂ ਕਹਾਂਗਾ, ਜਿਹੜੇ ਤੁਹਾਨੂੰ ਨਾਥ ਟ੍ਰੈਡੀਸ਼ਨ ਦੇ ਵਿੱਚੋਂ ਮਿਲ ਜਾਂਦੇ ਜੀ। ਅਮਨਦੀਪ ਕੌਰ ਵੱਲੋਂ ਇੱਕ ਕੁਐਸਚਨ ਆਇਆ ਕਿ ਜੀ ਉਦਾਸੀ ਡੇਰਾ ਹੈ ਬ੍ਰਾਹਮ ਨੀਅਰ ਭੋਗਪੁਰ ਇਨ ਹੁਸ਼ਿਆਰਪੁਰ ਡਿਸਟ੍ਰਿਕਟ, ਤੁਸੀਂ ਉਹਦੇ ਬਾਰੇ ਕੁਝ, ਬਾਬਾ ਸ੍ਰੀ ਚੰਦ ਟ੍ਰੈਡੀਸ਼ਨ ਦੇ ਬਾਰੇ ਵੀ ਕੁਝ ਸਟੱਡੀ ਕੀਤਾ ਐਟ ਦੈਟ ਪਲੇਸ? ਦੇਖੋ ਬਾਬਾ ਸ਼੍ਰੀ ਚੰਦ ਜਿਹੜਾ ਨਾ ਸ਼੍ਰੀ ਚੰਦ ਹੋਰਾਂ ਦਾ ਡੇਰਾ ਹੈ, ਹੋ ਸਕਦਾ ਉੱਥੇ ਵੀ ਹੋਏ ਜਿੱਥੇ ਉਹ ਕਹਿ ਰਹੇ ਨੇ, ਬਟ ਉਹ ਐਕਚੁਅਲੀ ਬਾਰਠ ਪਿੰਡ ਹੈ, ਪਠਾਨਕੋਟ ਅੰਮ੍ਰਿਤਸਰ ਰੋਡ ਦੇ ਉੱਤੇ ਹੈ, ਜਿੱਥੇ ਉਹਨਾਂ ਨੇ ਤਪ ਕੀਤਾ। ਆਈ ਥਿੰਕ ਜੇ ਮੈਂ ਹਿਸਟੋਰੀਕਲ ਕੋਈ ਗਲਤੀ ਨਹੀਂ ਕਰ ਰਿਹਾ ਹੋਵਾਂਗਾ, ਤਾਂ ਸਤਿਗੁਰੂ ਅਰਜਨ ਦੇਵ ਜੀ ਨੇ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਤਾਂ ਉਹ ਉੱਥੇ ਉਹਨਾਂ ਨਾਲ ਜਾ ਕੇ ਵਿਚਾਰ ਚਰਚਾ ਜਿਹੜੀ ਹੈ ਉਹ ਵਿਚਾਰ ਗੋਸ਼ਟ ਕਰਦੇ ਰਹੇ। ਸਾਡੇ ਪਤਾ ਨਹੀਂ ਕਿੱਥੋਂ ਇਹ ਟ੍ਰੈਡੀਸ਼ਨ ਸਾਡੇ ਸਿੱਖ ਭਾਈਚਾਰੇ ਦੇ ਵਿੱਚ ਚੱਲੀ ਕਿ ਉਹਨਾਂ ਨੇ ਸ਼੍ਰੀ ਚੰਦ ਉਦਾਸੀ ਸਿੱਧ ਸਨ, ਸਿੱਧ ਪੁਰਸ਼ ਸਨ, ਉਹਨਾਂ ਦੀ ਬਾਣੀ ਹੈ, ਉਹਨਾਂ ਦਾ ਚਿੰਤਨ ਹੈ। ਔਰ ਜਿਵੇਂ ਮੈਂ ਆਰਤੀ ਦਾ ਹਵਾਲਾ ਤੇ ਉਹਨਾਂ ਨੇ ਆਰਤੀ ਲਿਖੀ ਹੋਈ ਹੈ ਸਤਿਗੁਰੂ ਨਾਨਕ ਦੇਵ ਜੀ ਦੇ ਉੱਤੇ, ਉਹਨਾਂ ਦੀ ਆਰਤੀ ਮਿਲਦੀ ਹੈ, ਕਿਆ ਰਿਚ ਰਚਨਾ ਹੈ ਉਹਨਾਂ ਦੀ। ਬਟ ਸਿੱਖ ਦੇ ਬਹੁਤ ਸਾਰੇ ਲੋਕਾਂ ਦੇ ਵਿੱਚ, ਜਾਂ ਕਹਿ ਲਈਏ ਕਿ ਕੁਛ ਖਾਸ ਕਿਸਮ ਦੇ ਲੋਕਾਂ ਦੇ ਵਿੱਚ, ਸ਼੍ਰੀ ਚੰਦ ਹੋਰਾਂ ਨੂੰ ਸਿੱਧ ਕਰਕੇ ਉਹਨਾਂ ਨੇ ਉਸ ਸਿੱਖ ਟ੍ਰੈਡੀਸ਼ਨ ਦੇ ਨਾਲ ਉਹਨਾਂ ਨੂੰ ਜੋੜਦੇ ਨੇ, ਬਲਕਿ ਕੰਟਰੋਵਰਸ਼ੀਅਲ ਜਿਹਾ ਕੋਈ ਰੱਖਦੇ ਨੇ ਉਹਨਾਂ ਦੇ ਨਾਲ ਸਾਰੇ ਦਾ ਸਾਰਾ ਸੰਬੰਧ। ਬਟ ਮੇਰਾ ਇਹਦੇ ਤੇ ਮਤ ਥੋੜਾ ਜਿਹਾ ਹੋਰ ਹੈ, ਕਿਉਂਕਿ ਮੇਰੇ ਖਿਆਲ ਦੇ ਮੁਤਾਬਿਕ ਜੇ ਗੁਰੂ ਨਾਨਕ ਦੇਵ ਜੀ ਦੇ ਥਾਟ ਨੂੰ, ਜੇ ਇਸ ਫਲਸਫੇ ਨੂੰ ਅੰਡਰਸਟੈਂਡ ਕੀਤਾ ਉਸ ਧਰਾਤਲ ਤੇ ਜਾ ਕੇ, ਤਾਂ ਉਦਾਸੀ ਸਾਧੂਆਂ ਨੇ ਉਹਨਾਂ ਦਾ ਬਹੁਤ ਵੱਡਾ ਕੰਮ ਹੈ, ਬਹੁਤ ਵੱਡਾ ਕੰਮ ਹੈ। ਹਾਲਾਂਕਿ ਨਿਰਮਲੇ ਸੰਤਾਂ ਨੇ ਵੀ ਬਹੁਤ ਕੰਮ ਕੀਤਾ, ਪਰੰਤੂ ਨਿਰਮਲੇ ਸੰਤਾਂ ਦਾ ਬਹੁਤਾ ਕੰਮ ਜਿਹੜਾ ਹੈ ਉਹ ਗੁਰਬਾਣੀ ਦੀ ਬ੍ਰਾਹਮਣਿਕਲ ਵਿਆਖਿਆ ਹੈ। ਔਰ ਮੈਂ ਹੈਰਾਨ ਰਹਿਣਾ ਆ ਸਾਡੇ ਸਿੱਖ ਭਾਈਚਾਰੇ ਦੇ ਵਿੱਚ, ਮੈਂ ਪਾਰਟਿਕੂਲਰ ਨਹੀਂ ਕਹਿੰਦਾ ਸਿੱਖ ਭਾਈਚਾਰਾ, ਸਾਡੇ ਪੰਜਾਬੀ ਕਹਿ ਲੈਂਦੇ ਆਪਾਂ ਤਰੀਕੇ ਦਾ ਆ ਜਾਂਦੇ ਆ, ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਵਡਿਆਉਂਦੇ ਹਾਂ। ਉਹ ਰਾਜਾ ਸੀ ਜਾਂ ਉਸ ਵਡਿਆਈ ਦੇ ਵਿੱਚ ਮੈਂ ਜਾਂਦਾ ਨਹੀਂ, ਉਸ ਕੁਐਸਚਨ ਦੇ ਵਿੱਚ ਵੀ ਨਹੀਂ ਜਾਂਦਾ। ਬਟ ਮੈਂ ਇਹ ਦੇਖਦਾ ਕਿ ਉਹਨਾਂ ਨੇ ਪੁਸ਼ਤ ਪਨਾਹੀ ਕੀਤੀ, ਉਹਨਾਂ ਨੇ ਹਜ਼ਾਰਾਂ ਏਕੜ ਜ਼ਮੀਨਾਂ ਦਿੱਤੀਆਂ ਨਿਰਮਲਿਆਂ ਨੂੰ, ਔਰ ਨਿਰਮਲਿਆਂ ਨੇ ਜਿਹੜਾ ਕੰਮ ਕੀਤਾ ਬਾਣੀ ਦਾ, ਉਹ ਸਾਰੀ ਦੀ ਸਾਰੀ ਬ੍ਰਾਹਮਣਿਕ ਵਿਆਖਿਆ ਕੀਤੀ। ਔਰ ਨਿਰਮਲਿਆਂ ਨੇ ਹੀ ਮੁੜ ਕੇ ਇਹ ਗੁਰੂ ਸਾਹਿਬਾਨ ਨੂੰ, ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਜਨਕ ਦਾ ਅਵਤਾਰ ਲਿਖਿਆ, ਅਵਤਾਰਵਾਦ ਚ ਵਾੜ ਕੇ ਉਹਨਾਂ ਦੀ ਬਾਣੀ ਦੀ ਅਸਲ ਵਿਆਖਿਆ ਦੀ ਉਹਦਾ ਬ੍ਰਾਹਮਣੀਕਰਨ ਕਰਤਾ, ਉਹਨੂੰ ਕਿੱਲ ਕਰਤਾ ਨਿਰਮਲੇ ਸੰਤਾਂ ਨੇ। ਔਰ
ਉਹਨਾਂ ਦੇ ਸੈਂਕੜੇ ਤੁਹਾਨੂੰ ਗ੍ਰੰਥ ਮਿਲ ਜਾਣਗੇ, ਜਿਹਦੇ ਵਿੱਚ ਉਹ ਜਿਵੇਂ ਵੈਸ਼ਨਵ ਕਰ ਰਹੇ ਸਨ। ਅਨੰਤ ਦਾਸ ਹੋਏ ਨੇ ਇੱਕ, ਉਹ ਰਵਿਦਾਸ, ਸਤਿਗੁਰੂ ਰਵਿਦਾਸ ਦੇ ਪੀਰੀਅਡ ਤੋਂ 49 ਸਾਲ ਬਾਅਦ ਦੇ ਹਨ, ਵੈਸ਼ਨਵ ਹਨ ਉਹ। ਔਰ ਉਹਨਾਂ ਨੇ ਜਿੰਨੀਆਂ ਗੁਰੂ ਰਵਿਦਾਸ ਹੋਰਾਂ ਨਾਲ ਜੁੜੀਆਂ ਹੋਈਆਂ ਉਹ ਸਾਖੀਆਂ ਨੇ, ਜਿਹੜੀਆਂ ਉਹਨਾਂ ਦੇ ਚਿੰਤਨ ਦੇ ਅਗੇਂਸਟ ਜਾਂਦੀਆਂ ਨੇ। ਮਸਲਨ ਉਹ ਰੰਬੀ ਮਾਰ ਕੇ ਜਨੇਊ ਕੱਢਣਾ, ਪੱਥਰ ਤਾਰਨੇ, ਉਹ ਪਾਰਸ ਪੱਥਰ ਵਾਲੀ ਘਟਨਾ, ਜਾਂ ਉਹਨਾਂ ਦੀ ਹੋਰ ਉਹਨਾਂ ਨੇ ਜੋੜਿਆ ਵੀ ਉਹ ਜੀ ਮਾਂ ਦਾ ਦੁੱਧ ਨਾ ਅਸੀਂ ਪੀਂਦੇ, ਫਿਰ ਉਹ ਸਾਧ ਦੇ ਰੂਪ ਚ ਆਇਆ, ਪ੍ਰਮਾਤਮਾ ਉਹਦੇ ਕੰਨ ਚ ਕੁਛ ਗਿਆ ਵੀ ਉਹ ਸ਼ੂਦਰ ਆ, ਤੂੰ ਕੋਈ ਨਹੀਂ, ਉਹ ਪਿਛਲੇ ਜਨਮ ਚ ਬ੍ਰਾਹਮਣ ਸਨ। ਤੋ ਉਹ ਸਾਰੀਆਂ ਦੇ ਸਾਰੀਆਂ ਅਨੰਤ ਦਾਸ ਹੋਰਾਂ ਨੇ ਸਾਖੀਆਂ ਲਿਖੀਆਂ ਤਾਂ ਕਿ ਇਹਨਾਂ ਨਿਰਗੁਣੇ ਸੰਤਾਂ ਦੀ ਥਾਟ ਨੂੰ ਕਿਲ ਕੀਤਾ ਜਾ ਸਕੇ। ਫਿਰ ਉਹ ਸਾਖੀਆਂ ਪ੍ਰਚਾਰੀਆਂ ਗਈਆਂ, ਅੱਜ ਤੱਕ ਪ੍ਰਚਾਰੀਆਂ ਜਾਂਦੀਆਂ ਨੇ। ਪੰਜਾਬੀ ਦੇ ਮਾਫ ਕਰਨਾ, ਇੰਗਲੈਂਡ ਦੇ ਕੋਈ ਸੰਸਥਾ ਆ, ਮੈਨੂੰ ਕਿਤਾਬ ਮਿਲੀ ਸੀਗੀ, ਉਹਨਾਂ ਨੇ ਉਸ ਗ੍ਰੰਥ ਦਾ, ਛੋਟੀ ਜਿਹੀ ਕਿਤਾਬ ਹੈ ਉਹ ਜਿਹੜੀ ਸਾਖੀਆਂ ਵਾਲੀ ਅਨੰਤ ਦਾਸ ਦੀ, ਉਹਨਾਂ ਨੇ ਵਡਿਆਈ ਕੀਤੀ ਕਿ ਦੇਖੋ ਅਸੀਂ ਕੰਟੈਂਪਰੇਰੀ ਜਿਹੜੇ ਹੋਏ ਨੇ ਗੁਰੂ ਰਵਿਦਾਸ ਦੇ, ਉਹਨਾਂ ਦੀ ਅਸੀਂ ਜਿਹੜੀ ਆ ਲਿਖਤ ਜਿਹੜੀ ਉਹਨੂੰ ਪੰਜਾਬੀ ਚ ਅਨੁਵਾਦ ਕਰਕੇ ਛਾਪੀ ਤੇ ਵੱਡੀ ਗਿਣਤੀ ਚ ਫ੍ਰੀ ਵੰਡੀ। ਉਹ ਸੰਸਥਾ ਹੋਏਗੀ ਸਤਿਗੁਰੂ ਰਵਿਦਾਸ ਦੇ ਨਾਂ ਦੇ ਉੱਤੇ, ਮੈਨੂੰ ਹੁਣ ਉਹਦਾ ਨਾਮ ਪੂਰਾ ਭੁੱਲ ਗਿਆ, ਇੰਗਲੈਂਡ ਦੀ ਸੰਸਥਾ ਸੀ, ਮੈਂ ਪੜ੍ਹੀ ਤਾਂ ਮੈਂ ਹੈਰਾਨ ਰਹਿ ਗਿਆ। ਮੈਂ ਕਿਹਾ ਯਾਰ ਅਜੇ ਤੱਕ ਦੇਖੋ ਕਿਹੜੀ ਸਦੀ ਆ ਗਈ, ਕਿੱਥੇ ਆ ਗਏ ਅਸੀਂ, ਇਸ ਸਟੱਡੀ ਵੱਲ ਨੂੰ ਗਏ ਨਹੀਂ ਹੈਗੇ। ਸੋ ਮੈਨੂੰ ਲੱਗਦਾ ਕਿ ਉਦਾਸੀਆਂ ਦਾ ਕੰਮ ਜਿਹੜਾ ਸੀਗਾ, ਮੁੜ ਕੇ ਜਦੋਂ ਨਾ ਇੰਸਟੀਟਿਊਸ਼ਨਲਾਈਜ਼ਡ ਹੋ ਜਾਂਦੀਆਂ ਨੇ ਇਹ ਸੰਸਥਾਵਾਂ ਬਹੁਤ ਸਾਰੀਆਂ, ਫਿਰ ਉਹਦੇ ਤੇ ਕਈ ਕੰਟਰੋਵਰਸੀਜ਼ ਵੀ ਖੜੀਆਂ ਹੋ ਜਾਂਦੀਆਂ ਨੇ। ਹਾਂਜੀ ਬਿਲਕੁਲ ਮੇਰਾ ਬਿਲਕੁਲ। ਆਪਣਾ ਕਿ ਉਦਾਸੀ ਸੰਤਾਂ ਦਾ ਜੋ ਬਾਣੀ ਤੇ ਕਾਰਜ ਕੀਤਾ ਹੋਇਆ ਹੈ ਉਹਦਾ ਮੁਲਾਂਕਣ ਹੋਣਾ ਚਾਹੀਦਾ ਹੈ, ਔਰ ਜੋ ਨਿਰਮਲਿਆਂ ਨੇ ਕੀਤਾ ਹੋਇਆ ਉਹਦੇ ਕੰਪੈਰੀਟਿਵ ਸਟੱਡੀ ਹੋਣੀ ਚਾਹੀਦੀ। ਜੀ ਠੀਕ। ਅੱਛਾ ਜੀ, ਇੱਕ ਜਿਹੜਾ ਹੈ ਉਹ ਕੁਐਸਚਨ ਤੇ ਬਹੁਤ ਸਾਰੇ ਆ ਰਹੇ ਨੇ। ਅੱਛਾ, ਇੱਕ ਤੇ ਜਿਹੜੀ ਬਾਲ ਨਾਥ ਜੋਗੀਆਂ ਜਿਹੜੀ ਟ੍ਰੈਡੀਸ਼ਨ ਹੈ, ਜਿਹੜੀ ਹੀਰ ਵਾਰਿਸ ਸ਼ਾਹ ਦੇ ਵਿੱਚ ਜਿਹੜੀ ਇਹ ਡਿਸਕਸ ਕੀਤੀ ਜਾਂਦੀ ਹੈ ਕਿ ਰਾਂਝਾ, ਇੱਥੇ ਸਵਾਲ ਹੈ ਕਿ ਰਾਂਝਾ ਜਿਹੜੇ ਨਾਥ ਕੋਲ ਗਿਆ ਉਹ ਕੌਣ ਸਨ, ਤੇ ਉੱਥੇ ਟਿੱਲੇ ਤੇ ਕੀ ਨਾਥ ਜੋਗੀਆਂ ਦਾ ਕੰਮ ਸੀ, ਕੀ ਕਰ ਰਹੇ ਸਨ? ਨਾਥਾਂ ਨੇ ਮੋਇਆ ਕੰਮ ਥੋੜੀ, ਉਹ ਇੰਟਰਸਟਿੰਗ। ਮੈਂ ਤੁਹਾਨੂੰ ਫੋਕ ਚੋਂ ਹੀ ਇਹਦੀ ਗੱਲ ਦੱਸਦਾ। ਕਹਿੰਦੇ ਕਿ ਉਹ ਕਹਿੰਦੇ ਨੇ ਜੱਟ ਲੈ ਗਿਆ ਚੋਰ। ਮੈਂ ਫਿਰ ਕਹਿ ਦੇਣਾ, ਮੈਨੂੰ ਲੱਗਦਾ ਵਿੱਚ ਲਿੰਕ ਥੋੜਾ ਜਿਹਾ ਹੋਇਆ ਸੀ ਕਿ ਜੱਟ ਮਚਲਾ ਤੇ ਖੁਦਾ ਨੂੰ ਲੈ ਗਿਆ ਚੋਰ। ਰਾਂਝਾ ਜਦੋਂ ਸਾਰੀ ਮਾਰ ਮੂਰ ਖਾ ਜਾਂਦਾ ਆ ਤੇ ਰਾਂਝਾ ਜਾਂਦਾ ਜੋਗੀ ਦੇ ਟਿੱਲੇ ਤੇ ਉਹ ਬੈਠ ਕੇ ਉਹਦੇ ਨਾਲ ਗੱਲਬਾਤ ਕਰ ਰਿਹਾ, ਇੰਨੇ ਦੇਰ ਨੂੰ ਨਾ ਉਹ ਜੋਗ ਦੇ ਦੋ, ਤੇ ਉਹ ਮਨਾ ਕਰਦੇ ਕਿ ਨਹੀਂ ਯਾਰ, ਦੁਨੀਆਦਾਰ ਨੂੰ ਜੋਗ ਨਹੀਂ ਦਿੱਤਾ ਜਾਂਦਾ ਹੈ, ਜੇ ਉਹ ਸਾਰਾ ਮਨਾ ਕਰਦੇ ਉਹਨੂੰ, ਬਹੁਤ ਬੁਰੀ ਤਰ੍ਹਾਂ ਨਾਲ ਮਨਾ ਹੋ ਜਾਂਦਾ ਕਿ ਪਰਖ ਕੇ ਜੋਗੀ ਐ ਥੋੜੀ ਸੀ ਗਿਆ ਤੇ ਜੋਗੀ ਬਣ ਗਿਆ। ਬਟ ਉਹ ਕਿੱਸਾਕਾਰ ਦੀ ਐਸੇ ਖੂਬਸੂਰਤੀ ਵੀ ਆ ਉਹ। ਪਰ ਉਹ ਫਿਰ ਕੀ ਹੈ ਕਿ ਉਹ ਜਾਨੂੰ ਇੱਕ ਜੋਗ ਆ ਜਾਂਦਾ ਚੇਲਾ, ਤੇ ਲੋਟਾ ਹੱਥ 'ਚ ਫੜਿਆ ਹੋਇਆ ਪਾਣੀ ਦਾ, ਤੇ ਆਂਦਾ ਗੁਰੂ ਜੀ, ਇਹਨਾਂ ਨੇ ਪੁੱਛਿਆ ਨਾ, ਮੈਂ ਫੋਕ 'ਚ ਤੁਹਾਨੂੰ ਉਦਾਹਰਨ ਦੇ ਰਿਹਾ, ਤੇ ਗੁਰੂ ਜੀ ਤਿਆਰ ਹੋ ਜਾਓ ਇਸ਼ਨਾਨ ਕਰਨ ਲਈ। ਕਹਿੰਦਾ ਯਾਰ ਗੁਰੂ ਆ ਕਿ ਬਟੇਰਾ, ਲੋਟਾ ਪਾਣੀ ਦਾ ਰੱਖਿਆ, ਕੋਲ ਦਰਿਆ ਵਗਣ ਡਿਆ, ਤੂੰ ਕਿਹੜੇ ਚੱਕਰਾਂ 'ਚ ਪਿਆ? ਤੇ ਦਰਿਆ 'ਚ ਇਹਨੂੰ ਇਸ਼ਨਾਨ ਕੋ ਚੱਕਦਾ, ਆਪਣੇ ਮੋਢੇ ਦੇ ਕਧਾੜੇ ਚੱਕ ਲੈਂਦਾ ਗੁਰੂ ਨੂੰ, ਤੇ ਚੱਕ ਕੇ ਦਰਿਆ 'ਚ ਵੜ ਜਾਂਦਾ, ਉੱਧਰ ਡੂੰਘੇ ਥਾਂ ਲੈ ਜਾਂਦਾ। ਕਹਿੰਦਾ ਲੈ ਹੁਣ ਦੱਸ ਬਈ ਜੋਗ ਦੇਣਾ ਕਿ ਸੁਰਗਵਾਸ ਹੋਣਾ? ਉਹ ਜੱਟ ਮਚਲਾ ਤੇ ਖੁਦਾ ਨੂੰ ਲੈ ਗਿਆ ਚੋਰ। ਉਹ ਕਹਿੰਦਾ ਯਾਰ ਆ ਕੀ ਚੱਕਰ? ਕਹਿੰਦਾ ਮੈਂ ਛੱਡ ਦੇਣਾ ਤੈਨੂੰ ਇੱਥੇ, ਤੈਨੂੰ ਡੋਬ ਕੇ ਮਾਰ। ਉਹ ਕਹਿੰਦਾ ਯਾਰ ਚੱਲ ਮੈਂ ਤੈਨੂੰ, ਚੱਲ ਬਾਹਰ ਚੱਲ, ਤੈਨੂੰ ਮੈਂ ਜੋਗ ਦੇ ਦਿੰਦਾ। ਕਹਿੰਦਾ ਨਾ, ਇੱਥੇ ਹੀ ਗੇਮ ਕਰ। ਉਹ ਕਹਿੰਦਾ ਕਨਪਟੇ ਜੋਗੀ ਕਹਿੰਦੇ ਸੀ ਨਾ ਉਹਨਾਂ ਨੂੰ, ਕਨਪਟੇ, ਉਹ ਇੱਥੋਂ ਕੱਚ ਦੀਆਂ ਮੁੰਦਰਾਂ ਪਾਉਂਦੇ ਸਨ। ਤਾਂ ਉਹ ਕਹਿੰਦਾ ਮੈਂ ਮੁੰਦਰਾਂ ਬਾਹਰ ਪਈਆਂ ਯਾਰ, ਕੰਨ ਪਾੜਾਂਗਾ ਤਾਂ ਤੈਨੂੰ ਜੋਗ ਦੇਵਾਂਗਾ ਨਾ, ਮੰਤਰ ਫੇਰ ਦੇਵਾਂਗਾ, ਪਹਿਲਾਂ ਕੰਨ ਪਾੜਾਂਗਾ। ਹੁਣ ਮੈਂ ਤੁਹਾਨੂੰ ਰਿਚੁਅਲ ਦੀ ਗੱਲ ਵਿੱਚ, ਇਹਨਾਂ ਨੂੰ ਮੈਨੂੰ ਲੱਗਦਾ ਜੋ ਇਹਨਾਂ ਦਾ ਸੁਭਾਅ ਸੀਗਾ, ਪਤਾ ਲੱਗ ਜਾਏਗਾ ਕੀ ਕਰਦੇ। ਤਾਂ ਉਹ ਕਹਿੰਦਾ ਭਰਾਵਾ ਤੇਰਾ ਬਾਹਰ ਨਿਕਲ ਕੇ ਤੇਰਾ ਕੀ ਭਰੋਸਾ, ਤੂੰ ਆਪਣੀਆਂ ਮੁੰਦਰਾਂ ਲਾ ਤੇ ਇਹਨਾਂ ਨਾਲ ਮੇਰਾ ਕੰਨ ਪਾੜ। ਮਾਈ ਗੋਡ, ਹੁਣ ਰਾਂਝਾ ਵੀ ਏਡਾ ਇੰਟੈਲੀਜੈਂਟ ਆਦਮੀ, ਸੋ ਉਹਨੇ ਕੰਨ ਪਾੜਤਾ। ਚਲੋ ਉਹ ਫਸ ਗਿਆ ਗੁਰੂ, ਹੁਣ ਉਹ ਤਾਂ ਮਾਰੂ। ਕਹਿੰਦਾ ਮੈਂ ਚੱਕ ਕੇ ਤੈਨੂੰ ਮਾਰਨਾ। ਮੈਂ ਚਾਟਿਆ, ਉਹਨੇ ਚੱਕ ਲਿਆ ਉਹਨੂੰ, ਤਾਂ ਚੱਕ ਲਿਆ। ਉਹ ਕਹਿੰਦਾ ਮਾਰੂ ਮੈਂ, ਚੱਠਾ ਹੀ ਹੋਣਾ ਮੈਨੂੰ ਲੱਗਦਾ ਉਹ ਵੀ। ਨਹੀਂ, ਮੈਂ ਕਿਹਾ ਚੱਠਿਆਂ ਚੋਂ ਤਾਂ ਨਹੀਂ ਸੀ? ਨਹੀਂ ਨਹੀਂ ਉਹ ਰਾਂਝੇ ਚੋਂ ਸੀ। ਅੱਛਾ, ਉਹ ਖੈਰ
ਉਹ ਚੱਕ ਕੇ ਗਏ, ਉਹ ਕਹਿ ਕੰਨ ਪਾੜ ਦੇ। ਕਹਿੰਦਾ ਚਲੋ ਉਹਨੂੰ ਕੰਨ ਪਾੜਤੇ। ਕਹਿੰਦਾ ਹੁਣ ਕਹਿੰਦਾ ਮੰਤਰ, ਕਹਿੰਦਾ ਨਹੀਂ ਨਹੀਂ ਨਹੀਂ, ਤੂੰ ਮੈਨੂੰ ਇਹ ਕਹਿ ਕਿ ਤੈਨੂੰ ਹੀਰ ਦਿੱਤੀ, ਮੰਤਰ ਨਹੀਂ, ਤੂੰ ਇਹ ਕਹਿ ਤੈਨੂੰ ਹੀਰ ਦਿੱਤੀ। ਉਹ ਫਿਰ ਉਹ ਕਹਿੰਦਾ ਕਿ ਫਿਰ ਗੁਰੂ ਹੈ ਨਾ, ਸਿੱਧ ਹੈ, ਕਹਿੰਦਾ ਕੱਲੀ ਹੀਰ ਹੀ ਨਹੀਂ, ਤੈਨੂੰ 5 ਪੀਰ ਵੀ ਦਿੱਤੇ। ਇਹ ਗੁਰਮੰਤਰ ਨੇ ਇਹਨਾਂ ਲੋਕਾਂ ਦੇ, 5 ਪੀਰ ਵੀ ਦਿੱਤੇ ਤੈਨੂੰ ਨਾਲ। ਉਹ ਫਿਰ ਉਹ 5 ਪੀਰ ਅੱਲਾ ਮੁਹੰਮਦ ਚਾਰ ਜਾ ਹਾਜੀ ख्वाजा कुतुब फरीद ਦੇ ਚਿੰਤਨ ਫਿਰ ਕਿਤੇ ਕਿਤੇ ਜਾ ਕੇ ਜੁੜਦਾ ਉਹਨਾਂ 5 ਮਲੰਗਾਂ ਦੇ ਨਾਲ, ਉਹਨਾਂ 5 ਬਕਾਰਾਂ ਦੇ ਨਾਲ, ਉਹਨਾਂ 5 ਜੇ ਮੈਂ 5 ਦੇ ਚਿੰਤਨ ਨੂੰ ਬਾਬੇ ਸ਼ੇਖ ਫਰੀਦ ਕੋਲ ਲੈ ਕੇ ਆਉਣਾ ਆ, ਤੇ ਉਹ ਕਹਿੰਦੇ ਕਿ ਫਰੀਦਾ ਜੇ ਤੈਂ ਮਾਰਨ ਜਿਨ੍ਹਾਂ ਨੂੰ ਤੂੰ ਮਾਰਨਾ ਚਾਹੁੰਦਾ ਹੈ, ਮੁੱਕੀਆਂ ਤੇਰੇ ਮਰਿਆ ਮਰੀਆਂ। ਜਦ ਤਿਨਾਂ ਨੇ ਮਾਰਿਆ ਘੁੰਮ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਦ ਤਿਨਾਂ ਨੂੰ ਉਹਨਾਂ ਨੇ ਤੈਨੂੰ ਘੁੰਮ ਕੇ ਮਾਰਿਆ, ਆਪ ਨੜੇ ਘਰ ਜਾਈਏ ਨੋ ਰੀਡ ਥਾਈ ਸੈਲਫ, ਇੱਧਰ ਨੂੰ ਗਲਮੇ ਥਾਣੀ, ਆਪ ਨੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ, ਤੂੰ ਉਹਨਾਂ ਦੇ ਪੈਰ ਚੁੰਮ ਲਏਗਾ ਜੇ ਆਪਣੀ ਅੰਡਰਸਟੈਂਡ ਕਰੇਗਾ ਇੱਧਰੋਂ ਦੀ ਉਹਨਾਂ 5 ਚੀਜ਼ਾਂ। ਸੋ ਮੈਨੂੰ ਲੱਗਦਾ ਕਿ ਇਹ ਤਬੀ ਲੋਕ ਹੁੰਦੇ ਨੇ ਗਿਆਨੀ। ਜਿਵੇਂ ਮੈਂ ਪੜ੍ਹ ਰਿਹਾ ਸੀ, ਉਹ ਕਹਿੰਦਾ ਯਾਰ ਮੈਨੂੰ ਕੋਈ ਕਹਿਣ ਲੱਗਾ, ਕਹਿੰਦਾ ਤੂੰ ਜਿਹੜਾ ਸਹਿ ਸੂਝ ਜਿਹਾ ਲਿਖਦਾ ਇਹਦਾ ਕੀ ਪੈਸਾ ਹੈ? ਮੈਂ ਕਿਹਾ ਯਾਰ ਫੁੱਲ ਖਿੜਨ ਦਾ ਕੀ ਫਾਇਦਾ ਹੈ? ਸਹੀ ਮਹਿਕ ਬਣਦੇ ਸਨ। ਅੱਛਾ ਕੀ ਨਾਥਾਂ ਨੇ ਇੱਥੇ ਜੀ ਪੂਨਮ ਮਯੂਬ ਵੱਲੋਂ ਇੱਕ ਆਇਆ ਹੈ ਮੈਸੇਜ ਕਿ ਉਹ ਕਹਿੰਦੇ ਕਿ ਜਿਹੜੀਆਂ ਜੋਗਣਾ ਹੁੰਦੀਆਂ ਸਨ ਉਹ ਆਪਣੇ ਆਪ ਨੂੰ ਦਾਸੀਆਂ ਕਿਉਂ ਕਹਿੰਦੀਆਂ ਸਨ? ਨਹੀਂ, ਮੇਰੇ ਖਿਆਲ ਨਾਲ ਮੇਰੇ ਕਿਤੇ ਜਾਣਕਾਰੀ 'ਚ ਨਹੀਂ ਹੈ ਕਿ ਉਹ ਜੋਗਣਾ ਆਪਣੇ ਆਪ ਨੂੰ ਦਾਸੀਆਂ ਕਹਿੰਦੀਆਂ ਸਨ। ਜੋਗਣਾ ਆਪਣੇ ਆਪ ਦੇ ਵਿੱਚ ਹੀ ਜਿਵੇਂ ਮੈਂ ਵਜਰ ਪਾਣੀ ਦੀ ਗੱਲ ਕੀਤੀ ਹੈ ਕਿ ਵਜਰ ਪਾਣੀ ਨੂੰ ਉਹ ਡਾਂਸ ਕਰਨ ਵਾਲੀ ਕੁੜੀ ਮਿਲਦੀ ਹੈ, ਤਾਂ ਉਹਨਾਂ ਦੀ ਸ਼ੋਅ ਤੋਂ ਬਗੈਰ ਹੀ ਉਹਨਾਂ ਦੇ ਦਰਸ਼ਨ ਕਰਦੇ, ਉਹਦੀ ਝਲਕ ਲੈਂਦੇ, ਜੋਗਣ ਹੋ ਜਾਂਦੀ ਹੈ। ਔਰ ਬਾਅਦ ਦੇ ਵਿੱਚ ਉਹਦੀਆਂ ਜਿਹੜੀਆਂ ਸੇਵਕਣਾ ਸਨ 500 ਦੇ ਕਰੀਬ, ਉਹ ਵੀ ਯੋਗਣਾ ਬਣਦੀਆਂ ਨੇ। ਬਟ ਮੇਰੇ ਖਿਆਲ ਦੇ ਨਾਲ ਕਿਤੇ ਬਰੋਬਰ ਦਾ ਹੱਕ ਹੈ, ਜੋ ਬਹੁਤੇ ਨਹੀਂ ਹਵਾਲੇ ਮਿਲਦੇ ਸਾਨੂੰ ਨਾਥਾਂ 'ਚ ਔਰਤਾਂ ਦੇ ਨਾਥ ਹੋ ਜਾਣ ਦੇ ਯੋਗੀਆਂ ਦੇ, ਬਟ ਹੈਨ, ਇਹ ਨਹੀਂ ਹੈ ਕਿ ਨਹੀਂ ਹੈਨ, ਉਹ ਹੈਨ, ਬਟ ਉਹ ਆਪਣੇ ਆਪ ਨੂੰ ਕਿਤੇ ਦਾਸੀਆਂ ਕਹਿੰਦੀਆਂ ਹੋਣ, ਮੇਰੇ ਕੋਲ ਨਹੀਂ ਹਵਾਲਾ ਹੋ ਸਕਦਾ ਕਿਸੇ ਨਹੀਂ, ਮੇਰੇ ਖਿਆਲ ਨਾਲ ਨਹੀਂ ਹੈ। ਉਹਨਾਂ ਦਾ ਸਾਹਿਤ ਵੀ ਮਿਲ ਜਾਂਦਾ ਹੈ, ਮੈਂ ਕੁਛ ਸਾਹਿਤ ਸਟੱਡੀ ਕੀਤਾ ਹੈ, ਬਟ ਕਿਤੇ ਉਹਨਾਂ ਨੇ ਐਸਾ ਹਵਾਲਾ ਕਿ ਉਹ ਆਪਣੇ ਆਪ ਨੂੰ ਦਾਸ ਦੇ ਨਾਲ ਸੰਬੋਧਨ ਕਰਦੀਆਂ ਹੋਣ, ਸ਼ਾਇਦ ਕਿਤੇ ਕੋਈ ਹਵਾਲਾ ਹੋਵੇ, ਤਾਂ ਮੈਂ ਹੋ ਸਕਦਾ ਮੇਰੀ ਨਜ਼ਰ 'ਚ ਨਾ। ਸਹੀ, ਅੱਛਾ ਜੀ। ਉਹ ਇੱਕ ਇਹ ਵੀ ਸਵਾਲ ਆਇਆ ਸੀ ਕਿ ਨਾਥਾਂ ਦਾ ਜਿਹੜਾ ਡੇਰਾ ਹੁੰਦਾ ਸੀ ਉੱਥੇ ਔਰਤਾਂ ਵੀ ਜਾ ਸਕਦੀਆਂ ਸੀ? ਹਾਂ, ਜਾਂਦੇ ਸੀ, ਪੂਰਾ ਸਮਾਜ ਜਾਂਦਾ ਸੀ ਨਾਥਾਂ ਦੇ। ਕੁਛ ਨਾਥ ਜਿਹੜੇ ਸੀਗੇ ਉਹ ਡੇਰੇ ਬਣਾ ਕੇ ਰਹਿੰਦੇ ਸਨ। ਇਹ ਟ੍ਰੈਡੀਸ਼ਨ, 2 ਟ੍ਰੈਡੀਸ਼ਨ ਨੇ। ਕੁਛ ਨਾਥ ਭ੍ਰਮਣ ਕਰਦੇ ਸਨ, ਉਹ ਅੱਜ ਵੀ ਉਸ ਟ੍ਰੈਡੀਸ਼ਨ ਦੇ ਨਾਥ ਜਿਹੜੇ ਆ ਉਹ ਲਗਾਤਾਰ ਚਲਾਏਮਾਨ ਹੀ ਰਹਿੰਦੇ ਨੇ। ਹਾਂ, ਉਹ ਕੁਛ ਥਾਵਾਂ ਦੇ ਉੱਤੇ ਜਿੱਥੇ ਐਨੂਅਲ ਉਰਸ ਲੱਗਦੇ ਨੇ ਉੱਥੇ ਜਾ ਕੇ ਉਹ ਕੁਝ ਦਿਨਾਂ ਲਈ ਠਹਿਰਦੇ ਨੇ। ਜਿੱਦਾਂ 12 ਸਾਲਾਂ ਬਾਅਦ ਜੇ ਕੁੰਭ ਦਾ ਮੇਲਾ ਲੱਗਦਾ ਹੈ ਤਾਂ ਉੱਥੇ ਫਿਰ ਜਿਹੜਾ ਰਾਜਾ ਨਾਥ ਚੁਣਿਆ ਜਾਣਾ ਹੈ ਉਹ ਦੱਖਣ ਦੇ ਵਿੱਚ ਜਾ ਕੇ ਚੁਣਿਆ ਜਾਂਦਾ ਹੈ, ਫਿਰ ਉਹ ਰਾਜਾ ਹੁੰਦਾ। ਬਾਕੀ ਸਾਰੇ ਨਾਥ ਦੀ ਟ੍ਰੈਡੀਸ਼ਨ ਜਿਹੜੀ ਹੈ ਉਹਦੇ ਪਿੱਛੇ ਜਾਂਦੀ ਹੈ। ਕੁੰਭ ਦਾ ਇਸ਼ਨਾਨ ਕਰਦੇ ਨੇ ਉਹ। ਸੋ ਇਸ ਤਰੀਕੇ ਦੇ ਨਾਲ ਬੰਗਾਲ ਦੇ ਵਿੱਚ ਮੇਲਾ ਲੱਗਦਾ ਹੈ, ਇਸ ਤਰੀਕੇ ਨਾਲ ਨੇਪਾਲ ਦੇ ਵਿੱਚ ਮੇਲਾ ਲੱਗਦਾ ਹੈ, ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ, ਜੋਗੀ ਟਿੱਲੇ ਵਰਗੀਆਂ ਥਾਵਾਂ ਦੇ ਉੱਤੇ ਮੇਲੇ ਲੱਗਦੇ ਨੇ, ਉਰਸ ਲੱਗਦੇ ਨੇ। ਤਾਂ ਉਸ ਜਿਹੜੇ ਫਰੰਤੂ ਟ੍ਰੈਡੀਸ਼ਨ ਦੇ ਨਾਥ ਨੇ, ਜਿਹੜੇ ਤੋਰਾ ਫੇਰਾ ਰੱਖਦੇ ਨੇ, ਉਹ ਸਾਰੇ ਦੇ ਸਾਰੇ ਜਿਹੜੇ ਹੈ ਲੋਕ ਜਾਂਦੇ ਨੇ, ਉੱਥੇ ਰਹਿੰਦੇ ਵੀ ਨੇ, ਉਹ ਨੇ। ਪਰ ਜਿਹੜੇ ਡੇਰੇਦਾਰ ਨੇ, ਜਿਹੜੇ ਡੇਰੇ ਟਿਕਾਣੇ ਬਣਾਏ ਹੋਏ ਨੇ, ਉੱਥੇ ਸਾਰਾ ਸਮਾਜ ਜਾਂਦਾ ਹੈ, ਉੱਥੇ ਔਰਤਾਂ ਵੀ ਜਾਂਦੀਆਂ ਨੇ। ਮੈਂ ਬਹੁਤ ਸਾਰੇ ਨਾਥਾਂ ਦੇ ਡੇਰਿਆਂ ਦੇ ਉੱਤੇ ਹੁਣ ਟ੍ਰੈਡੀਸ਼ਨਸ ਦੇ ਵਿੱਚ ਗਿਆ ਹਾਂ। ਮਤਲਬ ਜੇ ਮੈਂ ਹਵਾਲਾ ਜਿਹੜਾ ਚਾਹੇ ਸਾਡੀ ਫੋਕ ਟ੍ਰੈਡੀਸ਼ਨ ਚੋਂ ਦੇ ਰਿਹਾ ਸੀ ਕਿ ਰਾਜੇ ਦੀ ਵਾਈਫ ਹੋਏਗੀ ਨਾ ਮਾਤਾ ਵਾਸਨਾ, ਜਿਹੜੀ ਰਾਜੇ ਗੁੱਗਾ ਯਾਰਵੀਰ ਦੀ ਮੁੜ ਕੇ ਮਾਂ ਬਣਦੀ ਹੈ, ਜੇ ਉਹ ਨਾਥਾਂ ਦੇ ਜਾਂਦੀ ਹੈ, ਉਸ ਹਵਾਲੇ ਦੇ ਨਾਲ ਵੀ ਅਸੀਂ ਦੇਖ ਸਕਦੇ ਹਾਂ ਕਿ ਡੇਰੇ ਦੇ ਉੱਤੇ ਔਰਤਾਂ ਦਾ ਜਾਣਾ। ਫਿਰ ਉਹ ਜਿਹੜਾ ਮੈਂ ਉਹਦੇ ਗੱਲ ਨਾਲ ਹਵਾਲਾ ਦਿੱਤਾ ਸੀਗਾ, ਸੋ ਸਾਨੂੰ ਬਸ ਉਸੇ ਗੱਲ ਦੇ ਵਿੱਚ ਫਿਰ ਕੁਐਸਚਨ ਵੀ ਨਾ
ਉਹਨਾਂ ਨੇ ਗੱਲ ਕੀਤੀ ਸੀ। ਸੋ ਤੁਸੀਂ ਇੱਕ ਨਾ ਇਹਦੇ 'ਚ ਗੱਲ ਕੀਤੀ ਜਿਹੜੀ ਹੈ ਲੁੱਡੋ ਦੀ ਗੇਮ ਦੀ, ਜਿਹੜੀ ਤੁਸੀਂ ਗੱਲ ਕੀਤੀ, ਤੇ ਅਸੀਂ ਜਦੋਂ ਹੜੱਪਾ ਦੀ ਜੀ ਸਟੱਡੀ ਕੀਤੀ ਸੀ ਉਹਦੇ ਵਿੱਚ ਨਾ ਦੋ ਇਹ ਜਿਹੜੀਆਂ ਸਾਨੂੰ ਗੇਮਾਂ ਬੜੀਆਂ ਸਾਹਮਣੇ ਆਈਆਂ। ਇੱਕ ਤੇ ਚੈਸ ਜਾਂ ਸ਼ਤਰੰਜ ਜਿਹਨੂੰ ਕਹਿੰਦੇ ਨੇ, ਉਹ ਉੱਥੋਂ ਲੱਭਦੀ ਹੈ ਸਾਨੂੰ, ਜੀ ਤੇ ਦੂਜੀ ਲੁੱਡੋ, ਖਾਸ ਕਰ ਉਹਦਾ ਜਿਹੜਾ ਦਾਣਾ ਜਿਹਦੇ ਤੇ 3 ਦਾਣੇ 6 ਦਾਣੇ 2 ਦਾਣੇ ਕਾਣਾ ਬਣਿਆ ਹੁੰਦਾ, ਉਹ ਸਾਰੇ ਉੱਥੋਂ ਮਿਲਦੇ ਨੇ। ਤੇ ਤੁਸੀਂ ਜਿੱਦਾਂ ਇਹ ਗੱਲ ਕੀਤੀ ਕਿ ਇਹਦਾ ਕੀ ਜਿਹੜਾ ਹੜੱਪਾ ਨਾਲ ਜਿਹੜਾ ਜੋਗੀ ਰੀਤ ਦਾ ਜਿਹੜਾ ਲਿੰਕ ਹੈ, ਕਿਉਂਕਿ ਉਹ ਤੇ ਸਾਡੀ, ਅਸੀਂ ਤੇ ਸਮਝਦੇ ਕਿ ਸਾਡੇ ਮੁੱਢ ਉਹ ਹੈ, ਤੇ ਉੱਥੇ ਵੀ ਇਹ ਜਿਹੜੇ ਬਿਲਕੁਲ ਅੱਜ ਦਾ ਜਿਸ ਤਰ੍ਹਾਂ ਦਾ ਲੁੱਡੋ ਦਾ ਦਾਣਾ ਹੈ, ਡਾਈਸ ਜਿਹੜੀ ਅਸੀਂ ਅੱਜ ਖੇਡਦੇ ਹਾਂ, ਉਹ ਤੇ ਜਿਹੜਾ ਮੌਜੂਦ ਹੈ ਹੜੱਪਾ ਮਿਊਜ਼ੀਅਮ ਸਾਹੀਵਾਲ ਦੇ ਵਿੱਚ, ਉਹ ਬਿਲਕੁਲ ਇੱਕ। ਤੇ ਜਿਸ ਤਰ੍ਹਾਂ ਚੈਸ ਦਾ ਜਿਹੜਾ ਹੈ ਵੇ, ਜਿਵੇਂ ਉਹਦੇ ਉਹਦੇ ਜਿਹੜਾ ਵਜ਼ੀਰ ਹੈ, ਫੀਲਾ ਹੈ, ਉਹ ਸਾਰਾ ਦਾ ਸਾਰਾ ਬਿਲਕੁਲ ਸੇਮ ਹੈ। ਤੇ ਤੁਸੀਂ ਜੋਗੀਆਂ ਚੋਂ ਵੀ ਉਹਨੂੰ ਰੁਲਾਉਂਦੇ ਹੋ, ਤੇ ਇਹ ਕੀ ਹੈ, ਲਿੰਕ ਬਹੁਤ ਪੁਰਾਣਾ ਨਹੀਂ ਜਾ ਕੇ ਮਿਲ ਜਾਂਦਾ ਇਹਨਾਂ ਚੀਜ਼ਾਂ ਦੇ ਨਾਲ? ਇਹ ਮੈਨੂੰ ਲੱਗਦਾ ਹੈ ਕਿ ਉੱਥੋਂ ਹੀ ਉਹ ਪਹੁੰਚਿਆ ਹੋਏਗਾ ਕਿਸੇ ਨਾ ਕਿਸੇ ਤਰੀਕੇ, ਟਰੈਵਲ ਕਰਦਾ ਕਰਦਾ, ਕਿਉਂਕਿ ਫਿਰ ਉਹਦੇ ਤੋਂ ਬਾਅਦ ਜਦੋਂ ਅੰਗਰੇਜ਼ ਸਾਡੇ ਕੋਲ 1894 ਦੇ ਕਰੀਬ ਉਹ ਰੀਇਨਵੈਂਟ ਕਰਦੇ ਜਾਂ ਉਹ ਆਪਣਾ ਰੂਪ ਬਣਾਉਂਦੇ ਨੇ, ਉਹ ਤਾਂ ਉਹ ਰੂਪ ਸੌਰੀ ਹੋਰ ਬਣ ਜਾਂਦਾ ਲੁੱਡੋ ਦਾ, ਹਨਾ। ਉਹ ਸਬਸਿਡੀ ਵਾਲਾ ਰੂਪ ਜਿਹੜਾ ਮੈਂ 13ਵੀਂ ਸ਼ਤਾਬਦੀ ਦੇ ਵਿੱਚ ਗਿਆਨਦੇਵ ਉਹਨਾਂ ਦੇ ਹਵਾਲੇ ਨਾਲ ਗੱਲ ਕਰ ਰਿਹਾ, ਉਹ ਰੂਪ ਨਹੀਂ ਰਹਿੰਦਾ ਪਿਆ, ਕਿਉਂਕਿ ਉਹ ਰੂਪ ਤੁਹਾਨੂੰ ਇੱਕ ਇੱਕ ਪੁਆਇੰਟ ਦੇ ਉੱਤੇ ਤੁਹਾਨੂੰ ਉਹ ਸਾਡੀ ਫਿਲਾਸਫੀ ਦੇ ਵਿੱਚ ਜਿਹੜੀਆਂ ਨੈਤਿਕ ਵੈਲਿਊਜ਼ ਨੇ, ਤੁਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਾਂ ਹਿੰਸਾ ਕਰਦੇ ਹੋ, ਤਾਂ ਤੁਹਾਨੂੰ ਉੱਥੇ ਸੱਪ ਡੰਗਦਾ ਹੈ, ਉਹ ਤੁਹਾਨੂੰ ਲੈ ਕੇ ਨਾਗਲੋਕ ਤੱਕ, ਪਤਾਲ ਤੱਕ ਲੈ ਕੇ ਚਲਿਆ ਜਾਂਦਾ ਹੈ। ਤਾਂ ਉਹ ਜਿਹੜੀ 13ਵੀਂ ਸ਼ਤਾਬਦੀ ਦੀ ਆ, ਉਹ ਬਿਲਕੁਲ ਉਹ ਦਾਣੇ ਜਿਹੜੇ ਤੁਸੀਂ ਗੱਲ ਕਰਦੇ ਹੋ ਜਿਹਦੇ ਉੱਤੇ ਉਹ ਨੇ, ਉਹ ਉਸੇ ਤਰੀਕੇ ਦਾ ਹੈ। ਉਹਦੇ ਵਿੱਚ ਵੀ ਜੋ ਜੋ ਮਿਲਦਾ ਸਾਡੇ ਕੋਲ, ਜਿਹੜਾ ਇਸ ਰੂਪ ਦੇ ਵਿੱਚ ਵੀ ਪੇਂਟਿੰਗ ਦੇ ਰੂਪ ਦੇ ਵਿੱਚ ਮੇਰੇ ਕੋਲ ਆਇਆ ਸੀ, ਮੈਂ ਸਟੱਡੀ ਕਰ ਰਿਹਾ ਸੀ, ਪਰ ਉਹਦੇ ਵਿੱਚ ਉਹ ਨਵਾਂਪਣ ਇਹ ਭਰ ਦਿੰਦੇ ਨੇ ਕਿ ਉਹਨੂੰ ਸਾਡੀ, ਅਸੀਂ ਨੈਤਿਕ ਤੌਰ ਦੇ ਉੱਤੇ, ਆਤਮਿਕ ਤੌਰ ਦੇ ਉੱਤੇ, ਅਸੀਂ ਗਿਆਨ ਰੂਪ ਦੇ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਜੀਵਨ ਜਾਪਣ ਆਪਣਾ ਕਰਨਾ ਆ। ਸਭ ਤੋਂ ਪਹਿਲਾਂ ਡੰਗ ਉੱਤੇ ਵੱਜਦਾ ਆ ਉਸ ਲੁੱਡੋ ਦੇ ਉੱਤੇ, ਹਿੰਸਾ ਤੇ ਸਭ ਤੋਂ ਪਹਿਲੀ ਸੀੜੀ ਜਿਹੜੀ ਆ ਉਹ ਕਰੁਣਾ ਤੇ ਦਇਆ ਦੇ ਉੱਤੇ ਚੜ੍ਹਦੀ ਆ ਉਹ। ਸੋ ਉਹ ਇੱਕ ਇੱਕ ਪੁਆਇੰਟ, ਇੱਕ ਇੱਕ ਨੁਕਤਾ, ਉਹ ਜਿਹੜਾ ਸਾਰਾ ਫੀਲ ਸੀਗਾ, ਉਹ ਸਾਡੇ ਇੰਡੀਅਨ ਫਿਲਾਸਫੀ ਚੋਂ ਜੋ ਅੱਛਾਈਆਂ ਤੇ ਜੋ ਜਿਨ੍ਹਾਂ ਤੋਂ ਬੰਦੇ ਨੇ ਬਚਣਾ, ਬੁਰਾਈਆਂ ਕਹਿ ਲਓ ਉਹਨਾਂ ਨੂੰ, ਸੋ ਉਹਦਾ ਸਾਰਾ ਸੰਮਿਸ਼ਰਣ ਬਣਾ ਕੇ ਉਹ ਇੱਕ ਪੂਰੀ ਦੀ ਪੂਰੀ ਜਿਹੜੀ ਲੁੱਡੋ ਤਿਆਰ ਕੀਤੀ ਹੈ। ਉਹ ਰੀਇਨਵੈਂਟ ਕਰਨਾ ਆਪਾਂ ਉਹਨੂੰ ਕਹਿ ਸਕਦੇ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਸ ਸੱਭਿਅਤਾ ਤੋਂ ਉਹ ਸਾਰੀ ਦੀ ਸਾਰੀ ਆਉਂਦੀ ਹੋਏਗੀ, ਪਰ ਮੈਂ ਉਹਨੂੰ ਨਾਲ ਜੋ ਹਵਾਲਾ ਮੈਂ ਦਿੱਤਾ ਸੀਗਾ, ਉਹ ਮੇਰੇ ਮਨ 'ਚ ਇਹ ਆ ਰਿਹਾ ਸੀਗਾ ਕਿ ਇਹ ਸਿੱਧ ਲੋਕ ਗਿਆਨ ਦੀ ਅਵਸਥਾ ਵਾਲੇ ਲੋਕ ਨੇ, ਔਰ ਉਸ ਲੁੱਡੋ ਦੇ ਵਿੱਚ ਗਿਆਨ ਦੇ ਪੁਆਇੰਟ ਤੋਂ ਇੱਕ ਪੌੜੀ ਚੜ੍ਹਦੀ ਆ, ਜਿਹੜੀ ਕਿਤੇ ਨਾ ਉਹ ਆਨੰਦ ਲੋਕ ਦੇ ਵਿੱਚ, ਉੱਥੇ ਜਿਹੜਾ ਪੁਆਇੰਟ ਬਣਦਾ ਆਨੰਦ ਲੋਕ ਦੇ ਵਿੱਚ ਲੈ ਜਾਂਦੀ ਆ। ਉਹਨਾਂ ਨੂੰ ਫਿਰ ਸਵਰਗ ਲੋਕ ਦੀ ਲੋੜ ਨਹੀਂ ਹੁੰਦੀ, ਉਹ ਉਸ ਜਿਤ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਫਿਰ ਜਿੱਥੇ ਸਤਿਗੁਰ ਕਬੀਰ ਆਣ ਕੇ ਕਹਿੰਦੇ। ਸੋ ਉਹ ਮੈਂ ਉਹ ਹਵਾਲਾ ਉਹਦਾ ਉਸ ਅੰਡਰਸਟੈਂਡਿੰਗ ਲਈ ਦਿੱਤਾ ਸੀਗਾ ਕਿ ਗਿਆਨ ਜਿਹੜਾ ਹੈ ਉਹ ਫਿਰ ਤੁਹਾਨੂੰ ਕਿਸ ਸੀੜੀ ਤੇ ਲੈ ਕੇ ਜਾਂਦਾ ਹੈ, ਉਹ ਆਨੰਦ ਦੀ ਸੀੜੀ। ਜੀ ਜੀ, ਮੈਂ ਇੱਥੇ ਸ਼ਸ਼ੀ ਸੂਰੀ ਜੀ ਵੱਲੋਂ ਸਵਾਲ ਆਇਆ, ਮੈਂ ਨਾਲ ਇੱਕ ਅਸੀਂ ਜਦੋਂ ਇਹ ਸਾਰਾ ਕੰਮ ਕਰ ਰਹੇ ਸਾਂ ਹੜੱਪਾ ਦੇ ਹਵਾਲੇ ਦੇ ਨਾਲ, ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਤੇ ਉੱਥੇ ਵੀ ਇਹ ਗੱਲ ਜਿਹੜੀ ਹੈ, ਦੇਸਰਾਜ ਜੀ ਅਗਰ ਤੁਸੀਂ ਮੇਰੀ ਗੱਲ ਸੁਣ ਰਹੇ ਹੋ, ਹਾਂਜੀ, ਮੈਂ ਕਿਹਾ ਉੱਥੇ ਵੀ ਇਹ ਗੱਲ, ਜਦੋਂ ਅਸੀਂ ਹੜੱਪਾ ਕੰਮ ਕਰ ਰਹੇ ਸਾਂ, ਤੇ ਉੱਥੇ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੀਆਂ ਇਹ ਦੋ ਗੇਮਸ ਨੇ, ਬੇਸਿਕਲੀ ਇਹ ਫਿਲੋਸਫੀਕਲ ਨੇ, ਕਿ ਜਿਹੜਾ ਸ਼ਤਰੰਜ ਹੈ ਜਾਂ ਚੈਸ ਜਿਹਨੂੰ ਅਸੀਂ ਕਹਿੰਦੇ ਆ, ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਚਾਲ ਚੱਲਦੇ ਹੋ ਤੇ ਸਿਚੁਏਸ਼ਨ ਬਣਦੀ ਹੈ, ਤੇ ਜਿਹੜੀ ਲੁੱਡੋ ਹੈ ਉਹਦੇ ਚ ਸਿਚੁਏਸ਼ਨ ਤੁਹਾਡੇ ਕੋਲ ਹੁੰਦੀ ਹੈ ਤੇ ਤੁਸੀਂ ਉਹਦੇ ਮੁਤਾਬਕ ਚੱਲਣਾ ਹੁੰਦਾ। ਇਹ ਦੋ ਗੱਲਾਂ ਵੀ ਉਹਨਾਂ ਦੀਆਂ, ਇਹ ਦੋਵਾਂ ਗੇਮਾਂ ਦੇ ਨਾਲ ਜੋੜੀਆਂ ਹੋਈਆਂ। ਤੇ ਇੱਕ ਜਿਹੜਾ ਸ਼ਸ਼ੀ ਸੂਰੀ ਜੀ ਵੱਲੋਂ ਸਵਾਲ ਹੈ, ਹਾਂਜੀ, ਇਹਨਾਂ ਵੱਲੋਂ ਜਿਹੜਾ ਆਇਆ ਜੀ ਸਵਾਲ, ਉਹਨਾਂ ਨੇ ਕਿਹਾ ਕਿ ਜੀ ਤੁਸੀਂ ਕੋਈ ਆਈਡੀਆ ਦੱਸੋ ਸਾਨੂੰ ਇਹਨਾਂ ਦੇ ਬਾਰੇ ਚ, ਬਾਬਾ ਸਿੱਧ ਗੋਰੀਆਂ ਐਟ ਸਾਂਬਾ ਨੀਅਰ ਜੰਮੂ, ਉਹਨਾਂ ਦੇ ਬਾਰੇ ਕੋਈ ਤੁਸੀਂ ਜਾਣਦੇ ਹੋਵੋ? ਸਾਂਬਾ ਨੀਅਰ ਜੰਮੂ, ਮੈਨੂੰ ਲੱਗਦਾ ਕਿ
ਹਾਂ, ਮੈਂ ਸਾਂਬਾ ਉਸ ਏਰੀਏ ਨੂੰ ਜਾਣਦਾ। ਮੈਂ ਪਿਛਲੇ ਦਿਨੀ ਉਹਦੀ ਸਟੱਡੀ ਕਰ ਰਿਹਾ ਸੀਗਾ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਇੱਕ ਬ੍ਰਾਹਮਣਿਕ ਟ੍ਰੈਡੀਸ਼ਨ ਨਾਲ ਦੇਵੀ ਜੁੜੀ ਹੋਈ ਹੈ, ਜਿਹਦਾ ਉਰਸ ਉੱਥੇ ਸਾਲਾਨਾ ਮਨਾਇਆ ਜਾਂਦਾ ਸੀ। ਪਰ ਉਸ ਸਿੱਧ ਜਗ੍ਹਾ ਬਾਰੇ ਮੇਰੇ ਮਤਲਬ ਕਦੇ ਹਵਾਲਾ ਆਇਆ ਨਹੀਂ ਮੇਰੇ ਖਿਆਲ ਦੇ ਨਾਲ। ਬਟ ਹਾਂ, ਇੱਕ ਸਟੱਡੀ ਮੈਨੂੰ ਭੇਜੀ ਸੀ ਪ੍ਰੋਫੈਸਰ ਰਾਜਕੁਮਾਰ ਹੰਸ ਹੋਰਾਂ ਨੇ, ਉਹ ਕਿਤੋਂ ਭੇਜੀ ਸੀ। ਉਹ ਆਰਟੀਕਲ ਸੀ ਜਿਹੜਾ ਸਾਂਬੇ, ਉਹ ਸਾਂਬਾ ਜ਼ਿਲ੍ਹੇ ਦੇ ਆਲੇ ਦੁਆਲੇ ਦੀ ਜਿਹੜੀ ਹੈ ਸਿੱਧ ਪਰੰਪਰਾਵਾਂ, ਸਿੱਧ ਸ਼ਰਾਈਨਸ ਨੇ ਜਿਹੜੀਆਂ, ਉਹ ਕਿਸ ਤਰੀਕੇ ਦੇ ਨਾਲ ਉਹ ਰਾਜਿਆਂ ਦੇ ਉਹ ਟ੍ਰੈਡੀਸ਼ਨ ਹੈ, ਉਹਨਾਂ ਦੀ ਸੇਵਾ ਕਰਦੇ ਆ। ਮੇਰੇ ਖਿਆਲ ਦੇ ਨਾਲ ਨਾ, ਮੈਂ ਉਹਦਾ ਹਵਾਲਾ ਇਸ ਤਰੀਕੇ ਦੇਣਾ ਨਹੀਂ ਚਾਹੀਦਾ ਸਾਨੂੰ, ਬਟ ਇਹ ਜਦੋਂ ਆਪਾਂ ਫੇਸਬੁੱਕ ਤੇ ਹੋਵਾਂਗੇ ਤਾਂ ਮੈਂ ਉਹ ਆਰਟੀਕਲ ਲਿੰਕ ਸ਼ੇਅਰ ਕਰ ਦਾਂਗਾ। ਉਹ ਬਿਲਕੁਲ ਸਾਂਬੇ ਤੇ ਉਹਦੇ ਆਲੇ ਦੁਆਲੇ ਦੀਆਂ ਸਿੱਧ ਲੋਕਾਂ ਦੀਆਂ ਜੋ ਟ੍ਰੈਡੀਸ਼ਨਸ ਨੇ, ਬੜਾ ਰਿਚ ਆਰਟੀਕਲ ਹੈ ਉਹ। ਮੈਂ ਨਾਮ ਭੁੱਲ ਰਿਹਾ ਰਾਈਟਰ ਦਾ, ਬਟ ਉਹ ਮੈਂ ਸ਼ੇਅਰ ਕਰ ਦਿਆਂਗਾ। ਮੈਨੂੰ ਲੱਗਦਾ ਇਹਨਾਂ ਦੇ ਖੋਜਕਾਰ। ਹਾਂਜੀ ਬਿਲਕੁਲ ਹੈ। ਤੁਸੀਂ ਜਿਹੜੇ ਕਮੈਂਟਸ ਆ ਰਹੇ ਨੇ, ਤੁਸੀਂ ਇਹ ਬਾਅਦ ਚੋਂ ਕਮੈਂਟ ਪੜ੍ਹ ਲੈਣਾ। ਹਾਂ, बहुत मैं सारे उन्होंने क्वेश्चन जवाब मेरे को नहीं ले जाने लाइव ना, और क्वेश्चन बात कर बहुत दिया लंबे होंगे ने, ज़्यादा स्कॉलर्स ने वो काफी गल लिखते ने, और ਇਹ ਬਹੁਤ जी। ਮਿਹਰਬਾਨੀ ਹੈ ਉਹਨਾਂ ਦੀ ਕਿ ਸਾਡੇ ਨਾਲ ਕੰਟਰੀਬਿਊਟ ਕਰਦੇ ਨੇ। नहीं, ਤੇ अच्छा ਉਹਨਾਂ जी, ਦਾ ਮਾਜ਼ਰਤ ਵੀ ਹੈ ਜਿਹੜੇ ਅਸੀਂ ਕੁਐਸਚਨ ਲੈ ਲੈਂਦੇ ਆ ਉਹਨਾਂ ਦਾ। ਤੇ ਅਸੀਂ ਹੁਣ ਇਸ ਸਾਰੇ ਲੈਕਚਰ ਤੇ ਨੂੰ ਜਿਹੜਾ ਨਾ ਉਹਦੀ ਕੀ ਕਹਿੰਦੇ ਨੇ, ਹੁਣ ਨੂੰ ਕਨਕਲੂਡ ਕਰਦੇ ਹੋਏ ਆ ਤੁਹਾਡੇ ਨਾਲ ਜਿਹੜਾ ਨਾ ਉਹ ਕੁਐਸਚਨ ਆਨਸਰ ਦਾ ਸੈਸ਼ਨ ਸਾਡਾ ਚੱਲਿਆ। ਤੇ ਆਖਰ ਤੇ ਜਿਹੜੀ ਮੈਂ ਇੱਕ ਅਗਰ ਤੁਹਾਨੂੰ ਕਰਨਾ ਪਵੇ ਕਿ ਤੁਸੀਂ 2 ਲਾਈਨਾਂ ਦੇ ਵਿੱਚ ਇਹ ਜਿਹੜਾ ਸਿਲਸਿਲਾ ਪੰਜਾਬ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਸਿੱਧ ਜੋਗੀਆਂ ਰਾਹੀਂ ਜਿਹੜੇ ਉਹ ਬੁੱਧਾ ਤੱਕ ਤੇ ਫਿਰ ਤੁਸੀਂ ਜਿਹੜਾ ਨਾ ਭਗਤ ਕਬੀਰ ਤੱਕ ਆਂਦੇ, ਅਗਰ ਤੁਸੀਂ ਇਹਨੂੰ 1-2 ਲਾਈਨਾਂ ਚ ਦੱਸੋ ਕਿ ਇਹ ਕੀ ਸਿਲਸਿਲਾ ਜਿਹੜਾ ਨਾਲ ਜੋੜਿਆ ਹੋਇਆ, ਇੰਜ ਜਿਹੜਾ ਇਹ ਪਰੋਇਆ ਹੋਇਆ ਇਸ ਧਾਗੇ ਦੇ ਵਿੱਚ, ਇਹਨੂੰ ਅਗਰ ਅਸੀਂ 2 ਲਾਈਨਾਂ 4 ਚ ਦੱਸ ਸਕੀਏ। मैं बिल्कुल बिल्कुल। और खैर मैं ये कहना क्योंकि हिस्टोरिकल परस्पैक्टिव च गल्लां कर रहे सी तां ਉਹ ਸਾਰੀ ਟ੍ਰੈਡੀਸ਼ਨ ਨੂੰ ਆਪਾਂ ਉਸ ਤਰੀਕੇ ਨਾਲ ਦੇਖ ਰਹੇ ਸੀਗੇ। ਪਰ ਮੈਂ ਇਹ ਕਹਿਣਾ ਕਿ ਇਹ ਜਿਹੜੇ ਲੋਕ ਹੁੰਦੇ ਨੇ, ਇਹ ਇੱਕੋ ਹੀ ਧਰਾਤਲ ਤੇ ਵਿਚਰ ਰਹੇ ਹੁੰਦੇ ਨੇ, ਕਿਸੇ ਵੀ ਸਦੀ ਚ ਆਏ ਹੋਣ, ਕਿਸੇ ਵੀ ਟ੍ਰੈਡੀਸ਼ਨ ਨਾਲ ਜੁੜੇ ਹੋਏ ਹੋਣ। ਇਹਨਾਂ ਦਾ ਧਰਾਤਲ ਜਿਹੜਾ ਹੈ ਜਿੱਥੇ ਇਹ ਵਿਚਰਦੇ ਨੇ, ਉਹੀ ਹੈ ਜਿਹੜਾ ਜੇ ਉਹ ਬੁੱਧ ਦਾ ਧਰਾਤਲ ਹੈ, ਉਹ ਕਬੀਰ ਦਾ ਧਰਾਤਲ ਹੈ, ਉਹ ਪਲਟੂ ਦਾ ਧਰਾਤਲ ਹੈ, ਸਤਿਗੁਰੂ ਨਾਨਕ ਦੇਵ ਜੀ ਦਾ ਧਰਾਤਲ ਹੈ, ਸਤਿਗੁਰੂ ਤੇਗ ਬਹਾਦਰ ਜੀ ਦਾ ਧਰਾਤਲ ਹੈ। ਇਹਨਾਂ ਸਿੱਧਾਂ ਨਾਥਾਂ ਵੱਡੇ ਲੋਕਾਂ ਦਾ ਧਰਾਤਲ ਜੇ ਹੈ, ਜਾਂ ਮਤਲਬ ਜੇ ਉਹ ਨਿਕਸੇ ਇੱਕ ਆਵਾਜ਼ ਚਿਰਾਗ ਕੀ ਜੋਤੀ ਮਾਹੇ ਦੀਆਂ ਗੱਲਾਂ ਕਰਦੇ ਨੇ ਪਲਟੂ ਹੋਰੀ, ਤਾਂ ਸਤਿਗੁਰ ਲੋਕ, ਸਾਡੇ ਗੁਰੂ ਲੋਕ ਕਹਿੰਦੇ ਨੇ ਕਿ ਹੋਵੇ ਸਿਫਤ ਖਸਮ ਕੀ ਨੂਰ ਅਰਸੋਂ ਪੁਰਸੋਂ ਝੱਟੀਏ, ਕਿ ਜੇ ਉਹਦੀ ਸਿਫਤ ਸਲਾਹ ਕਿਤੇ ਹੋ ਜਾਵੇ, ਉਹਦੀ ਕਿਰਪਾ ਕਿਤੇ ਹੋ ਜਾਵੇ, ਤਾਂ ਉਹ ਫਿਰ ਨੂਰ ਸਾਨੂੰ ਅਰਸ਼ ਤੋਂ ਕੁਰਸ ਵੱਲ ਨੂੰ ਵਗਦਾ ਦੀਦਾ। ਪਰ ਉਸ ਵੇਲੇ ਫਿਰ ਨੂਰ ਜਿਹੜਾ ਕੁਰਸ ਤੋਂ ਅਰਸ਼ ਵੱਲ ਨੂੰ ਵਗਦਾ ਵੀ ਦਿਖਣਾ ਸ਼ੁਰੂ ਹੋ ਜਾਂਦਾ। ਇਹ ਉਸ ਧਰਾਤਲ ਤੇ ਵਿਚਰਨ ਵਾਲੇ ਲੋਕ ਹੁੰਦੇ ਨੇ, ਜਿਨ੍ਹਾਂ ਸਾਨੂੰ ਲੋਕਾਂ ਨੂੰ ਤਾਂ ਅਰਸ਼ ਤੋਂ ਫਰਸ਼ ਵੱਲ ਨੂਰ ਦੀਦਾ ਆਉਂਦਾ, ਪਰ ਇਹਨਾਂ ਨੂੰ ਫਰਸ਼ ਤੋਂ ਅਰਸ਼ ਵੱਲ ਜਾਂਦਾ ਨੂਰ ਦਿਖਾਈ ਦਿੰਦਾ ਹੈ। ਇਹ ਗੁਰੂ ਕਹਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤੇ ਸਤਿਗੁਰੂ ਕਬੀਰ ਕਹਿੰਦੇ ਨੇ ਕਿ ਅੰਬਰ ਬਰਸੈ ਧਰਤੀ ਭੀਗੈ, ਜੈ ਜਾਣੇ ਸਭ ਕੋਈ, ਧਰਤੀ ਬਰਸੈ ਅੰਬਰ ਭੀਗੈ, ਜੇ ਬਿਰਲਾ ਬੂਝੈ ਕੋਈ। ਸੋ ਇਹਨਾਂ ਦਾ ਇਹ ਸਾਰੇ ਸਿੱਧਾਂ ਲੋਕਾਂ ਦਾ ਇੱਕੋ ਜਿਹਾ ਹੀ ਧਰਾਤਲ ਹੁੰਦਾ। ਤੇ ਜੇ ਕਿਤੇ ਉਸ ਧਰਾਤਲ ਦੇ ਤੁਹਾਨੂੰ ਦਰਸ਼ਨ ਹੋ ਜਾਣ ਨਾ ਕਿਤੇ, ਤੇ ਪ੍ਰਮਾਤਮਾ ਕਰੇ ਜਿਹੜੇ ਸਾਰੇ ਸੁਣਨ ਵਾਲੇ ਨੇ ਆਪਾਂ ਨੂੰ, ਉਹਨਾਂ ਨੂੰ ਕਿਤੇ ਉਸ ਧਰਾਤਲ ਦੇ ਦਰਸ਼ਨ ਹੋ ਜਾਣ ਤੇ ਕਿਤੇ ਕਿਰਪਾ। ਜੀ ਇੱਕ ਬੜਾ ਸਾਡੇ ਉਸਤਾਦ ਜਿਹੜੇ ਨੇ, ਸਾਡੇ ਦੋਸਤ, ਸਾਡੇ ਬੜੇ ਸੀਨੀਅਰ ਪ੍ਰੀਤਮ ਸਿੰਘ ਜੀ ਵੱਲੋਂ ਕੁਐਸਚਨ ਆਇਆ ਬੜਾ ਆਖਰ ਤੇ, ਬਲਕਿ ਉਹਨਾਂ ਦੇ ਕੁਐਸਚਨ ਤੋਂ ਹੀ ਹੁਣ ਅਸੀਂ ਪ੍ਰੋਗਰਾਮ ਦਾ ਇਖਤਤਾਮ ਕਰਾਂਗੇ। ਉਹਨਾਂ ਨੇ ਕਿਹਾ ਕਿ ਜੀ ਜਿਹੜਾ ਲਿੰਕ ਹੈ ਜੋਗੀ ਟ੍ਰੈਡੀਸ਼ਨ ਦਾ ਦਲ ਪ੍ਰਸਪੈਕਟਿਵ ਦੇ ਨਾਲ ਵੀ ਤੁਸੀਂ ਕੁਝ ਥੋੜਾ ਜਿਹਾ ਦੱਸੋ। ਦੇਖੋ, ਜਿਵੇਂ ਮੈਂ ਆਪਣੀ ਟ੍ਰੈਡੀਸ਼ਨ ਦੀ ਗੱਲ ਕਰਦੇ ਆ, ਗੁੱਗੇ ਯਾਰ ਪੀਰ ਦੇ ਹਵਾਲੇ ਦੇ ਨਾਲ ਸਿੱਧ ਚਾਨੋ ਦੀ ਗੱਲ ਕੀਤੀ ਸੀ,
ਤੇ ਮੇਰੇ ਖਿਆਲ ਦੇ ਨਾਲ ਉਹ ਦਲਿਤ ਪਰਸਪੈਕਟਿਵ ਹੀ ਸੀ ਕਿ ਦਲਿਤਾਂ ਦੇ ਵਿੱਚ ਸਿੱਧ ਨਾਥ ਜਿਹੜੇ ਨੇ, ਜਾਂ ਮੈਂ ਸ਼ੁਰੂ ਜਿੱਥੋਂ ਕੀਤਾ ਸੀਗਾ ਕਿ ਮੇਰੇ ਚਾਚਾ ਜੀ ਦੇ ਗੁਰੂ ਜਿਹੜੇ ਸੀਗੇ ਲੌਕਾ ਦਾਸ ਜੀ, ਉਹ ਨਾਥ ਟ੍ਰੈਡੀਸ਼ਨ ਦੇ ਵਿੱਚੋਂ ਸੀਗੇ, ਬਹੁਤ ਵਿਦਵਾਨ ਸਾਧੂ ਸੀਗੇ। ਮੈਂ ਉਹਨਾਂ ਦੇ ਨਿੱਕੇ ਹੁੰਦਿਆਂ ਸੰਗਤ ਮਾਣੀ ਆ, ਉਹਨਾਂ ਦੇ ਚਰਨ ਧੋਤੇ ਆ, ਮੈਂ ਉਹਨਾਂ ਦੇ ਪੈਰਾਂ 'ਚ ਬੈਠ ਕੇ ਗੱਲਾਂ ਉਹਨਾਂ ਦੀਆਂ ਸੁਣੀਆਂ ਹੋਈਆਂ ਨੇ। ਮੇਰੇ ਪਿਤਾ ਜੀ ਕਿਉਂਕਿ ਉਹ ਵੀ ਵਿਦਵਾਨ ਸਨ, ਤਾਂ ਉਹ ਉਹਨਾਂ ਦੇ ਨਾਲ ਉਹ ਸਾਰੀਆਂ ਦੇ ਸਾਰੇ ਡਾਇਲਾਗ ਚੱਲਦੇ ਸੀਗੇ। ਇਹਨਾਂ ਦੀ ਗੁਰੂ ਪਰੰਪਰਾ ਜਿਹੜੀ ਹੈ, ਗੁਰੂ ਧਾਰਨਾ ਕਰਨਾ ਪਰੰਪਰਾ ਵਾਲੀ ਜਿਹੜੀ ਹੈ, ਉਹ ਬਹੁਤ ਸਾਰੇ ਨਾਥਾਂ ਸਿੱਧਾਂ ਦੇ ਸ਼ਿਸ਼ ਜਿਹੜੇ ਨੇ ਉਹ ਦਲਿਤ ਟ੍ਰੈਡੀਸ਼ਨ ਦੇ ਵਿੱਚ ਨੇ। ਤਾਂ ਜੇ ਕਲਚਰਲੀ ਟ੍ਰੈਡੀਸ਼ਨਲੀ ਜੇ ਮੈਂ ਦੇਖਦਾ ਤੇ ਜੇ ਸਿੱਧ ਚਾਨੋ ਦੀ ਇੰਨੀ ਮਨੌਤ ਆ, ਉਸ ਸਿੱਧ ਚਾਨੋ ਦੀ ਮਨੌਤ ਸਿਰਫ ਤੇ ਸਿਰਫ ਦਲਿਤ ਦੇ ਵਿੱਚ ਹੀ ਹੈ। ਔਰ ਮੈਂ ਇੱਕ ਸਟੱਡੀ 'ਚ ਦੇਖ ਰਿਹਾ ਸੀਗਾ ਕਿ ਉਹ ਸਤਿਗੁਰੂ ਰਵਿਦਾਸ ਦੇ ਐਂਸੈਸਟਰ ਬਣ ਜਾਂਦੇ ਨੇ ਪਿੱਛੋਂ, ਪੀੜ੍ਹੀ ਦਰ ਪੀੜ੍ਹੀ ਜੇ ਕੋਈ ਖੋਲਣਾ ਸ਼ੁਰੂ ਕਰ ਦੇਵੇ। ਇੱਕ ਪਠਾਨਕੋਟ ਦੇ ਸੰਤ ਸੀਗੇ ਖਜਾਨ ਦਾਸ ਜੀ, ਬੜਾ ਰਿਸਰਚ ਸਕਾਲਰ ਸੀਗੇ, ਉਦਾਸੀਆਂ ਦੇ ਵਿੱਚੋਂ ਹੀ ਸੀਗੇ ਉਹ। ਉਹਨਾਂ ਨੇ ਉਸ ਪੀੜ੍ਹੀ ਨੂੰ, ਉਸ ਟ੍ਰੈਡੀਸ਼ਨ ਤੇ ਉਹਨਾਂ ਦਾ ਮੈਂ ਇੱਕ ਲੈਕਚਰ ਸੁਣਿਆ ਸੀਗਾ, ਮੇਰੀ ਉਹਨਾਂ ਨਾਲ ਵੀ ਨੇੜਤਾ ਰਹੀ ਆ। ਬਹੁਤ ਵਿਦਵਾਨ ਸਾਧੂ ਸੀਗੇ, ਕਿਆ ਮੁਤਾਲਿਆ ਕਰਦੇ ਸੀ ਮਹਾਭਾਰਤ ਰਾਮਾਇਣ ਦਾ, ਔਰ ਸਿੱਧਾਂ ਨਾਥਾਂ ਦੀ ਬਾਣੀ ਦਾ, ਔਰ ਆਪ ਹਿਕਮਤ ਕਰਦੇ ਸੀਗੇ ਉਹ। ਤਾਂ ਮੈਨੂੰ ਲੱਗਦਾ ਕਿ ਉਹਨਾਂ ਨੇ ਉਹ ਸਾਰੀ ਟ੍ਰੈਡੀਸ਼ਨ ਉਹਦੇ ਨਾਲ ਜੋੜੀ। ਜਾਂ ਜੇ ਗੁੱਗੇ ਰਾਹੀਂ ਸਿੱਧ ਨਾਥ ਸਾਡੇ ਦਲਿਤ ਟ੍ਰੈਡੀਸ਼ਨ ਨਾਲ ਜੁੜਦੇ ਨੇ, ਤਾਂ ਜਿੰਨੇ ਵੀ ਜਿਹੜੇ ਗੁੱਗਾ ਮੰਗਣ ਨਿਕਲਦੇ ਨੇ, ਕੱਚੀਆਂ ਕਾਰਾਂ ਤੇ ਨਿਕਲਦੇ ਨੇ, ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਦਲਿਤ ਲੋਕ ਹੀ ਨੇ। ਉਹਦੇ ਇਕਨੋਮਿਕ ਕਾਰਨ ਵੀ ਹੋਣਗੇ, ਹੋਰ ਬਹੁਤ ਸਾਰੇ ਕਾਰਨ ਹੋਣਗੇ। ਅੰਨੇ ਘੋੜੇ ਦਾ ਦਾਨ ਮੰਗਣ ਵੀ ਉਹ ਨਿਕਲਦੇ ਨੇ, ਉਹਦੇ ਸੋਸ਼ੋ ਇਕਨੋਮਿਕ ਆਸਪੈਕਟਸ ਹੋਣਗੇ। ਤੇ ਜੇ ਸਾਡੇ ਸੀਨੀਅਰ ਪ੍ਰੀਤਮ ਸਿੰਘ ਜੀ ਹੁਣੀ ਜੇ ਆਕਸਫੋਰਡ ਯੂਨੀਵਰਸਿਟੀ ਵਾਲੇ, ਤਾਂ ਫਿਰ ਮੈਂ ਜ਼ਿਆਦਾ ਨਹੀਂ ਬੋਲਣਾ ਯਾਰ। ਉਹੀ ਪੁੱਛ ਰਹੇ ਨੇ, ਉਹ ਤੁਹਾਡਾ ਲੈਕਚਰ ਸੁਣ ਰਹੇ ਕਿਉਂਕਿ ਇਹਨਾਂ ਲੋਕਾਂ ਦੇ ਤਾਂ ਪੈਰਾਂ 'ਚ ਬਹਿ ਕੇ ਹੀ ਸਾਨੂੰ ਗੱਲਾਂ ਕਰਨੀਆਂ ਚਾਹੀਦੀਆਂ। ਹਾਂਜੀ ਬਿਲਕੁਲ ਜੀ। ਅੱਛਾ, ਤੇ ਇਹ ਜਿਹੜੀ ਗੂਗਲ ਸਾਡੇ ਵਾਲੇ ਬੰਨੇ, ਇੱਕ ਬੰਦੇ ਨੇ ਇੱਥੇ ਲਿਖਿਆ ਸੀ ਗੂਗਲ ਦਿਖਾਈ ਜਾਂਦੀ ਹੈ ਕਿ ਜਿੱਥੇ ਕੋਈ ਸੱਪ ਸੁੱਪ ਦਾ ਸ਼ੁਭਾ ਪਵੇ ਤਾਂ ਕਹਿੰਦੀ ਗੂਗਲ ਦਿਖਾਓ, ਗੁੱਗੇ ਪੀਰ ਦੇ ਨਾਲ ਜੁੜੀ ਹੋਈ ਇੱਥੇ ਜਿਹੜੀ ਪੂਰੇ ਕਿਸਾਨਾਂ ਦੀ ਰੀਤ ਦੇ ਨਾਲ, ਉਹਦਾ ਥੋੜਾ ਜਿਹਾ ਨਾਥਾਂ ਦੇ ਵੀ ਨਾ ਗੂਗਲ ਦਿਖਾਉਂਦੇ ਨੇ, ਨਾਥ ਟ੍ਰੈਡੀਸ਼ਨਸ ਦੇ ਵਿੱਚ ਵੀ ਜਿਹੜੀਆਂ ਮਨੌਤਾਂ ਨੇ। ਜਿਵੇਂ ਮੇਰੇ ਚਾਚਾ ਜੀ ਦੇ ਮੈਨੂੰ ਯਾਦ ਆ ਕਿ ਉਹਨਾਂ ਨੇ ਛੋਟੀ ਜਿਹੀ ਜਗ੍ਹਾ ਬਣਾਈ ਹੁੰਦੀ ਸੀ, ਉੱਥੇ ਬੈਰਾਗਣ ਪਈ ਹੁੰਦੀ ਸੀ, ਲੱਕੜ ਦੀਆਂ ਖੜਾਵਾਂ ਪਈਆਂ ਹੁੰਦੀਆਂ ਸਨ, ਝੋਲੀ ਤੇ ਚਿਮਟਾ ਹੁੰਦਾ ਸੀਗਾ। ਚਿਮਟਾ ਉਹ ਧੂਣੀ ਦੇ ਨਾਲ ਸੰਬੰਧਿਤ ਨਾਥਾਂ ਦਾ ਪ੍ਰਤੀਕ ਸੀਗਾ। ਤਾਂ ਉੱਥੇ ਉਹ ਜਦੋਂ ਪੂਜਾ ਕਰਦੇ ਸਨ ਚਾਚਾ ਜੀ ਹੁਣੀ, ਤਾਂ ਉਹ ਗੂਗਲ ਹੀ ਦਿਖਾਈ ਜਾਂਦੀ ਸੀ। ਔਰ ਮੇਰੇ ਖਿਆਲ ਦੇ ਨਾਲ ਗੂਗਲ ਜਿਸ ਤਰੀਕੇ ਦੇ ਨਾਲ ਅਸੀਂ ਉਹ ਸਾਰੇ ਹਵਨ ਯੱਗਾਂ ਦੇ ਹਵਾਲੇ ਲੈਂਦੇ ਹਾਂ ਕਿ ਇਹ ਆਹੂਤੀਆਂ ਹੁੰਦੀਆਂ ਨੇ, ਜਾਂ ਜਿਸ ਤਰੀਕੇ ਦੇ ਨਾਲ ਅਸੀਂ ਦੀਵਾਲੀ ਦੇ ਉੱਤੇ ਜੇ ਸਰੋਂ ਦੇ ਤੇਲ ਦੇ ਦੀਵੇ ਜਗਾਉਂਦੇ ਹਾਂ, ਤਾਂ ਉਹ ਜਿਹੜੇ ਕੀਟ ਪਤੰਗੇ ਜਿਹੜੇ ਜ਼ਹਿਰੀਲੇ ਥੋੜੇ ਜਿਹੇ ਹੁੰਦੇ ਨੇ, ਉਹਨਾਂ ਵਾਸਤੇ ਉਹਨਾਂ ਤੋਂ ਬਚਾਓ ਵਾਸਤੇ ਹੋ ਜਾਂਦਾ ਹੈ। ਮੈਨੂੰ ਲੱਗਦਾ ਗੂਗਲ ਨੂੰ ਬਹੁਤ ਸ਼ੁੱਧ ਮੰਨਿਆ ਜਾਂਦਾ ਸਾਡੇ ਸਮਾਜ ਦੇ ਵਿੱਚ, ਹੋਰ ਵੀ ਕਈ ਮਾਮਲਿਆਂ 'ਚ। ਔਰ ਖਾਸ ਕਰਕੇ ਨਾਗ ਸੱਪ ਦੇ ਵਹਿਮ ਭਰਮ ਜਿਹੜੇ ਲੋਕਾਂ ਦੇ ਵਿੱਚ ਜੁੜੇ ਹੋਏ ਨੇ, ਉਹਦੇ ਲਈ ਵੀ ਗੂਗਲ ਜਿਹੜੀ ਆ ਉਹ ਦਿਖਾਈ ਜਾਂਦੀ ਸੀਗੀ। ਨਾਥਾਂ ਦੇ ਵਿੱਚ ਗੂਗਲ ਦਿਖਾਉਣ ਦਾ, ਜਾਂ ਜਿਹੜੇ ਮੈਂ ਗਿਆ ਉਹਨਾਂ ਦੇ ਸੰਤ ਲੌਕਾ ਦਾਸ ਉਹਨਾਂ ਦੇ ਜਿੱਥੇ ਡੇਰਾ ਸੀਗਾ, ਉਹ ਤਾਂ ਅਟਾਰੀ ਦੇ ਲਾਗੇ ਸੀ ਉਹ, ਤਾਂ ਉੱਥੇ ਉਹ ਜਿਸ ਵੇਲੇ ਹਵਨ ਯੱਗ ਕਰਦੇ ਸੀਗੇ, ਤਾਂ ਉਹਦੇ 'ਚ ਆਹੂਤੀਆਂ ਦੇ ਵਿੱਚ ਗੂਗਲ ਬਹੁਤੀ ਮਾਤਰਾ ਦੇ ਵਿੱਚ, ਔਰ ਉਹ ਕਿਆ ਮਹਿਕ ਹੁੰਦੀ ਸੀ ਉਹਦੀ, ਕਿਆ ਗਜਬ ਦੀ, ਔਰ ਕਿਆ ਸੱਚੀ ਮੁੱਚੀ ਤੁਹਾਨੂੰ ਕੋਈ ਅਧਿਆਤਮਕ, ਚਲੋ ਇੱਕ ਜੁੜਿਆ ਵੀ ਹੁੰਦਾ ਤੁਹਾਡਾ ਮਾਨਸਿਕ ਤੌਰ ਦੇ ਵਿੱਚ ਸੀ, ਪਰ ਤੁਸੀਂ ਕਿਤੇ ਅਧਿਆਤਮ ਦੇ ਧਰਾਤਲ ਤੇ ਵਿਚਰਨਾ ਸ਼ੁਰੂ ਕਰ ਦਿੰਦੇ ਸੀ। ਸੋ ਹੈ ਕੋਈ ਨਾ ਕੋਈ ਲਿੰਕ। ਸਾਡੇ ਵਾਲੇ ਇੱਧਰ ਵੀ ਜਿਹੜਾ ਨਾ ਜਿਹੜੀ ਕਿਸਾਨ ਨੇ ਸਾਰੇ, ਇਹਨਾਂ ਦੇ ਵਿੱਚ ਬੜਾ ਪਿੰਡਾਂ 'ਚ ਅਜੇ ਵੀ ਗੂਗਲ ਲੱਭਦੀ ਹੈ ਤੇ ਉਹ ਦਿਖਾਈ ਦੀ ਇਹਦੀ ਖੁਸ਼ਬੂ ਖਾਸ ਕਿਸਮ ਦੀ ਹੁੰਦੀ ਹੈ, ਤੇ ਉਹ ਇਸ ਵਾਸਤੇ ਕਿ ਕੋਈ ਵੀ ਇੱਥੇ ਇਹੋ ਜਿਹੀ ਜਿਹੜੀ ਸ਼ੈ ਸੱਪ ਵਗੈਰਾ ਨਾ, ਉਹ ਚਲਾ ਜਾਂਦਾ ਹੈ ਕਿ ਉਹ ਜਦੋਂ ਦਿਖਾਈ ਜਾਂਦੀ। ਸੋ ਸਰ, ਅਖੀਰ ਤੇ ਸਾਡੇ ਇਸ ਲੈਕਚਰ ਤੇ ਅਸੀਂ ਇੱਕ ਜਿਹੜੀ ਹੈ ਦੋਸਤਾਂ ਦੇ ਨਾਲ ਸਾਂਝਾ ਕਰਦੇ ਜਾਈਏ ਕਿ ਕੋਸ਼ਿਸ਼ ਇਹ ਕੀਤੀ ਸੀ ਕਿ ਅਸੀਂ ਜਿੰਨਾ ਲੋਕਾਂ ਦਾ ਕੰਮ ਹੈ, ਡਿਗਰੀਆਂ ਸਾਰਾ ਕੁਛ ਆਪਣੀ ਜਗ੍ਹਾ ਤੇ ਮੌਜੂਦ ਹੈ, ਬੜੀ ਅੱਛੀ ਗੱਲ ਇਹ ਹੋਣਾ ਚਾਹੀਦਾ, ਪਰ ਜਿਹੜਾ ਕੰਮ ਹੈ ਉਹ ਬਹੁਤ ਜ਼ਰੂਰੀ ਹੈ, ਉਹਦਾ ਕੰਮ ਬੋਲਣਾ ਚਾਹੀਦਾ। ਤੇ ਉਹ ਉਸ ਕਾਰਨ ਅਸੀਂ ਇੱਕ ਸੀਰੀਜ਼ ਸ਼ੁਰੂ ਕੀਤੀ, ਔਰ ਪੰਜਾਬੀ ਜ਼ੁਬਾਨ ਨੂੰ ਲੈ ਕੇ ਵੀ ਇਹ ਗੱਲ ਕੀਤੀ, ਕਿਉਂਕਿ ਅਸੀਂ ਇਹਦੇ 'ਚ ਪ੍ਰੋਜ਼ ਦਾ ਬੜਾ ਰੌਲਾ ਰਹਿੰਦਾ ਹੈ, ਹਰ ਵੇਲੇ ਗੱਲ ਹੁੰਦੀ ਰਹਿੰਦੀ ਹੈ ਕਿ ਜੀ ਇਹਦੇ 'ਚ ਨਸਰੀ ਘੱਟ ਏ, ਪ੍ਰੋਜ਼ ਘੱਟ ਏ। ਫਿਰ ਦੂਜੇ ਨੰਬਰ ਤੇ ਹਿਸਟੋਰੀਕਲ ਥੋੜਾ ਜਿਹਾ ਘੱਟ ਏ, ਔਰ ਦੂਜਾ ਹੈ ਕਿ ਇਹਦੇ 'ਚ ਜਿਹੜੀਆਂ ਨਵੀਆਂ ਰਿਸਰਚਰਸ ਨੇ
ਉਹ ਘੱਟ ਨੇ, ਤੇ ਸੋ ਅਸੀਂ ਇਹਨੂੰ ਇਨਰਿਚ ਕਰਨ ਵਾਸਤੇ ਵੀ ਇੱਕ ਦੋਸਤਾਂ ਦੇ ਨਾਲ ਸਾਰਾ ਗੱਲਬਾਤ ਕੀਤੀ ਕਿ ਵੀ ਜਿਨ੍ਹਾਂ ਦੀਆਂ ਰਿਸਰਚ ਨੇ ਉਹਨਾਂ 'ਚ ਬਹੁਤ ਨਵੇਂ ਲੋਕ ਜਿਨ੍ਹਾਂ ਨੇ ਕਦੀ ਪੰਜਾਬੀ 'ਚ ਲੈਕਚਰ ਨਹੀਂ ਦਿੱਤਾ, ਕਦੀ ਬੋਲੀ ਨਹੀਂ, ਉਹ ਵੀ ਆਏ ਔਰ ਉਹਨਾਂ ਨੇ ਲੈਕਚਰ ਦਿੱਤੇ ਔਰ ਬੜਾ ਅੱਛਾ ਰਿਹਾ, ਦੋਸਤਾਂ ਦਾ ਬੜਾ ਅੱਛਾ ਰਿਸਪੌਂਸ ਆਇਆ। ਤੇ ਸਰ ਤੁਹਾਡੀ ਵੀ ਬੜੀ ਮਿਹਰਬਾਨੀ, ਤੁਸਾਂ ਜਿਹੜਾ ਨਾ ਸਾਡੇ ਨਾਲ ਅੱਜ ਸਾਥ ਦਿੱਤਾ ਸਾਡੇ ਇਸ ਲੈਕਚਰ ਸੀਰੀਜ਼ ਨਵਾਜ਼ੀ ਹੈ ਨੂੰ ਜਿਹੜਾ ਨਾ ਤੁਹਾਡੀ ਮਾਣ ਦੋਸਤਾਂ ਬਖਸ਼ਿਆ ਦੀ, ਬਿਲਕੁਲ ਯਾ ਤੇ ਮੈਨੂੰ ਆਪ ਜਿਹੜਾ ਨਾ ਬਹੁਤ ਖੁਸ਼ੀ ਹੈ ਤੁਹਾਡੀ। ਥੈਂਕ ਯੂ ਵੈਰੀ ਮਚ ਤੁਹਾਡੀ ਪੂਰੀ ਟੀਮ ਦਾ, ਜੋ ਤੁਸੀਂ ਕਾਰਜ ਕਰ ਰਹੇ ਹੋ ਜਿਸ ਤਰੀਕੇ ਦੇ ਨਾਲ। ਅਸੀਂ ਪੂਰੇ ਹੁਣ ਇਸ ਟਾਈਮ ਵਿਸ਼ਵ 'ਚ ਜੁੜੇ ਹੋਏ ਹੋ, ਜਿਹਦੀ ਲੋੜ ਹੈ ਇਹ ਸੋਸ਼ਲ ਮੀਡੀਆ ਰਾਹੀਂ ਸਾਨੂੰ ਜਿਹੜੀ ਇੰਟਰੈਕਸ਼ਨ ਦੀ ਜ਼ਰੂਰਤ ਹੈ, ਉਹ ਜਿਹੜੇ ਇੰਟਲੈਕਚੁਅਲ ਲੋਕਾਂ ਨੂੰ ਤੁਸੀਂ ਇੱਥੇ ਬੁਲਾਇਆ, ਜੋ ਮੈਂ ਸੁਣੇ, ਤੇ ਮੇਰੇ ਵਰਗੇ ਨਲਾਇਕ ਆਦਮੀ ਨੂੰ ਵੀ ਤੁਸੀਂ ਬੋਲਣ ਵਾਲਾ, ਪਤਾ ਨਹੀਂ ਮੈਂ ਕੀ ਬੋਲਿਆ ਕੀ ਨਹੀਂ ਬੋਲਿਆ, ਮੈਂ ਤਾਂ ਬਸ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ। ਬਟ ਮੈਨੂੰ ਇੰਨਾ ਕੁ ਜ਼ਰੂਰ ਇਸ ਗੱਲ ਦਾ ਪਤਾ ਆ ਵੀ ਕੁਛ ਨਾ ਕੁਛ ਮੈਂ ਨਵੀਂ ਗੱਲ ਜ਼ਰੂਰ ਕੀਤੀ ਹੋਗੀ। ਜਿਹੜੇ ਰਿਸਰਚ ਸਕਾਲਰਸ ਉਹਦਾ ਕਿਤੇ ਨਾ ਕਿਤੇ ਕੋਈ ਨੁਕਤਾ ਫੜ ਕੇ ਅੱਛਾ ਕੰਮ ਜਿਹੜਾ ਉਹ ਕਰ ਸਕਦੇ ਆ। ਤੁਹਾਡੀ ਬਹੁਤ ਮਿਹਰਬਾਨੀ ਆ ਭਾਈ ਮਨੀਸ਼, ਸਾਰੇ ਸਾਡੇ ਨਾਲ ਜੁੜੇ ਨੇ। ਸਰ ਬਹੁਤ ਸ਼ੁਕਰੀਆ। ਤੇ ਤੁਸੀਂ ਸਰ ਜਿਹੜਾ ਲੈਕਚਰ ਦੇ ਹਵਾਲੇ ਨਾਲ ਆਇਆ ਕਿ ਜਿਹੜੇ ਲੋਕਾਂ ਦੇ ਕਮੈਂਟ ਆਏ ਨੇ ਉਹ ਸਾਡੀ ਇਸ ਲਾਈਵ ਜਲੀਏ ਉਹਦੇ ਨੀਚੇ ਹੋਣਗੇ, ਉਹ ਵੀ ਵੇਖ ਲੈਣਾ। ਕੁਝ YouTube ਦੇ ਉੱਪਰ ਤੁਸੀਂ ਜਾ ਕੇ ਵੇਖ ਲੈਣਾ, ਉਹ ਵੀ ਕਮੈਂਟ, ਕਾਫੀ ਸਾਰੇ ਸਵਾਲ ਉਧਰ ਵੀ ਆਏ ਨੇ, ਤੁਸੀਂ ਉਧਰੋਂ ਵੀ ਜਿਹੜਾ ਇਹਨਾਂ ਦੋਸਤਾਂ ਦਾ ਜਵਾਬ ਕਰ ਦੇਣਾ। ਤੇ ਜਨਾਬ ਦੀ ਬਹੁਤ ਮਿਹਰਬਾਨੀ ਕਿ ਉਹ ਅੱਜ ਸਾਡਾ ਸਾਥ ਦਿੱਤਾ। ਰੱਬ ਰਾਖਾ ਜੀ। ਫਿਰ ਅਗਲੇ ਕਿਸੇ ਲੈਕਚਰ ਕਿਸੇ ਗੱਲਬਾਤ 'ਚ ਮਿਲਾਂਗੇ, ਜੁੜੇ ਰਹਿਣਾ ਜੀ। ਸਾਡੇ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਬੜੀ ਮਿਹਰਬਾਨੀ। ਤੁਸੀਂ ਅੱਜ ਸਾਡਾ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ, ਲੇਕਿਨ ਗੱਲਬਾਤ ਕਿਉਂਕਿ ਇਸ ਰੁਖ ਨੂੰ ਚੱਲੀ ਔਰ ਗੱਲਬਾਤ ਕਿਉਂਕਿ ਸੀ ਵੀ ਲੰਮੀ, ਟੌਪਿਕ ਵੀ ਥੋੜਾ ਜਿਹਾ ਲੈਂਥੀ ਸੀ, ਜ਼ਾਹਿਰ ਸਕਾਲਰ ਨੂੰ ਉਹ ਸਾਰਾ ਕਵਰ ਕਰਨ ਦੇ ਵਿੱਚ ਜਿਹੜਾ ਟਾਈਮ ਚਾਹੀਦਾ ਸੀ ਉਹ ਅਸੀਂ ਦੇਣਾ ਸੀ। ਔਰ ਜ਼ਾਹਿਰ ਹੈ ਉਹਨਾਂ ਨੇ ਜਿੰਨੀ ਦੇਰ ਬੋਲੇ ਅਸੀਂ ਸਾਰਿਆਂ ਸੁਣਿਆ, ਬੜਾ ਖੂਬ ਬੋਲੇ, ਬੜਾ ਮਜ਼ਾ ਆਇਆ। ਹਿਸਟਰੀ ਦੇ ਸਟੂਡੈਂਟ ਦੇ ਹੋਣ ਦੇ ਨਾਤੇ ਮੈਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਮਿਲੀਆਂ, ਔਰ ਮੇਰਾ ਖਿਆਲ ਹੈ ਕਿ ਮੇਰੇ ਵੇਖਣ ਵਾਲਿਆਂ ਨੂੰ ਵੀ ਸਾਰਿਆਂ ਨੂੰ ਕੋਈ ਨਵੀਆਂ ਗੱਲਾਂ ਜ਼ਰੂਰ ਮਿਲੀਆਂ ਹੋਣਗੀਆਂ। ਪੰਜਾਬ ਦੇ ਇਸ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਅਣਗੌਲਿਆ ਜਿਹੜਾ ਬੰਨਾ ਸੀ, ਉਹਦੇ ਉੱਤੇ ਦੀਸ ਰਾਜ ਹੋਰਾਂ ਦੀ ਐਡੀ ਵਧੀਆ ਗੁਫ਼ਤਗੂ ਹੋਈ ਕਿ ਉਹਦੇ ਨਾਲ ਇੱਕ ਰੈਫਰੈਂਸ ਜਿਹੜੀ ਗੱਲਬਾਤ ਉਹ ਕੀਤੀ ਕਿ ਫਲਾਂ ਗੱਲ ਇਸ ਤਰ੍ਹਾਂ ਦੇ ਉੱਤੇ ਸਾਡੇ ਤਰੀਕਦਾਨਾਂ ਵਾਸਤੇ ਰੈਫਰੈਂਸ ਇੱਕ ਬੜੀ ਜ਼ਰੂਰੀ ਜੀ ਚੀਜ਼ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਵੇਖ ਸਕੀਏ। ਬੀਇੰਗ ਸਟੂਡੈਂਟ ਆਫ ਹਿਸਟਰੀ ਅਸੀਂ ਉਹਨਾਂ ਨੂੰ ਵੇਖਦੇ ਹਾਂ। ਤੇ ਤੁਹਾਡੇ ਸਾਰਿਆਂ ਦਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਜਿਹੜਾ ਹੈ ਉਹ ਜੁੜੇ ਰਹੇ ਔਰ ਗੱਲਬਾਤ ਸੁਣਦੇ ਰਹੇ ਸਾਡੀ। ਸੋ ਹੁਣ ਸਾਡਾ 22 ਤਰੀਕ ਵਾਲੇ ਦਿਨ ਪਰਸੋਂ 9 ਵਜੇ ਪਾਕਿਸਤਾਨੀ ਟਾਈਮ ਦੇ ਮੁਤਾਬਕ 9 ਵਜੇ ਔਰ ਇੰਡੀਅਨ 9:30 ਔਰ ਬਾਕੀ ਦੁਨੀਆ ਦੇ ਹਿੱਸਿਆਂ ਦੇ ਵਿੱਚ ਆਪਣੇ ਮੁਤਾਬਕ ਜਿਹੜਾ ਇਹਨਾਂ ਨੂੰ ਤੁਸੀਂ ਵੇਖ ਸਕਦੇ ਹੋ। ਯਾਨੀ ਪਰਸੋਂ ਜਿਹੜਾ ਹੈ 9 ਵਜੇ ਅਸੀਂ 22 ਤਰੀਕ ਨੂੰ ਕਰਨਵੀਰ ਸਿੰਘ ਹੋਰਾਂ ਦੇ ਨਾਲ ਗਦਰ ਪਾਰਟੀ ਦੇ ਉੱਪਰ ਇੱਕ ਗੱਲਬਾਤ ਜਿਹੜੀ ਹੈ ਨਾ ਉਹ ਕੀਤੀ ਜਾਏਗੀ। ਤੇ ਉਸ ਹਵਾਲੇ ਨਾਲ ਪੋਸਟਰ ਵੀ ਅਸੀਂ ਸ਼ੇਅਰ ਕਰ ਦਿਆਂਗੇ ਤੁਹਾਡਾ ਉਹਨਾਂ ਦਾ ਕੱਲ। ਤੇ ਨਾਲ ਦੀ ਨਾਲ ਉਹਨਾਂ ਦੇ ਹਵਾਲੇ ਨਾਲ ਕੋਈ ਜੋ ਉਹਨਾਂ ਲਿਖਿਆ ਜਾਂ ਉਹ ਉੱਪਰ ਜੋ ਅਸੀਂ ਉਹਨਾਂ ਦੀ ਬਾਇਓ ਲਾਈ ਹੁੰਦੀ ਹੈ ਸਾਰੇ ਦੋਸਤਾਂ ਨੂੰ ਇਹ ਵੀ ਗੁਜ਼ਾਰਿਸ਼ ਕਰਨੀ ਸੀ ਕਿ ਪਲੀਜ਼ ਉਹਨੂੰ ਗੌਰ ਨਾਲ ਪੜਿਆ ਕਰੋ। ਉਹਦੇ ਵਿੱਚ ਉਹਨਾਂ ਦੇ ਲਿੰਕਸ ਦਿੱਤੇ ਹੁੰਦੇ ਨੇ ਜਿੱਥੇ ਉਹਨਾਂ ਦੇ ਪੇਪਰ ਹੋਣ, ਜੋ ਉਹਨਾਂ ਨੇ ਕੀਤਾ ਹੋਏ, ਜੋ ਆਪਣੇ ਹਵਾਲੇ ਨਾਲ ਉਹਨਾਂ ਨੇ ਸ਼ੇਅਰ ਕੀਤਾ ਹੋਇਆ ਤੁਹਾਡੇ ਨਾਲ, ਉਹ ਲਾਜ਼ਮੀ ਪੜਿਆ ਕਰੋ, ਉਹ ਬਹੁਤ ਜ਼ਬਰਦਸਤ ਹੁੰਦਾ ਹੈ। ਤੇ ਅਸੀਂ ਪਰਸੋਂ 22 ਤਰੀਕ ਵਾਲੇ ਦਿਨ ਮਿਲਨੇ ਆ ਕਰਨਵੀਰ ਸਿੰਘ ਦੇ ਲੈਕਚਰ ਦੇ ਨਾਲ ਜਿਹੜਾ ਗਦਰ ਪਾਰਟੀ ਦੇ ਉੱਤੇ ਹੈ। ਉਹ ਪੋਸਟਰ ਸ਼ੇਅਰ ਹੋ ਜਾਏਗਾ ਐਗਜ਼ੈਕਟ, ਤੁਸੀਂ ਉੱਥੋਂ ਦਾ ਟੌਪਿਕ ਵੀ ਵੇਖ ਸਕਦੇ ਆ। ਤੇ ਪਰਸੋਂ ਤੱਕ ਹੀ ਫਿਰ ਸਾਰੇ ਦੋਸਤਾਂ ਨੂੰ ਰੱਬ ਰਾਖਾ, ਮਿਲਨੇ ਆ ਪਰਸੋਂ ਜੀ ਤੇ 22 ਤਰੀਕ ਨੂੰ।